ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਫੋਕਸ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ ਤੇ ਮੇਰੇ ਨਾਲ ਨੇ ਬਲਕਾਰ ਸਿੰਘ ਜੀ। ਸੋ ਬਲਕਾਰ ਸਿੰਘ ਜੀ, ਨਵੀਂ ਕੈਬਨਿਟ ਐਕਸਪੈਂਸ਼ਨ ਹੋ ਗਈ, ਨਵੇਂ ਚਿਹਰੇ ਆ ਗਏ, ਉਹਨਾਂ ਨੇ ਅਹੁਦੇ ਵੀ ਸੰਭਾਲ ਲਏ ਨੇ। ਸੋ ਵੱਖ-ਵੱਖ ਅਹੁਦੇ ਦਿੱਤੇ ਨੇ। ਇੰਦਰਬੀਰ ਨਿੱਜਰ ਸਥਾਨਕ ਸਰਕਾਰ ਦੇ ਨਾਲ ਹੋਰ ਐਡੀਸ਼ਨਲ, ਅਮਨ ਅਰੋੜਾ ਸੂਚਨਾ ਤੇ ਲੋਕ ਸੰਪਰਕ, ਚੇਤਨ ਜੋੜੇ ਮਾਜਰਾ ਸਿਹਤ ਤੇ ਹੋਰ ਨਾਲ ਐਡੀਸ਼ਨਲ ਵਿਭਾਗ, ਫੌਜਾ ਸਿੰਘ ਸਰਾਰੀ ਫੂਡ ਪ੍ਰੋਸੈਸਿੰਗ, ਅਨਮੋਲ ਗਗਨ ਮਾਨ ਸੈਰ ਸਪਾਟਾ ਤੇ ਸੱਭਿਆਚਾਰ, ਹਰਜੋਤ ਬੈਂਸ ਸਿੱਖਿਆ ਤੇ ਨਾਲ ਹੋਰ ਲੱਗਦੇ ਮਹਿਕਮੇ। ਤੇ ਹੁਣ ਕੁੱਲ 14 ਮੰਤਰੀ ਹੋ ਗਏ ਨੇ ਜੀ। ਮਾਨ ਸਾਹਿਬ ਕੋਲ ਆਪਣੇ ਕੋਲ ਵੀ 27 ਮਹਿਕਮੇ ਸੀ, ਉਹਦੇ ਚੋਂ ਵੀ ਕੁਝ ਮਹਿਕਮੇ ਅੱਗੇ ਵੰਡ ਦਿੱਤੇ ਗਏ ਨੇ। ਸੋ ਕੁੱਲ ਮਿਲਾ ਕੇ ਹੁਣ ਉਮੀਦ ਕੀਤੀ ਜਾ ਸਕਦੀ ਹੈ ਕਿ ਹੁਣ ਡਿਸਟ੍ਰੀਬਿਊਸ਼ਨ ਤੋਂ ਬਾਅਦ ਸਾਰਿਆਂ ਦੇ ਉੱਤੇ ਵਰਕਲੋਡ ਘਟਿਆ ਹੋਏਗਾ। ਹਾਂ, ਵਧੀਆ ਗੱਲ ਹੈ ਕਿ ਹੁਣ ਪਹਿਲਾਂ ਇਹਨਾਂ ਨੇ ਜਿਹੜੇ 5 ਮੰਤਰੀ ਨਵੇਂ ਆਏ ਸੀ ਕੈਬਨਿਟ ਮੰਤਰੀ ਬਣਾ ਕੇ ਉਹਨਾਂ ਨੂੰ ਸਹੁੰ ਚੁਕਾਤੀ ਔਰ ਮਹਿਕਮੇ ਵੰਡੇ ਗਏ ਆ। ਔਰ ਉਹਦੇ 'ਚ ਹਰਜੋਤ ਬੈਂਸ ਜਿਹੜੇ ਉਹਨਾਂ ਨੂੰ ਇਨ ਐਡੀਸ਼ਨ ਦੇ ਦਿੱਤੇ ਆ ਮਹਿਕਮੇ, ਕਿਉਂਕਿ ਉਹਨਾਂ ਕੋਲ ਪਹਿਲਾਂ ਜੇਲ੍ਹ ਸੀਗਾ ਤਾਂ ਹੁਣ ਉਹਨਾਂ ਨੂੰ ਐਜੂਕੇਸ਼ਨ ਨਾਲ ਦੇ ਦਿੱਤਾ। ਕਿਉਂਕਿ ਮੀਤ ਹੇਅਰ ਕੋਲ ਐਜੂਕੇਸ਼ਨ ਸੀ, ਉਹਨਾਂ ਕੋਲ ਹੁਣ ਹਾਇਰ ਐਜੂਕੇਸ਼ਨ ਰਹਿਣ ਦਿੱਤੀ ਹੈ ਅਤੇ ਦੂਜੀ ਜਿਹੜੀ ਲੋਅਰ ਐਜੂਕੇਸ਼ਨ ਆ ਜਿਹਦੇ 'ਚ ਪੰਜਾਬ ਸਕੂਲ ਦੀ ਐਜੂਕੇਸ਼ਨ ਉਹ ਸਾਰੀ ਇਹਨਾਂ ਨੂੰ ਆ ਗਈ ਆ ਹਰਜੋਤ ਬੈਂਸ ਕੋਲ। ਔਰ ਇਹਦੇ ਨਾਲ ਪੰਜਾਬ ਦੇ ਵਿਕਾਸ ਵਿੱਚ ਤਾਂ ਥੋੜ੍ਹਾ ਬਹੁਤ ਵਾਧਾ ਹੋਊਗਾ, ਕਿਉਂਕਿ ਮਹਿਕਮੇ ਵੰਡਣ ਨਾਲ ਇਹਨਾਂ ਕੋਲ ਜ਼ਿੰਮੇਵਾਰੀ ਆ ਗਈ ਹੈ। ਸਾਰੀ ਜਿੰਨੇ ਜ਼ਿੰਮੇਵਾਰੀ ਆਉਣ ਨਾਲ ਇਹਨਾਂ ਨੇ ਆਪਣੇ ਮਹਿਕਮੇ ਵੇਖਣੇ ਆ ਔਰ ਉਹਦੇ 'ਚ ਸਕੀਮਾਂ ਬਣਨਗੀਆਂ, ਯੋਜਨਾਵਾਂ ਬਣਨਗੀਆਂ। ਔਰ ਜਿਸ ਤਰ੍ਹਾਂ ਇਹਨਾਂ ਕੋਲ ਅੱਗੇ ਇੱਕ ਸਿਹਤ ਵਿਭਾਗ ਦੇ ਨਾਲ ਇਹਨਾਂ ਨੇ ਹੁਣੇ ਸ਼ੁਰੂ ਕੀਤੇ ਸੀ ਕਿ ਮੁਹੱਲਾ ਕਲੀਨਿਕ ਜੀ। ਔਰ ਮੁਹੱਲਾ ਕਲੀਨਿਕ ਦੇ ਵਿੱਚ ਇਹਨਾਂ ਨੇ ਸੋਚਿਆ ਸੀਗਾ ਕਿ 15 ਅਗਸਤ ਨੂੰ ਲਾਂਚ ਕਰਨਗੇ, ਜਿਹਦੇ 'ਚ 75 ਜਿਹੜੇ ਮੁਹੱਲਾ ਕਲੀਨਿਕ ਬਣ ਰਹੇ ਆ। ਔਰ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਆ ਰਿਹਾ ਪੈਸਾ ਆ ਰਿਹਾ ਉਹਦੇ 'ਚ ਉਹ ਅੱਜ ਤੱਕ ਉਹਦੀ ਪਲਾਨਿੰਗ ਬਣਾ ਦਿੱਤੀ ਇਹਨਾਂ ਨੇ ਸਾਰੀ। ਔਰ ਨਵੇਂ ਡਾਕਟਰ ਵੀ ਆ ਜਾਣਗੇ। ਪਰ ਸੁਣਨ ਵਿੱਚ ਇਹ ਵੀ ਆਇਆ ਸੀਗਾ ਕਿ ਉਹਨਾਂ ਵਿੱਚ ਕੁਝ ਬਜ਼ੁਰਗ ਡਾਕਟਰ ਜਿਹੜੇ ਰਿਟਾਇਰਡ ਨੇ ਉਹ ਲੈ ਜਾ ਰਹੇ ਆ। ਉਹਨਾਂ ਦੀ ਜਿਹੜੀ ਏਜ ਹੋਏਗੀ ਉਹ 65 ਤੋਂ ਉੱਪਰ ਵਾਲੇ ਆਉਣਗੇ, ਉਹਨਾਂ 'ਚ ਨਰਸਾਂ ਵੀ ਹੋਣਗੀਆਂ ਉਹਦੇ 'ਚ ਔਰ ਬਾਕੀ ਸਹੂਲਤਾਂ ਵੀ ਦੇ ਕੇ ਜਾ ਰਹੇ। ਬਿਲਕੁਲ, ਐਕਚੁਅਲੀ ਕੀ ਹੈਗਾ ਕਿ ਇਹ ਗਵਰਨਮੈਂਟ ਇਹ ਕਰ ਰਹੀ ਹੈ ਇਸ ਵਕਤ ਕਿ ਜੋ ਵੀ ਰਿਟਾਇਰਡ ਹੋ ਚੁੱਕੇ ਬੰਦੇ ਨੇ, ਪ੍ਰੋਫੈਸ਼ਨਲਸ ਨੇ, ਵੱਖ-ਵੱਖ ਖੇਤਰਾਂ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ, ਉਹ ਵਿਲਿੰਗ ਨੇ ਜੇ ਸਾਡੇ ਨਾਲ ਕੰਮ ਕਰਨ ਵਾਸਤੇ, ਗਵਰਨਮੈਂਟ ਨਾਲ ਕੰਮ ਕਰਨ ਵਾਸਤੇ। ਸਿੱਖਿਆ ਤੱਕ ਵੀ ਉਹਨਾਂ ਨੇ ਕਿਹਾ ਕਿ ਜਿਹੜੇ ਸਿੱਖਿਆ ਦੇ ਵਿੱਚ ਆ ਕੇ ਇਸ ਖੇਤਰ ਦੇ ਵਿੱਚ ਪੜ੍ਹਾ ਸਕਣਗੇ ਬੱਚਿਆਂ ਨੂੰ, ਉਹ ਵੀ ਐਪਲੀਕੇਸ਼ਨ ਜ਼ਰੂਰ ਦੇਣ। ਮਤਲਬ ਇਹ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਜਿਹੜਾ ਬੰਦਾ ਵਿਲਿੰਗ ਹੈ ਕਿ ਉਹ ਗਵਰਨਮੈਂਟ ਦੇ ਨਾਲ ਸਹਿਯੋਗ ਕਰ ਸਕੇ, ਵੱਖ-ਵੱਖ ਡਿਪਾਰਟਮੈਂਟਸ ਦੇ ਵਿੱਚ ਜਾ ਕੇ, ਤੇ ਉਹਨੂੰ ਵੀ ਇਨਵਾਈਟ ਕਰ ਰਹੇ ਨੇ ਤਾਂ ਕਿ ਉਹ ਆ ਕੇ ਨਾਲ ਆਪਣੀਆਂ ਅਨੁਭਵ ਵੀ ਆਪਣੇ ਸ਼ੇਅਰ ਕਰਨਗੇ। ਤੇ ਨਾਲ ਨਵੀਂ ਸਿੱਖਿਆ ਪ੍ਰਣਾਲੀ ਦੇ ਵਿੱਚ ਜੋ ਅਸੀਂ ਆਪਾਂ ਆਲਰੇਡੀ ਡਿਸਕਸ ਕਰ ਵੀ ਚੁੱਕੇ ਹਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਿ ਨਵੀਂ ਸਿੱਖਿਆ ਪ੍ਰਣਾਲੀ 2020 ਲਾਗੂ ਹੋ ਰਹੀ ਆ। ਸੋ ਉਹਦੇ ਮੁਤਾਬਿਕ ਉਹਨਾਂ ਨੂੰ ਨਾਲ ਜੁਆਇਨ ਕਰਵਾਇਆ ਜਾਏਗਾ। ਪਰ ਹੁਣ ਇਹਨਾਂ ਨੇ ਜਿਹੜਾ ਕੀਤਾ ਉਹ 'ਚ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਜਿਹੜਾ ਪਟਵਾਰੀ ਤੇ ਕਾਨੂੰਗੋ ਲਾਏ ਨਵੇਂ, ਔਰ ਉਹਦੇ 'ਚ ਉਹਨਾਂ ਨੇ ਜਿਹੜੇ ਰਿਟਾਇਰਡ ਸੀ ਉਹਨਾਂ ਨੂੰ ਮੌਕਾ ਦੇ ਦਿੱਤਾ, ਉਹਨਾਂ ਨੂੰ ਅਪਾਇੰਟਮੈਂਟ ਦੇ ਦਿੱਤੀ ਆ। ਔਰ ਉਹ ਨਵੇਂ ਮੁੰਡੇ ਜਿਹੜੇ ਆ ਵਿਚਾਰੇ ਇੱਥੋਂ ਵਾਂਝੇ ਰਹਿ ਗਏ ਆ, ਇਸ ਕਰਕੇ ਰਹਿ ਗਏ ਕਿ ਉਹਨਾਂ ਨੇ ਪਟਵਾਰੀ ਜਿਹੜੇ ਨਵੇਂ ਮੁੰਡਿਆਂ ਨੂੰ ਨਾ ਕੋਈ ਟ੍ਰੇਨਿੰਗ ਦੇਣ ਦੀ, ਨਾ ਕੋਈ ਐਡਵਰਟਾਈਜ਼ਮੈਂਟ ਕੀਤੀ ਆ। ਉਹਨਾਂ ਨੇ ਪਟਵਾਰੀ ਜਿਹੜੇ ਨਵੇਂ ਰੱਖੇ ਆ ਉਹ ਸਾਰੇ ਰਿਟਾਇਰਡ ਪਰਸਨ ਦੁਬਾਰਾ ਲਾ ਲਏ ਆ। ਔਰ ਇਸੇ ਤਰ੍ਹਾਂ ਐਜੂਕੇਸ਼ਨ ਵਿੱਚ ਵੀ ਆਉਣਗੇ, ਸਿਹਤ ਵਿਭਾਗ 'ਚ ਵੀ ਆਉਣਗੇ। ਪਰ ਗੱਲ ਤਾਂ ਇੱਕ ਗੱਲ ਵਧੀਆ ਹੈਗੀ ਪੰਜਾਬ ਗੌਰਮੈਂਟ ਦੀ, ਕਿਉਂਕਿ ਜੇ ਉਹ ਰੱਖਣਦੇ ਉਹਨਾਂ ਨੂੰ ਤਨਖਾਹ ਉਹਨਾਂ ਨੂੰ ਪੂਰੀ ਤਾਂ ਨਹੀਂ ਦਿੱਤੀ ਜਾਊਗੀ, ਕਿਉਂਕਿ ਓਵਰਏਜ ਲੋਕ ਹੈਗੇ ਆ। ਇੱਕ ਐਕਸਪੀਰੀਅੰਸ ਹੈਂਡ 'ਤੇ ਹੈਗੇ ਆ, ਜੇ ਉਹਨਾਂ ਨੂੰ ਲਿਆ ਇਨ ਐਡੀਸ਼ਨ ਦੂਸਰੇ ਮੁੰਡਿਆਂ ਨੂੰ ਲੈਣਾ ਚਾਹੀਦਾ ਜਿਹੜੇ ਮੁੰਡੇ ਨਵੇਂ ਜਿਹੜੇ ਬੇਰੁਜ਼ਗਾਰ ਹੈ। ਤੀਜੀ ਗੱਲ ਜਿਹੜੀ ਹੁਣ ਇਹਨਾਂ ਨੇ ਐਲੀਮੈਂਟਰੀ ਟੀਚਰ ਜਿਹੜੇ ਲਏ ਨੇ, ਅਪਾਇੰਟਮੈਂਟ ਦਿੱਤੀ ਉਹਦੇ 'ਚ ਉਹ 6000 ਤੋਂ ਉੱਪਰ ਦਿੱਤੇ, 6600 ਸਮ ਹੈਗੇ ਆ ਉਹ ਦਿੱਤੇ। ਉਹਦੇ 'ਚ ਜਿਹੜਾ ਮਾਲਵਾ ਏਰੀਆ ਉਹਦੇ 'ਚ ਕਾਫੀ ਆਇਆ, ਫਾਜ਼ਿਲਕਾ 'ਚੋਂ ਬਹੁਤ ਮੁੰਡੇ ਕੁੜੀਆਂ ਆ ਗਏ ਜੀ। ਔਰ ਉਹ ਵਧੀਆ ਪਹਿਲ ਹੈਗੀ ਆ, ਉਹਨਾਂ 'ਚ ਲੋਕ ਖੁਸ਼ ਹੋ ਗਏ ਆ, ਉਹਨਾਂ ਨੂੰ ਜਿਹੜੇ ਰੈਗੂਲਰ ਕਰ ਦਿੱਤਾ, ਅਪਾਇੰਟਮੈਂਟ ਦੇ ਦਿੱਤੀ ਹੈ। ਇਸ ਤਰ੍ਹਾਂ ਜੇ ਕੀਤਾ ਜਾਵੇ ਤਾਂ ਬਹੁਤ ਬੇਰੁਜ਼ਗਾਰੀ ਨੂੰ ਨੱਥ ਪੈ ਸਕਦੀ ਆ। ਔਰ ਹੁਣ ਚਲੋ ਜਿਹੜੀ ਹੁਣ ਤੁਸੀਂ ਨਾਮ ਪੜ੍ਹੇ ਜਿਹਨਾਂ 'ਚ ਸਾਰੇ ਮਹਿਕਮੇ ਵੰਡੇ ਗਏ ਆ ਔਰ ਉਹਨਾਂ ਵਿੱਚ ਚਲੋ ਇਸੀ ਜਿਹੜੀ ਨੁਮਾਇੰਦਗੀ ਸੀ ਉਹਨਾਂ ਨੂੰ ਦੇਤੀ, ਉਹਨਾਂ ਨੇ ਅਨਮੋਲ ਗਗਨ ਮਾਨ ਨੂੰ ਦੇਤਾ ਮੌਕਾ ਉਹਨਾਂ ਨੂੰ, ਕਿਉਂਕਿ ਉਹ ਆਲਰੇਡੀ ਪਹਿਲੋਂ ਬੜੇ ਵਧੀਆ ਸਿੰਗਰ ਸੀਗੇ ਤੇ ਉਹਨਾਂ ਨੂੰ ਸੱਭਿਆਚਾਰ, ਕਲਚਰਲ ਮਹਿਕਮਾ ਤੇ ਨਾਲ ਸਿੱਖਿਆ ਨਾਲ ਦਿੱਤਾ ਇਹਨਾਂ ਨੂੰ, ਸੈਰ ਸਪਾਟਾ ਟੂਰਿਜ਼ਮ ਦਿੱਤਾ। ਔਰ ਇਹ ਮਹਿਕਮੇ ਦੀ ਵੰਡ ਇਸ ਤਰ੍ਹਾਂ ਹੋ ਗਈ ਆ। ਹੁਣ ਇਹਨਾਂ ਕੋਲ ਭਗਵੰਤ ਮਾਨ ਕੋ ਤੇ ਜਿਹਨੇ ਇਨ ਐਡੀਸ਼ਨ ਸੀ ਉਹਨੇ ਵੰਡ, ਦੇਖੋ ਹੋਮ ਮਿਨਿਸਟਰੀ ਤੇ ਉਹਨਾਂ ਕੋਲ ਹੀ ਰਹਿਣੀ ਉਹਨਾਂ ਕੋਲ, ਠੀਕ ਹੈ ਨਾ। ਇਹ ਵਧੀਆ ਹੈ, ਠੀਕ ਹੈ ਇਹ ਵੰਡੋ, ਪਰ ਗੱਲ ਇਹ ਹੈ ਕਿ ਕਿੰਨੀ ਕੁ ਕੰਫਰਟੇਬਲੀ ਇਹ ਕੰਮ ਕਰ ਸਕਦੇ ਨੇ ਤੇ ਕਿੰਨੀ ਕੁ ਵਧੀਆ ਕਾਰਗੁਜ਼ਾਰੀ ਦੇ ਸਕਦੇ ਨੇ। ਐਕਚੁਅਲ ਗੱਲ ਇਹ ਹੈ ਕਿ ਡਿਲੀਵਰ ਕੀ ਕਰਨਗੇ, ਮੇਨ ਗੱਲ ਤਾਂ ਇਹ ਦੇਖਣ ਵਾਲੀ ਹੈ। ਸੋ ਵਧੀਆ ਮੂਵ। ਤੇ ਦੂਸਰੀ ਵਾਰ ਜਿਹੜੀ ਇਹ ਰਿਟਾਇਰ ਬੰਦਿਆਂ ਨੂੰ
ਜੌਬ ਤੇ ਲੈ ਕੇ ਆਉਣਾ ਕਿ ਨਵੇਂ ਬੰਦਿਆਂ ਨੂੰ ਇਗਨੋਰ ਕਰ ਦੇਣਾ, ਨੌਜਵਾਨਾਂ ਨੂੰ ਨਾ ਲੈ ਕੇ ਆਉਣਾ, ਇਹ ਇੱਕ ਸੈਟਬੈਕ ਵੀ ਹੈ। ਕਿਉਂਕਿ ਇੱਕ ਪਾਸੇ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਜੋ ਅਗਨੀਵੀਰ ਅਗਨੀਪਥ ਦੀ ਗੱਲ ਕਰਦੇ ਹਾਂ, ਉਹਦੇ ਨੌਜਵਾਨਾਂ ਨੂੰ ਠੇਕੇ ਤੇ ਰੱਖਿਆ ਜਾ ਰਿਹਾ ਹੈ, ਉਹਦੇ 'ਚ ਵੀ ਬਹੁਤ ਜ਼ਿਆਦਾ ਅਰਜ਼ੀਆਂ ਆ ਰਹੀਆਂ ਨੇ, ਰਿਕਾਰਡ ਤੋੜ ਅਰਜ਼ੀਆਂ ਆ ਰਹੀਆਂ ਨੇ, ਇਹ ਸਾਨੂੰ ਨਿਊਜ਼ ਮਿਲਦੀ ਪਈ ਆ, ਪਰ ਕਿਤੇ ਨਾ ਕਿਤੇ ਵਿਰੋਧ ਵੀ ਆ, ਪਰ ਉਹ ਅਗਨੀਪਥ ਦੀ ਗੱਲ ਹੈ। ਨਾਲ ਅਸੀਂ ਜਦੋਂ ਇੱਥੇ ਦੇਖਦੇ ਹਾਂ ਕਿ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ, ਰਿਟਾਇਰ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ, ਇਹ ਗੱਲ ਚਿੰਤਾ ਦਾ ਵਿਸ਼ਾ ਜ਼ਰੂਰ ਬਣਦੀ ਆ ਕਿ ਨੌਜਵਾਨ ਕਿੱਥੇ ਜਾਣ, ਫਿਰ ਉਹ ਬਾਹਰ ਜਾਣਗੇ ਤਾਂ ਤੁਸੀਂ ਕਹਿੰਦੇ ਹੋ ਬਾਹਰ ਕਿਉਂ ਚੱਲੇ ਹੋ, ਤੇ ਫਿਰ ਇੱਥੇ ਰਹਿ ਕੇ ਕਰਨ ਕੀ ਹੋ। ਸੋ ਗੱਲ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਖੈਰ, ਇਹ ਪੰਜਾਬ ਦੀ ਧਰਤੀ ਦੀ ਇੱਕ ਨਵੀਂ ਨਿਊਜ਼ ਹੈ ਕਿਉਂਕਿ ਐਕਸਪੈਂਸ਼ਨ ਹੋਈ ਹੈ, ਇਸ ਕਰਕੇ ਆਪਾਂ ਇਹਨੂੰ ਸ਼ੁਰੂਆਤ ਵਿੱਚ ਲਿੱਤਾ, ਔਰ ਹੁਣ ਅਸੀਂ ਇਹ ਦੇਖਾਂਗੇ ਕਿ ਗਵਰਨਮੈਂਟ ਡਿਲੀਵਰ ਕੀ ਕਰਦੀ ਹੈ ਅੱਗੇ, ਇਹ ਕਿੱਦਾਂ ਕਾਰਗੁਜ਼ਾਰੀ ਕਰਦੀ ਹੈ। ਬਜਟ ਵੀ ਆ ਚੁੱਕਾ ਹੈ, ਪੈਸਾ ਵੀ ਆ ਚੁੱਕਾ ਹੈ, ਔਰ ਬਜਟ ਨੂੰ ਵੀ ਕਾਫੀ ਹੱਦ ਤੱਕ ਕ੍ਰਿਟੀਸਾਈਜ਼ ਵੀ ਕੀਤਾ ਜਾ ਰਿਹਾ ਕਿ ਕੁਝ ਨਵੀਂ ਚੀਜ਼ ਤਾਂ ਦਿੱਤੀ ਨਹੀਂ, ਉਹੀ ਪੁਰਾਣੀਆਂ ਗੱਲਾਂ ਪੁਰਾਣੀਆਂ ਬਾਤਾਂ ਉਸੇ ਹੀ ਲੀਹਾਂ ਤੇ ਤੁਰੀ ਜਾਂਦੇ ਹੋ ਔਰ ਉਮੀਦ ਕਰਦੇ ਹੋ ਕਿ ਨਵੇਂ ਰਿਜ਼ਲਟ ਆਉਣਗੇ। ਖੈਰ ਦੇਖੋ ਕਿੱਦਾਂ ਨਵੇਂ ਰਿਜ਼ਲਟ ਲੈ ਕੇ ਆਉਂਦੇ ਨੇ, ਕਿਉਂਕਿ ਕਿਹਾ ਤਾਂ ਇਹੀ ਜਾਂਦਾ ਕਿ ਜੇ ਪੁਰਾਣੀਆਂ ਲੀਹਾਂ ਤੇ ਤੁਰੋਗੇ ਤਾਂ ਪੁਰਾਣੇ ਰਿਜ਼ਲਟ ਹੀ ਆਉਣਗੇ, ਨਵੇਂ ਰਿਜ਼ਲਟ ਨਹੀਂ ਆਉਣ ਲੱਗੇ। ਇਹ ਵੀ ਜ਼ਿਆਦਾਤਰ ਕਰਜ਼ੇ ਦੇ ਉੱਤੇ ਡਿਪੈਂਡ ਕਰਦੇ ਪਏ ਨੇ, ਦੇਖੋ ਇਹ ਕਿੱਦਾਂ ਕਰਦੇ ਨੇ। ਖੈਰ ਜਿਹੜਾ ਇਹਨਾਂ ਨੇ ਮਹਿਕਮਾ ਇੱਕ ਸਥਾਨਕ ਸਰਕਾਰਾਂ ਸੈਲਫ ਗਵਰਨਮੈਂਟ ਦਿੱਤਾ ਉਹਨਾਂ ਨੇ ਇੰਦਰਵੀਰ ਨਿੱਜਰ ਨੂੰ, ਔਰ ਉਹ ਡਾਕਟਰ ਨੇ ਖੁਦ, ਔਰ ਉਹ ਚਾਹੁੰਦੇ ਸੀਗੇ ਕਿ ਮੈਨੂੰ ਸਿਹਤ ਦਾ ਮਹਿਕਮਾ ਮਿਲ ਜੇ ਤੇ ਵਧੀਆ। ਪਰ ਚਲੋ ਆ ਜਿਹੜਾ ਮਹਿਕਮਾ ਹੈਗਾ ਇਹ ਲੋਕਲ ਸੈਲਫ ਗਵਰਨਮੈਂਟ ਜਿਹੜਾ ਮਹਿਕਮਾ ਸਥਾਨਕ ਸਰਕਾਰਾਂ ਦਾ, ਇਹ ਵੀ ਬੜਾ ਅਹਿਮ ਭਰਿਆ ਮਹਿਕਮਾ ਹੁੰਦਾ, ਔਰ ਇਹਦੇ 'ਚ ਨਵਜੋਤ ਸਿੱਧੂ ਕੋ ਪਹਿਲਾਂ ਇਹੋ ਸੀਗਾ, ਔਰ ਖਾਸ ਤੌਰ ਤੇ ਉਹ ਵੀ ਅੰਮ੍ਰਿਤਸਰ ਦਾ ਏਰੀਆ ਸੀ, ਉਹਨਾਂ ਕੋਲ ਉੱਥੋਂ ਜਿੱਤੇ ਸੀ, ਇਹਨਾਂ ਨੂੰ ਅੰਮ੍ਰਿਤਸਰ ਨੂੰ ਦੇ ਦਿੱਤਾ ਇਹਨਾਂ ਨੇ। ਇਹ ਵੀ ਸੁਲਝੇ ਹੋਏ ਬੰਦੇ ਆ ਕਿਉਂਕਿ ਇਹਨਾਂ ਨੇ ਬਾਕੀ ਮਹਿਕਮੇ ਵਿੱਚ ਕਾਰਪੋਰੇਸ਼ਨ ਵੀ ਹੈਗੀਆਂ, ਮਿਊਨਿਸਪਲ ਕਾਰਪੋਰੇਸ਼ਨ ਵੀ ਹੈਗੀਆਂ, ਪੰਚਾਇਤਾਂ ਵੀ ਹੈਗੀਆਂ, ਕਈ ਕੁਛ ਉਹਨਾਂ 'ਚ ਆ ਜਾਂਦਾ। ਔਰ ਜੇ ਇਹ ਚੰਗੇ ਤਰੀਕੇ ਨਾਲ ਕੰਮ ਕਰਨਗੇ, ਅੱਛੀਆਂ ਸਕੀਮਾਂ ਬਣਾਉਣਗੇ, ਚੰਗੀਆਂ ਯੋਜਨਾਵਾਂ ਬਣਾ ਲੈਣਗੇ ਤੇ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ, ਕਿਉਂਕਿ ਪੜ੍ਹੇ ਲਿਖੇ ਆ ਔਰ ਕੁਝ ਜਿਹੜੇ ਆ ਖਾਸ ਤੌਰ ਤੇ ਅੰਮ੍ਰਿਤਸਰ ਦਾ ਏਰੀਆ 'ਚ ਰਹੇ ਆ ਇਹਨਾਂ ਨੇ, ਔਰ ਬਾਕੀ ਮਹਿਕਮੇ ਤੇ ਜਿਹੜੇ ਵੰਡੇ ਗਏ ਉਹ ਵੀ ਅੱਛੇ ਜਿਹੜੇ ਲੋਕ ਨੇ, ਪੜ੍ਹੇ ਲਿਖੇ ਆ, ਜਿਨ੍ਹਾਂ ਨੂੰ ਸੂਝ ਹੈਗੀ ਆ ਮਹਿਕਮੇ ਕਰਨਗੇ। ਔਰ ਪਾ ਲਾ ਕੇ ਤੁਸੀਂ ਉਹ ਗੱਲ ਕੀਤੀ ਹੈ ਡਿਲੀਵਰੀ ਜਾਂ ਉਸ ਤੋਂ ਬਾਅਦ ਆਊਟਪੁੱਟ ਕੀ ਹੈ ਔਰ ਕੀ ਸਿੱਟਾ ਨਿਕਲਦਾ ਕਿ ਲੋਕਾਂ ਨੂੰ ਕਿੱਥੋਂ ਤੱਕ ਇਹਨਾਂ ਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਤੇ ਲੋਕ ਕਿੱਥੋਂ ਤੱਕ ਖੁਸ਼ ਹੁੰਦੇ ਆ। ਕਿਉਂਕਿ ਇਸ ਵੇਲੇ ਨਜ਼ਰਾਂ ਇਹਨਾਂ 4 ਜਾਂ 5 ਜਿਹੜੇ ਮਹਿਕਮੇ ਵੰਡੇ ਗਏ ਇਹਨਾਂ 'ਤੇ ਹੈਗੇ, ਕਿਉਂਕਿ ਬੜੇ ਇੰਪੋਰਟੈਂਟ ਮਹਿਕਮੇ ਆ ਜਿਨ੍ਹਾਂ ਨੂੰ ਇਸ ਵੇਲੇ ਇਹਨਾਂ ਨੇ ਪੋਰਟਫੋਲੀਓ ਬਣਾ ਕੇ ਵੰਡ ਦਿੱਤਾ ਇਹਨਾਂ ਮਹਿਕਮਿਆਂ ਨੂੰ, ਮੰਤਰੀਆਂ ਨੂੰ। ਔਰ ਹੁਣ ਦੇਖੋ ਇਹਦੇ ਵਿੱਚ ਕੀ ਸਕੀਮਾਂ ਬਣਦੀਆਂ, ਫਾਈਨਲ ਜਿਹੜਾ ਉਹਨਾਂ ਨਾਲ ਫਿਰ ਸਲਾਹ ਮੁੱਖ ਮੰਤਰੀ ਨਾਲ ਹੀ ਹੋਣੀ ਹੈ, ਉਹਨਾਂ ਨਾਲ ਅਪਰੂਵਲ ਹੋਣੀ ਹੈ। ਔਰ ਬਾਕੀ ਰਹੀ ਗੱਲ ਪੈਸੇ ਦੀ, ਜਿਹੜਾ ਬਜਟ ਉਹਨਾਂ ਦੇ ਕੋਲ ਹੈਗਾ, ਜਿੰਨਾ ਕੁ ਪੈਸਾ ਹੋਊਗਾ, ਜਿੰਨਾ ਕੁ ਮਿਲਿਆ ਉਹਨਾਂ ਨੂੰ ਫੰਡਿੰਗ ਦੇ ਲਿਹਾਜ਼ ਨਾਲ ਹੀ ਹੋਣੀ, ਜਿੰਨੀਆਂ ਸਕੀਮਾਂ ਹੋ ਗਈਆਂ ਤਾਂ ਕਿ ਲੋਕਾਂ ਤੱਕ ਫਾਇਦਾ ਪਹੁੰਚੂਗਾ। ਬਿਲਕੁਲ ਸਹੀ ਗੱਲ ਹੈ, ਜੋ ਮਟੀਰੀਅਲ ਅਵੇਲੇਬਲ ਹੈ ਉਹਨੂੰ ਤੁਸੀਂ ਕਿੱਦਾਂ ਬੈਸਟ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹੋ, ਇਹ ਉਹਨਾਂ ਦੀ ਇੰਟੈਲੀਜੈਂਸ ਹੀ ਰਹੇਗੀ। ਹੁਣ ਜ਼ਰਾ ਆਪਾਂ ਬਾਹਰ ਦੀ ਧਰਤੀ ਤੇ ਵੀ ਗੇੜਾ ਮਾਰ ਆਈਏ ਕਿ ਟੋਰਾਂਟੋ ਦੇ ਵਿੱਚ ਕਰੋਨਾ ਜਦੋਂ ਹੋਇਆ ਹੈ, ਕੋਵਿਡ-19 ਤੋਂ ਬਾਅਦ ਇਹ ਨਵੇਂ ਰੂਲਸ ਆ ਗਏ ਸੀਗੇ ਕਿ ਬੀਅਰਡ ਨਹੀਂ ਹੋਣੀ ਚਾਹੀਦੀ ਸਿਕਿਉਰਿਟੀ ਗਾਰਡਸ ਨੂੰ ਲੈ ਕੇ, ਕਿਉਂਕਿ ਮਾਸਕ ਦਾ ਜ਼ਰਾ ਚੱਕਰ ਸੀ, ਇਹ ਸਭ ਗੱਲਾਂ ਚੱਲਦੀਆਂ ਪਈਆਂ ਸੀ। ਪਰ ਹੁਣ ਇੱਕ ਨਵਾਂ ਰੂਲ ਆਇਆ, ਕਿਉਂਕਿ ਪਿਛਲੇ ਦਿਨੀ ਤੇ ਬਹੁਤ ਮੱਗ ਗਿਆ ਸੀ ਮਾਮਲਾ, ਕਿਉਂਕਿ ਸਿੱਖ ਸਿਕਿਉਰਿਟੀ ਮੈਨ ਕਿੱਥੇ ਜਾਣ ਜਿਨ੍ਹਾਂ ਦੇ ਬੀਅਰਡ ਹੈ। ਸੋ ਇਸ ਵਕਤ ਉਹਨਾਂ ਨੇ ਉਹ ਫੈਸਲੇ ਵਾਪਸ ਲਿੱਤੇ ਨੇ, ਮੁੜ ਤੋਂ ਸਿਕਿਉਰਿਟੀ ਦੇ ਵਿੱਚ ਸਿੱਖ ਜੈਂਟਲਮੈਨ ਆ ਸਕਦੇ ਨੇ ਜਿਨ੍ਹਾਂ ਦੀ ਬੀਅਰਡ ਹੈ। ਸੋ ਇੱਕ ਅੱਛੀ ਮੂਵ ਆ। ਔਰ ਇੰਪਲੋਇਮੈਂਟ ਦੇ ਨਜ਼ਰੀਏ ਨਾਲ ਵੀ ਦੇਖੀਏ ਕਿ ਜਦੋਂ ਤੁਸੀਂ ਭਾਰਤ ਤੋਂ ਜਾਂਦੇ ਹੋ ਵਿਦੇਸ਼ੀ ਧਰਤੀ ਤੇ ਵਸਣ ਵਾਸਤੇ, ਉੱਥੇ ਜਾ ਕੇ ਜਦੋਂ ਤੁਹਾਨੂੰ ਸਿਕਿਉਰਿਟੀ ਦੇ ਵਿੱਚ ਜਾਂ ਹੋਰ ਡਿਪਾਰਟਮੈਂਟਸ ਦੇ ਵਿੱਚ ਜਦੋਂ ਜੌਬਸ ਮਿਲਦੀ ਹੈ ਆਪਣੀ ਕੁਆਲੀਫਿਕੇਸ਼ਨ ਦੇ ਮੁਤਾਬਿਕ, ਆਪਣੇ ਹੁਨਰ ਦੇ ਮੁਤਾਬਿਕ, ਕਾਬਲੀਅਤ ਦੇ ਮੁਤਾਬਿਕ, ਤਾਂ ਤੁਹਾਨੂੰ ਖੁਸ਼ੀ ਹੁੰਦੀ ਹੈ ਕਿ ਜਿਹੜਾ ਮੈਂ ਵਿਦੇਸ਼ੀ ਧਰਤੀ ਤੇ ਆਇਆ, ਕੰਮ ਕਰਨ ਵਾਸਤੇ ਆਇਆ। ਪਰ ਜੇ ਇਦਾਂ ਦੇ ਰੂਲਸ ਆ ਜਾਣ ਕਿ ਤੁਸੀਂ ਦਾੜੀ ਕਿਉਂ ਰੱਖੀ ਹੋਈ ਹੈ, ਤੁਸੀਂ ਇਸ ਤਰ੍ਹਾਂ ਕੰਮ ਨਹੀਂ ਕਰ ਸਕਦੇ, ਠੀਕ ਹੈ ਨਾ, ਉਦੋਂ ਦਿੱਕਤਾਂ ਆਉਂਦੀਆਂ ਨੇ। ਪਰ ਠੀਕ ਆ, ਹੁਣ ਇਹ ਦਿੱਕਤ ਦੂਰ ਹੋਈ ਹੈ, ਇਹ ਕਾਨੂੰਨ ਵਾਪਸ ਆ ਤੇ ਹੁਣ ਇਹ ਦਾੜੀ ਦੇ ਨਾਲ ਸਿੱਖ ਸਿਕਿਉਰਿਟੀ ਗਾਰਡਸ ਕੰਮ ਕਰ ਸਕਣਗੇ। ਹਾਂ, ਇਹ ਹੁਣੇ ਜਿਹੜੀ ਨਵੀਂ ਪਾਲਿਸੀ ਦਿੱਤੀ ਉਹਨਾਂ ਨੇ, ਨਵੇਂ ਆਰਡਰ ਆ ਗਏ ਆ। ਟੋਰਾਂਟੋ ਦੇ ਵਿੱਚ ਸੀਗਾ ਇਹ 19 ਜਿਹੜਾ ਆਪਣਾ ਕਰੋਨਾ ਵਾਇਰਸ 19 ਤੋਂ ਬਾਅਦ ਵਾਇਰਸ ਦੇ ਵਿੱਚ ਜਦੋਂ ਵਾਇਰਸ ਜ਼ਿਆਦਾ ਫੈਲ ਗਿਆ, ਉਹਨਾਂ ਨੇ ਕਿਹਾ ਕਿ ਉਹ ਮਾਸਕ ਬੰਨ੍ਹਣ 'ਚ ਥੋੜ੍ਹੀ ਜਿਹੀ ਉਹ ਪ੍ਰੋਬਲਮ ਆਉਂਦੀ ਹੈ। ਔਰ ਇਹਦੇ 'ਚ ਖਾਸ ਤੌਰ 'ਤੇ ਜਿਹੜੇ ਆ ਸਿੱਖ ਕਮਿਊਨਿਟੀ ਆ ਜਾਂਦੀ ਸੀ, ਮੁਸਲਿਮ ਜਿਹੜੇ ਆ ਉਹ ਵੀ ਦਾੜੀਆਂ ਵਾਲੇ ਸੀਗੇ, ਜਿਹੜੇ ਉਹ ਲੋਕ ਜਿਹੜੇ ਪਾਕਿਸਤਾਨ 'ਚੋਂ ਗਏ ਆ, ਅਫਗਾਨਿਸਤਾਨ 'ਚੋਂ ਗਏ ਲੋਕ ਜਿਹੜੇ ਬਾਹਰਲੇ ਦੇਸ਼ਾਂ 'ਚੋਂ ਆ ਗਏ ਆ। ਔਰ ਉਹ ਇਸ ਤਰ੍ਹਾਂ ਹੋਇਆ ਕਿ ਇਹ ਜ਼ਿਆਦਾਤਰ ਜਿਹੜੇ ਸਿੱਖ ਕਮਿਊਨਿਟੀ ਦੇ ਲੋਕ ਮੁੰਡੇ ਸੀਗੇ ਜਾਂ ਐਕਸ ਸਰਵਿਸਮੈਨ ਸੀਗੇ ਜਿਹੜੇ ਇੱਧਰੋਂ ਆਰਮੀ 'ਚੋਂ ਗਏ, ਇਹ ਤਰਜੀਹ ਸਿਕਿਉਰਿਟੀ ਨੂੰ ਦਿੰਦੇ ਸੀ। ਥੋੜ੍ਹਾ ਜਿਹਾ ਇਹ ਹਾਰਡ 'ਤੇ ਕੰਮ ਹੁੰਦਾ, ਜਿਸ 'ਚ ਕੰਪਨੀਆਂ ਦੇ ਵਿੱਚ ਸਿਕਿਉਰਿਟੀ ਦੇਣੀ ਆ, ਏਅਰਪੋਰਟ ਦੇ ਨੇੜੇ ਦੇਣੀ ਆ, ਜਿਹਦੇ ਵਿੱਚ ਸੈਂਸਿਟਿਵ ਏਰੀਆ 'ਤੇ ਰਾਤ ਦਿਨ ਜਾਗਣਾ, ਉਹ ਖਾਸ ਤੌਰ 'ਤੇ ਉਹੀ ਕਰ ਸਕਦੇ ਆ ਜਿਹੜੇ ਬਿਲਕੁਲ ਲੜਾਕੂ ਹੋਣ, ਜਿਨ੍ਹਾਂ ਦੇ ਮਨ 'ਚ ਥੋੜ੍ਹਾ ਜਿਹਾ ਭੈ ਘੱਟ ਹੋਵੇ, ਔਰ ਉਹ ਲੋਕ ਇਸ ਡਿਊਟੀ ਨੂੰ ਜ਼ਿਆਦਾ ਵਧੀਆ ਕਰ ਸਕਦੇ ਸੀਗੇ। ਔਰ ਖਾਸ ਤੌਰ 'ਤੇ ਇਹਨਾਂ ਨੇ
ਕਿਸੇ ਕਮਿਊਨਿਟੀ ਨੂੰ ਜਾਂ ਇਸ ਨੂੰ ਗੱਲ ਨਹੀਂ ਅੱਗੇ ਨਹੀਂ ਤੋਰਿਆ। ਇਹਨਾਂ ਨੇ ਇਹ ਕਿਹਾ ਸੀਗਾ ਕਿ ਉਦੋਂ ਜਿਹੜਾ ਕਰੋਨਾ ਕਰਕੇ ਪ੍ਰੋਬਲਮ ਆ ਗਈ, ਉਹ ਕਰੋਨਾ ਕਰਕੇ ਇਹਨਾਂ ਨੇ ਕਿਹਾ ਕਿ ਰੋਕ ਲਿਆ ਸੀ ਇਸੇ ਕਰਕੇ। ਫਿਰ ਹੁਣ ਦੁਬਾਰਾ ਇਹਨਾਂ ਇਹ 'ਤੇ ਲੀਨੀਅਟ ਹੋ ਗਿਆ, ਉਹਨੂੰ ਓਪਨ ਕਰ ਦਿੱਤਾ। ਮਤਲਬ ਉਹਨਾਂ ਨੂੰ ਇਹ ਪਤਾ ਸੀਗਾ ਕਿ ਐਕਚੁਅਲੀ ਧਾਰਮਿਕ ਸੈਂਟਰ ਕਰ ਸਕਦਾ ਉਹਦੇ ਨਾਲ। ਬਿਲਕੁਲ ਧਾਰਮਿਕ ਭਾਵਨਾਵਾਂ ਦਾ ਵੀ ਇਹਨਾਂ ਨੇ ਖਿਆਲ ਰੱਖਿਆ ਹੈ, ਕਿਉਂਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਨੇ। ਸਾਡੀ ਆਈਡੈਂਟੀਟੀ ਦਾ ਸਵਾਲ ਹੋ ਜਾਂਦਾ, ਤਾਂ ਆਈਡੈਂਟੀਟੀ ਨੂੰ ਸਾਹਮਣੇ ਰੱਖ ਕੇ ਇੱਕ ਵਧੀਆ ਫੈਸਲਾ ਲਿਆ। ਸੋ ਦੂਜੀ ਗੱਲ, ਅਮਰੀਕਾ ਦੇ ਵਿੱਚ ਫਿਰ ਤੋਂ ਉਹ ਫਾਇਰਿੰਗ ਦਾ ਜੋ ਮਸਲੇ ਨੇ, ਫਾਇਰਿੰਗ ਦੀ ਜੋ ਗੱਲਬਾਤ ਹੈ, ਉਹ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਕਿ ਇੰਡੀਪੈਂਡੈਂਸ ਡੇ ਦੇ ਉੱਤੇ ਵੀ ਫਾਇਰਿੰਗ ਹੋਈ, ਹੋਰ ਵੀ ਕਈ ਥਾਵਾਂ ਤੇ ਹੋਈ। ਹਾਲਾਂਕਿ ਕਾਨੂੰਨ ਵੀ ਸਖਤ ਪਾਸ ਹੋਏ ਨੇ, ਫਿਰ ਵੀ ਇਹ ਸਭ ਜੋ ਪੁਰਾਣੀ ਰੀਤ ਚੱਲੀ ਆ ਰਹੀ ਹੈ ਕਿ ਸਭ ਦੇ ਕੋਲ ਹਥਿਆਰ ਨੇ, ਹਥਿਆਰ ਰੱਖਣ ਦਾ ਸ਼ੌਕ ਹੈ, ਔਰ ਕੰਪਨੀਆਂ ਜਿਵੇਂ ਐਡਵਰਟੀਜ਼ਮੈਂਟ ਕਰਦੀਆਂ ਨੇ, ਜਿਹੜੀਆਂ ਹਥਿਆਰ ਬਣਾਉਂਦੀਆਂ ਨੇ ਕਿ ਹਥਿਆਰ ਰੱਖਣਾ ਮੈਨਹੁੱਡ ਦੀ ਨਿਸ਼ਾਨੀ ਹੈ, ਮਰਦਾਨਗੀ ਦੀ ਨਿਸ਼ਾਨੀ ਹੈ। ਕਿਤੇ ਸ਼ੌਕ ਆ ਗਿਆ, ਕਿਤੇ ਮਰਦਾਨਗੀ ਦੀ ਨਿਸ਼ਾਨੀ ਆ ਗਈ। ਔਰ ਜਿਹੜੇ ਰੂਲਸ ਨੇ ਉਹ ਵੀ ਇਲਾਸਟਿਕ ਨੇ, ਮਤਲਬ ਉਹਦੇ 'ਚ ਵੀ ਫਲੈਕਸੀਬਿਲਿਟੀ ਆ, ਲਚੀਲੇ ਰੂਲ ਨੇ, ਇਸ ਕਰਕੇ ਵੀ ਇਹ ਦਿੱਕਤ ਆ ਰਹੀ ਹੈ। ਖੈਰ ਐਡਮਿਨਿਸਟ੍ਰੇਸ਼ਨ ਇਸ ਵੱਲ ਕਾਫੀ ਧਿਆਨ ਦੇ ਰਹੀ ਹੈ, ਪਰ ਮਾਮਲੇ ਆਪਣੀ ਜਗ੍ਹਾ ਨੇ, ਜਾਨਾਂ ਵੀ ਜਾ ਰਹੀਆਂ ਨੇ ਅਮਰੀਕਨਸ ਦੀਆਂ। ਇਹ ਖਾਸ ਤੌਰ ਤੇ ਚਿੰਤਾ ਦਾ ਵਿਸ਼ਾ ਹੈ, ਖਾਸ ਕਰਕੇ ਜੋ ਪ੍ਰਵਾਸੀ ਭਾਰਤੀ ਨੇ ਉਹ ਵੀ ਇਸ ਚੀਜ਼ ਨੂੰ ਬੜਾ ਮਤਲਬ ਚਿੰਤਾ ਦੇ ਤੌਰ ਤੇ ਲੈਂਦੇ ਨੇ। ਸਮੱਸਿਆ ਤੇ ਹੈ ਹੀ ਹੈ। ਹਾਂ, ਇਹ ਅਸਲ 'ਚ ਅੱਜ ਦਾ ਨਹੀਂਗਾ, ਅਮਰੀਕਾ ਦੇ ਬੜੇ ਪੁਰਾਣੇ ਟਾਈਮ ਤੋਂ ਉੱਥੇ ਨਾ ਇੱਦਾਂ ਦੇ ਗੋਲਾ ਬਰੂਦ ਔਰ ਬੰਬਾਰੀ ਔਰ ਜਿਹੜੇ ਗਨ ਕਲਚਰ ਆ ਉਹ ਤੁਰਿਆ ਆ ਰਿਹਾ। ਹਾਲਾਂਕਿ ਇਹਨਾਂ ਨੇ ਵਾਈਟ ਹਾਊਸ ਮਿਲ ਕੇ ਦੋਨਾਂ ਪਾਰਟੀਆਂ ਨੇ ਉਹਨੂੰ ਰੋਕਿਆ ਗਿਆ ਕਿ ਜਿਹੜੀ ਗਨ ਖਰੀਦਣੀ ਆ ਉਹਦੀ ਉਮਰ ਜਿਹੜੀ 18 ਤੋਂ 21 ਸਾਲ ਦੇ ਵਿੱਚ ਹੋਣੀ ਚਾਹੀਦੀ, ਇਹਦੇ ਉੱਪਰ ਥੱਲੇ ਨਹੀਂ ਲੈ ਸਕਦੇ। ਔਰ ਕਈ ਵਾਰੀ ਜਿਹੜੇ ਅਲੜ ਉਮਰ ਦੇ ਮੁੰਡੇ ਲੈ ਕੇ ਵੀ ਸਕੂਲਾਂ ਦੇ ਵਿੱਚ ਕਿੰਨੀਆਂ ਇਹਨਾਂ ਨੇ ਗੋਲੀਆਂ ਚਲਾ ਕੇ ਕਿੰਨੇ ਮੁੰਡੇ ਮਾਰ ਦਿੱਤੇ, ਫੱਟੜ ਕਰ ਦਿੱਤੇ। ਔਰ ਉਹਦੇ 'ਚ ਇਹਨਾਂ ਨੇ ਇਹ ਵੀ ਕਿਹਾ ਗਿਆ ਕਿ ਜਿਹੜੇ ਬੱਚੇ ਜਾਂ ਮੁੰਡੇ ਅੱਗੇ ਆ ਰਹੇ ਨੇ ਉਹਨਾਂ ਨੂੰ ਜਦੋਂ ਫੜਦੇ ਉਹਨਾਂ ਨੂੰ ਪਨਿਸ਼ਮੈਂਟ ਤਰੀਕੇ ਨਾਲ ਉਹਨਾਂ ਦੀ ਸਖਤ ਤੋਂ ਸਖਤ ਦਿੱਤੀ ਜਾਵੇ। ਇਹਦੇ ਲਈ ਵੀ ਬਾਈਡਨ ਥੋੜ੍ਹਾ ਜਿਹਾ ਸਖਤ ਹੋ ਗਿਆ ਸੀਗਾ। ਔਰ ਹੁਣ ਤੱਕ ਇਹ ਜਿਹੜੇ ਅਜੇ ਵੀ ਜਦੋਂ ਕੋਈ ਇਨਸੀਡੈਂਟ ਜਾਂ ਕੋਈ ਹਾਦਸਾ ਹੁੰਦਾ, ਦਿਨ ਬ ਦਿਨ ਇੱਦਾਂ ਦਾ ਹੁੰਦਾ ਕਿ ਉਹਦੇ 'ਚ ਬੜਾ ਖੂਨ ਖਰਾਬਾ ਹੁੰਦਾ। ਹੁਣੇ ਜਿੱਦਾਂ ਤੁਸੀਂ ਦੱਸਿਆ ਜਿਹੜੀ ਪਰੇਡ ਹੋ ਰਹੀ ਸੀਗੀ ਆਜ਼ਾਦੀ ਦੇ ਨਾਲ ਸੰਬੰਧਿਤ, ਉਹਦੇ ਵਿੱਚ ਇਹਨਾਂ ਨੇ ਫਿਰ ਉਸੇ ਤਰ੍ਹਾਂ ਦੀ ਗੋਲਾ ਬਰੂਦ ਚਲਾਇਆ ਔਰ ਉਹਦੇ ਨਾਲ ਹੀ ਹੋਇਆ। ਇਹ ਕੋਈ ਬਹੁਤੀ ਵੱਡੀ ਮਰਦਾਨਗੀ ਦੀ ਗੱਲ ਨਹੀਂ ਗਿਣੀ ਜਾਂਦੀ, ਇਹ ਥੋੜ੍ਹੀ ਜਿਹੀ ਇਹਦੇ 'ਚ ਮੂਰਖਤਾ ਵੀ ਹੁੰਦੀ ਹੈ ਇਹਦੇ 'ਚ, ਜਾਂ ਇੱਕ ਸਟੇਟ ਆਫ ਮਾਈਂਡ ਵੀ ਗਲਤ ਹੋ ਜਾਂਦਾ। ਉਦੋਂ ਸੋਚਦੇ ਨਹੀਂਗੇ। ਹਾਲਾਂਕਿ ਜਿਹੜੀ ਗੌਰਮੈਂਟ ਹੈ ਇਹ ਬੰਦਾ ਉੱਥੇ ਅਮਰੀਕਾ 'ਚ ਛੇਤੀ ਮਰ ਨਹੀਂ ਦਿੰਦੀ। ਜਿੱਦਾਂ ਕੋਈ ਬਲੱਡ ਸ਼ੈਡ ਹੋ ਗਈ ਜਾਂ ਬੰਦਾ ਮਰ ਗਿਆ ਜਾਂ ਇਸੇ ਦੁੱਖ ਦੇ ਮਾਰੇ ਉਹਨਾਂ ਨੇ ਅਫਗਾਨਿਸਤਾਨ ਛੱਡ ਦਿੱਤਾ, ਇਹ ਆਰਮੀ ਨੂੰ ਉੱਥੋਂ ਵਿਡਰਾ ਕਰ ਲਿਆ ਸੀਗਾ। ਇਹ ਜ਼ਮੀਨੀ ਲੜਾਈ ਖਾਸ ਤੌਰ 'ਤੇ ਨਹੀਂ ਲੜਦੇ, ਬਾਕੀ ਜਿਹੜੇ ਵਾਰੀਅਰ ਜਿਹੜੇ ਇੱਧਰ ਦੇ ਅਫਗਾਨੀ ਹੈਗੇ, ਪਠਾਨ ਹੈਗੇ, ਬਲੋਚ ਹੈਗੇ ਲੜਦੇ ਆ। ਪਰ 2 ਵਾਰੀ ਇਹਨਾਂ ਨੇ ਉੱਥੇ ਕਬਜ਼ਾ ਕਰਨਾ ਚਾਹਿਆ, ਪਰ ਉਹ ਲੋਕ ਮਾਟਰ ਗੰਨਾਂ ਵੀ ਚਲਾਉਂਦੇ ਆ, ਬੜਾ ਕੁਝ ਚਲਾਉਂਦੇ ਆ ਔਰ ਜ਼ਮੀਨੀ ਲੜਾਈ ਲੜਦੇ। ਇਹ ਏਰੋ ਅਟੈਕ ਉੱਪਰੋਂ ਜ਼ਿਆਦਾ ਲੜਦੇ ਆ। ਔਰ ਆਹ ਜਿਹੜੀ ਜ਼ਮੀਨੀ ਲੜਾਈ ਹੈ ਇਹਨਾਂ ਦੀ ਆਪਣੀ ਹੈ, ਇਹਨਾਂ ਦੇ ਆਪਣੇ ਬੱਚੇ ਆਪਣੀ ਇੰਸਟੀਟਿਊਸ਼ਨ ਆ, ਔਰ ਜਿੱਥੇ ਪੜ੍ਹਦੇ ਆ ਜਾਂ ਜਿਹੜੀਆਂ ਸਕੂਲ ਕਾਲਜ ਆ ਜਿੱਥੇ ਖੁੱਲ੍ਹੇ ਹੁੰਦੇ ਉੱਥੇ ਐਂਟਰੀ ਕਰਕੇ ਗੋਲੀ ਚਲਾ ਦਿੰਦੇ। ਬਿਲਕੁਲ ਜੀ, ਇਹ ਨਾ ਜੋ ਸੋਸ਼ਲ ਸਾਇੰਟਿਸਟ ਨੇ ਉਹ ਇਹ ਮੰਨਦੇ ਨੇ ਕਿ ਇੱਕ ਸਮਾਜਿਕ ਸਮੱਸਿਆ ਹੈ ਔਰ ਇਹਦੇ ਵਾਸਤੇ ਕਾਉਂਸਲਿੰਗ ਦੀ ਵੀ ਲੋੜ ਹੈ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ, ਕਿਉਂਕਿ ਉਹਨਾਂ ਦਾ ਮਾਈਂਡਸੈਟ ਕਿੱਦਾਂ ਦਾ ਹੈ ਔਰ ਕਿਹੜੀਆਂ ਫਿਲਮਸ ਦੇਖਦੇ ਨੇ, ਉਹ ਕਿੱਦਾਂ ਦੀਆਂ ਕੰਪਿਊਟਰ ਗੇਮਸ ਖੇਡਦੇ ਨੇ। ਕਿਉਂਕਿ ਅਸੀਂ ਦੇਖਦੇ ਹਾਂ ਕਿ ਜਿਵੇਂ ਵੀਡੀਓ ਗੇਮਸ ਦੇ ਵਿੱਚ ਗੋਲੀਆਂ ਨਹੀਂ ਚੱਲਦੀਆਂ, ਉੱਦਾਂ ਸੜਕਾਂ ਦੇ ਉੱਤੇ ਗੋਲੀਆਂ ਚਲਾ ਰਹੇ ਨੇ ਲੋਕ। ਸੋ ਜਦੋਂ ਵੀ ਘਟਨਾ ਹੁੰਦੀ ਹੈ ਅੰਨ੍ਹੇਵਾਹ ਫਾਇਰਿੰਗ ਹੁੰਦੀ ਹੈ, ਉਹ ਜਿਸ ਤਰ੍ਹਾਂ ਵੀਡੀਓ ਗੇਮਸ ਦੇ ਵਿੱਚ ਖੇਡਦੇ ਹੋਏ ਫਾਇਰਿੰਗ ਹੁੰਦੀ ਹੈ। ਸੋ ਕਈ ਵਾਰ ਇਹ ਵੀ ਸੋਸ਼ਲ ਸਾਇੰਟਿਸਟ ਮੰਨਦੇ ਨੇ ਕਿ ਇਹ ਦਿਮਾਗ ਦੇ ਉੱਤੇ ਉਹ ਅਕਸ ਬਣਿਆ ਰਹਿੰਦਾ ਹੈ, ਉਹ ਪ੍ਰਭਾਵ ਬਣਿਆ ਰਹਿੰਦਾ, ਜਿਸ ਕਰਕੇ ਇਹ ਸਭ ਕੁਝ ਹੋ ਰਿਹਾ। ਖੈਰ ਪਰ ਪਹਿਲਾਂ ਬਹੁਤ ਇੱਥੇ ਓਪਨ ਸੀਗਾ। ਓਪਨ ਇਸ ਤਰ੍ਹਾਂ ਦਾ ਸੀਗਾ ਕਿ ਜਿੱਥੇ ਬਣਦੀਆਂ ਨਾ ਗੰਨਾਂ ਜਾਂ ਬੰਦੂਕਾਂ ਬਣਦੀਆਂ, ਉਹ ਏਜੰਸੀਆਂ ਜਾਂ ਉਹ ਬਣਾਉਣ ਵਾਲੇ ਬਿਲਕੁਲ ਓਪਨ ਖੁੱਲ੍ਹੇ ਸੀ, ਕਿਤੇ ਲੈਣ ਵਾਲੇ ਵੀ ਆਪਣੇ ਆਪ ਆਉਂਦੇ। ਹਰ ਬੰਦਾ ਹੀ ਖਰੀਦੀ ਫਿਰਦਾ ਸੀ, ਹਰ ਜਗ੍ਹਾ ਲਈ ਫਿਰਦੇ ਸੀ, ਕਿਉਂਕਿ ਇੱਦਾਂ ਜਦੋਂ ਓਪਨ ਹੁੰਦਾ ਤਾਂ ਖਿਡੌਣਿਆਂ ਦੀ ਤਰ੍ਹਾਂ ਲਈ ਫਿਰਦੇ ਆ। ਜਦੋਂ ਆਉਂਦੇ ਨਾ ਖਿਡੌਣਾ ਕਿਸੇ ਅਣਜਾਣ ਕੋ ਮਾੜਾ ਹੁੰਦਾ, ਬੰਦੂਕ ਬਾਂਦਰ ਕੋ ਮਾੜੀ ਹੁੰਦੀ। ਜਦੋਂ ਬੰਦੂਕ ਬਾਂਦਰ ਕੋ ਆ ਗਈ ਤਾਂ ਉਹਨੇ ਪਤਾ ਨਹੀਂ ਕਿਧਰ ਨੂੰ ਚਲਾਈ ਜਾਣੀ ਹੈ। ਜਿਹੜਾ ਇਸ ਤਰ੍ਹਾਂ ਦਾ ਸ਼ਰਾਰਤੀ ਦਿਮਾਗ, ਉਹਦੇ ਕੋਲ ਵੈਪਨ ਜਿਹੜਾ ਉਹ ਖਤਰਨਾਕ ਹੈ, ਕਿਸੇ ਵੇਲੇ ਕਿਸੇ ਦੇ ਵੱਲ ਮੂੰਹ ਕਰਕੇ ਕਰ ਦੂਗਾ। ਪੰਜਾਬ 'ਚ ਦੇਖ ਲਓ ਕਈ ਇਸ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ, ਜਦੋਂ ਵਿਆਹ ਹੁੰਦੇ ਆ ਡੀਜੇ 'ਚ ਡਾਂਸ ਹੁੰਦਾ, ਉਹ ਹਵਾਈ ਫਾਇਰ ਹੁੰਦਾ, ਹਵਾਈ ਫਾਇਰ ਨਾਲ ਥੱਲੇ ਜਿਹੜੇ ਬੈਠੇ ਖੜੇ ਆ ਜਾਂ ਬੈਠੇ ਛੱਤ 'ਤੇ ਬੈਠੇ ਆ ਉਹਨਾਂ ਨੂੰ ਫੱਟੜ ਕਰ ਦਿੰਦੇ ਆ, ਕਿਉਂਕਿ ਉਦੋਂ ਜਾਂ ਤਾਂ ਉਹ ਕਿਤੇ ਕਿਸੇ ਨਸ਼ੇ ਦੇ ਪ੍ਰਭਾਵ ਥੱਲੇ ਹੁੰਦੇ ਆ, ਜਾਂ ਸਟੇਟ ਆਫ ਮਾਈਂਡ ਥੋੜ੍ਹੀ ਜਿਹੀ ਇੱਦਾਂ ਦੀ ਹੁੰਦੀ, ਜਾਂ ਖੁਸ਼ੀ 'ਚ ਫਾਇਰ ਕਰ ਦਿੰਦੇ ਆ। ਇਹ ਹੁਣ ਇੱਥੇ ਵੀ ਜਿਹੜਾ ਅਮਰੀਕਾ 'ਚ ਇਹ ਕਲਚਰ ਡਿਵੈਲਪ ਹੋ ਗਿਆ, ਇਹਦੇ 'ਚ ਵੀ ਅੰਡਰ ਏਜ ਵਾਲੇ ਮੁੰਡੇ ਜ਼ਿਆਦਾ ਵਾ, ਜਿਹੜੇ ਜਵਾਨ ਏਜ ਵਾਲੇ ਆ, ਜਿਹੜੇ ਅਪਰ ਏਜ ਆ, ਜਿਹੜੇ ਬਜ਼ੁਰਗ ਨੇ ਜਾਂ ਮੈਚਿਓਰ ਹੈ, ਉਹ ਇਹ ਕੰਮ 'ਚ ਨਹੀਂ ਹੈਗੇ। 23-24 ਤੱਕ ਮਤਲਬ ਇਹ ਕੰਮ 'ਚ ਆਉਂਦਾ।
ਟੀਨੇਜ ਤੋਂ ਲੈ ਕੇ 24-25 ਸਾਲ ਤੱਕ, ਇਸ ਤੋਂ ਵੱਧ ਨਹੀਂ। ਹੁਣ ਆਪਣੇ ਵੀ ਜਿਹੜੇ ਗੈਂਗ ਐਡਵੈਂਚਰ, ਐਕਸਾਈਟਮੈਂਟ ਚਾਹੀਦੀ ਲਾਈਫ, ਕਲਚਰ ਆ ਜਿਹੜਾ ਇੱਥੇ ਡਿਵੈਲਪ ਹੋ ਗਿਆ, ਜਿਹਦੇ 'ਚ ਮੁੰਡੇ ਗੈਂਗਸਟਰ ਬਣੇ ਫਿਰਦੇ ਆ, ਸਾਰਾ ਕੁਝ ਹੈਗਾ, ਉਹ 30 32 35 25 ਸਾਲ ਦੇ ਵਿੱਚ ਹੀ ਹੈਗੇ ਆ। ਪਰ ਜਿਹੜੇ ਏਜ ਆ ਉਹ ਸਿਆਣੇ ਹੋ ਜਾਂਦੇ ਆ, ਉਹ ਥੋੜਾ ਜਿਹਾ ਆਪਣੇ ਆਪ ਨੂੰ ਮੈਚੁਰਿਟੀ ਆ ਜਾਂਦੀ ਉਹਨਾਂ ਦੇ ਅੰਦਰ, ਫਿਰ ਉਹ ਕੋਈ ਖੂਨ ਖਰਾਬਾ ਕਰਨ ਤੋਂ ਝਿਜਕਦੇ ਆ, ਕਰਦੇ ਵੀ ਨਹੀਂ, ਉਹਨਾਂ ਦੇ ਅੰਦਰ ਕਈ ਸੋਚਾਂ ਆ ਜਾਂਦੀਆਂ। ਇਹ ਇੱਕ ਉਮਰ ਇਦਾਂ ਦੀ ਹੁੰਦੀ ਹੈ, ਉਡਾਰੂ ਉਮਰ ਹੁੰਦੀ ਹੈ, ਇਹ ਆਕਾਸ਼ ਵੱਲ ਹੀ ਉੱਡਦੇ ਆ, ਥੱਲੇ ਜ਼ਮੀਨ ਨਾਲ ਵੇਂਦੇ ਨਹੀਂ ਹੈਗੇ, ਇਹ ਨਹੀਂ ਵੇਂਦੇ ਕਿ ਹੋਰ ਵੀ ਦੁਨੀਆ ਵਸ ਰਹੀ ਹੈ। ਸਹੀ ਗੱਲ ਇਹ ਇਸ ਤਰ੍ਹਾਂ ਦੀ ਉਡਾਰੀ ਮਾਰਦੇ ਆ ਕਿ ਸਾਰਿਆਂ ਨੂੰ ਇੱਧਰ ਉੱਧਰ ਕਰ ਦਿੰਦੇ ਆ, ਤੈਸ਼ ਨੈਸ਼ ਕਰ ਦਿੰਦੇ ਆ, ਹਿੰਸਕ ਘਟਨਾਵਾਂ ਹੁੰਦੀਆਂ। ਖੈਰ ਇਹ ਗੱਲ ਕਾਫੀ ਚਿੰਤਾ ਦਾ ਵਿਸ਼ਾ ਹੈ ਅਮਰੀਕਨ ਸਮਾਜ ਵਾਸਤੇ। ਜਿਹੜੀ ਤੁਸੀਂ ਆ ਵਿਆਹਾਂ ਦੀ ਗੱਲ ਕੀਤੀ ਹੈ ਨਾ, ਪੰਜਾਬ ਦੇ ਵਿੱਚ ਵੀ ਜਿਹੜੀਆਂ ਫਾਇਰਿੰਗ ਕਰਦੇ ਨੇ, ਇੱਕ ਵਾਰੀ ਤਾਂ ਉਹ ਸਾਰਾ ਟੈਂਟ ਹੀ ਉਹਨਾਂ ਨੇ ਮਾਰ ਕੇ ਗੋਲੀਆਂ ਛਲਣੀ ਕਰਕੇ ਰੱਖ ਦਿੱਤਾ, ਬਾਅਦ ਵਿੱਚ ਫਿਰ ਪੈਸੇ ਭਰਨੇ ਪਏ। ਇਦਾਂ ਦੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ। ਪੱਟੀ ਦੇ ਨੇੜੇ ਆਲੇ ਦੁਆਲੇ ਹੋਇਆ, ਮੁੰਡੇ ਵਿਆਹ ਵੇਖ ਰਹੇ ਸੀ, ਉਹਦੇ ਵਿੱਚ ਚੂਸਲੇਵਾੜ ਪਿੰਡ ਹੈਗਾ, ਉੱਥੇ ਉਹ ਮੁੰਡਾ ਫੱਟੜ ਕਰਕੇ ਸਿਰ 'ਚ ਗੋਲੀ ਮਾਰੀ ਉਹਦੇ। ਔਰ ਦੇਖੋ ਉਹ ਖੁਸ਼ੀ ਹੈ, ਖੁਸ਼ੀ ਦਾ ਮੌਕਾ ਜਿਹੜਾ ਗਮੀ 'ਚ ਬਦਲ ਦਿੰਦਾ, ਇੱਕਦਮ ਹੀ ਕੀ ਕੁਛ ਹੋ ਜਾਂਦਾ। ਬਿਲਕੁਲ। ਸੋ ਅਗਲੀ ਨਿਊਜ਼ ਆਪਾਂ ਲੈਨੇ ਆਪਾਂ, ਇੱਕ ਐਂਕਰ ਹੈਗੇ ਨੇ ਜੀ ਰੋਹਿਤ ਰੰਜਨ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਕਿਉਂਕਿ ਰਾਹੁਲ ਗਾਂਧੀ ਜੋ ਕਾਂਗਰਸ ਪਾਰਟੀ ਦੇ ਨੇ ਜੀ ਨੇਤਾ ਨੇ, ਬੜੇ ਹੈਵੀ ਵੇਟ ਨੇਤਾ ਨੇ, ਔਰ ਉਹਨਾਂ ਦੇ ਖਿਲਾਫ ਕੋਈ ਟਿੱਪਣੀਆਂ ਹੋਈਆਂ। ਇਹਨਾਂ ਵੇਟ ਹੈਵੀ ਨਹੀਂ ਉਹਨਾਂ ਦਾ, ਉਹ ਜਿਹੜਾ ਉਪਾਧੀ ਵੱਡੀ ਹੈ, ਅਸੀਂ ਹੈਵੀ ਵੇਟ ਹੀ ਕਹਿ ਦਿੰਦੇ ਆ। ਖੈਰ ਉਹਨਾਂ ਦੇ ਖਿਲਾਫ ਕੋਈ ਟਿੱਪਣੀਆਂ ਹੋਈਆਂ ਤੇ ਇਸ ਕਰਕੇ ਰੋਹਿਤ ਰੰਜਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਹੁਣ ਇਹ ਗੱਲ ਮਾਮਲਾ ਪ੍ਰੈਸ ਦਾ ਹੈ। ਹੁਣ ਪ੍ਰੈਸ ਦੀ ਜਿਹੜੀ ਫਰੀडम ਹੈ ਉਹਦੇ ਉਸੇ ਕੁਐਸਚਨ ਮਾਰਕ ਹੈ, ਜਾਂ ਵਾਕਈ ਕੋਈ ਐਸੀਆਂ ਸੀਰੀਅਸ ਟਿੱਪਣੀਆਂ ਕੀਤੀਆਂ ਗਈਆਂ ਜੋ ਪ੍ਰੈਸ ਦੀ ਮਰਿਆਦਾ ਤੋਂ ਬਾਹਰ ਜਾਂਦੀਆਂ ਨੇ। ਇਹ ਕਈ ਗੱਲਾਂ ਰਲਵੇਂ ਮਿਲਵੇਂ ਸਭ ਦੇ ਵਿਚਾਰ ਬਣਦੇ ਪਏ ਨੇ, ਪਰ ਹਜੇ ਐਗਜ਼ੈਕਟਲੀ ਕੀ ਪੋਜੀਸ਼ਨ ਹੈ ਹਜੇ ਕਲੀਅਰ ਨਹੀਂ ਹੋ ਰਹੀ। ਹਾਂ, ਇਹ ਜ਼ਿਆਦਾ ਪ੍ਰੈਸ ਵੱਲੋਂ ਹੀ ਹੈ ਕਿ ਇਹ ਵੈਸੇ ਹੈਗਾ ਕਿ ਆਪਣੇ ਸੰਵਿਧਾਨ 'ਚ ਜਿਹੜੀ ਪ੍ਰੈਸ ਨੂੰ ਆਜ਼ਾਦੀ ਦਿੱਤੀ ਗਈ ਹੈ, ਫੰਡਾਮੈਂਟਲ ਰਾਈਟਸ ਹੈ ਕਿ ਜੋ ਮਰਜ਼ੀ ਬੋਲ ਸਕਦੇ ਹਾਂ ਅਸੀਂ, ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਾਂ। ਪਰ ਜਿਹੜਾ ਸ਼ਰਾਰਤੀ ਲਹਿਜੇ ਨਾਲ ਜਿਹੜਾ ਕਰਨਾ, ਜਾਂ ਉਹਨੂੰ ਤਰੋੜ ਮਰੋੜ ਕੇ, ਜਾਂ ਉਹਨੂੰ ਉਸ ਤਰ੍ਹਾਂ ਪੇਸ਼ ਨਹੀਂ ਕਰਨਾ ਜਿਸ ਤਰ੍ਹਾਂ ਪੇਸ਼ ਕਰਨਾ ਚਾਹੀਦਾ, ਉਹ ਫਿਰ ਥੋੜ੍ਹਾ ਜਿਹਾ ਲੋਕਾਂ ਦੀ ਨਜ਼ਰ 'ਚ ਆ ਜਾਂਦਾ। ਕਿਉਂਕਿ ਰਾਹੁਲ ਗਾਂਧੀ ਦਾ ਜਿਹੜਾ ਬਿਆਨ ਸੀਗਾ ਉਹਨੂੰ ਉਹ ਐਜ਼ ਸੱਚ ਨਹੀਂ ਰਿਹਾ ਜਿਸ 'ਚ ਉਹਨਾਂ ਨੇ ਬੋਲਿਆ ਵਾ। ਜਦੋਂ ਉਹਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਪੇਸ਼ ਕੀਤਾ, ਔਰ ਉਹਦੇ ਵਿੱਚ ਇਹਨਾਂ ਨੇ ਉਹਨੂੰ ਫੈਕਟ ਦੇ ਲਿਹਾਜ਼ ਨਾਲ ਨਹੀਂ ਕੀਤਾ, ਉਹਦੇ ਵਿੱਚ ਕਈ ਊਣਤਾਈਆਂ ਨਜ਼ਰ ਆਈਆਂ ਲੋਕਾਂ ਨੂੰ, ਔਰ ਲੋਕਾਂ ਨੇ ਉਹਦਾ ਕ੍ਰਿਟਿਸਾਈਜ਼ ਕੀਤਾ, ਆਲੋਚਨਾ ਕੀਤੀ ਹੈ। ਔਰ ਉਹਦੇ 'ਚ ਜਿਹੜੀ ਰੂਲਿੰਗ ਪਾਰਟੀ ਹੈ ਉਹਨੇ ਵੀ ਇਹਦੇ 'ਚ ਫੇਵਰੇਬਲ ਰਹੀ ਹੈ ਕਿ ਗਲਤ ਕੰਮ ਹੋਇਆ, ਕਿਉਂਕਿ ਉਹਨਾਂ ਇਹ ਨਹੀਂ ਦੇਖਿਆ ਕਿ ਸਾਡੀ ਦੂਜੀ ਵਿਰੋਧੀ ਪਾਰਟੀ ਦੇ ਨੇਤਾ ਨੇ ਰਾਹੁਲ ਗਾਂਧੀ ਜੀ, ਤੇ ਉਹਨਾਂ ਨੂੰ ਇਸ ਤਰ੍ਹਾਂ ਨਾ ਨਜਿੱਠਿਆ ਜਾਵੇ। ਉਹਨਾਂ ਨੇ ਫੇਵਰੇਬਲ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਕਿ ਇਹਨੂੰ ਇਹਦੇ 'ਤੇ ਧਾਰਾ ਲੱਗਣੀ ਚਾਹੀਦੀ ਹੈ, ਇਹਨੂੰ ਅਰੈਸਟ ਕਰਨਾ ਚਾਹੀਦਾ। ਉਹਨੂੰ 2 ਸਟੇਟਾਂ ਦੀ ਪੁਲਿਸ ਨੇ ਇਕੱਠੀ ਹੋ ਕੇ ਅਰੈਸਟ ਕਰ ਲਿਆ ਉਹਦੇ, ਪਰ ਉਹਨੇ ਫਿਰ ਉੱਥੇ ਅਨਾਊਂਸਮੈਂਟ ਕੀਤੀ ਹੈ ਕਿ ਮੈਨੂੰ ਇਹਨਾਂ ਨੇ ਇੱਕਦਮ ਅਰੈਸਟ ਕਰ ਲਿਆ, ਜਦੋਂ ਕਿ ਮੇਰਾ ਇਹਦੇ ਨਾਲ ਕੋਈ ਵਾਸਤਾ ਨਹੀਂ ਗਾ, ਮੈਂ ਬੋਲਿਆ ਨਹੀਂ। ਪਰ ਉਹ ਵੀਡੀਓ ਜਿਹੜੀ ਹੈ ਉਹ ਸ਼ਰੇਆਮ ਨਜ਼ਰ ਆ ਰਹੀ ਹੈ, ਜਿੱਥੇ ਉਹਨਾਂ ਨੇ ਵੀਡੀਓ 'ਤੇ ਬੋਲਿਆ। ਔਰ ਜਿਸ ਤਰ੍ਹਾਂ ਅੱਗੇ ਗੱਲ ਹੋਈ ਸੀ ਨਾ, ਜਿਹੜਾ ਪਤਾ ਲੱਗਿਆ ਸੀ ਨੂਪੁਰ ਜਿਹੜੀ ਸ਼ਰਮਾ, ਉਹ ਰੌਲਾ ਪਿਆ ਸੀਗਾ, ਜਦੋਂ ਅਜੇ ਤੱਕ ਉਹ ਠੰਡਾ ਨਹੀਂ ਹੋਇਆ, ਉਹ ਉਸੇ ਤਰ੍ਹਾਂ ਉੱਥੇ ਠੰਡੇ ਬਸੇ 'ਚ ਨਹੀਂ, ਉਸੇ ਤਰ੍ਹਾਂ ਚੱਲ ਰਿਹਾ। ਉਹ ਕੋਰਟ ਦੇ ਵਿੱਚ ਵੀ, ਔਰ ਸੁਪਰੀਮ ਕੋਰਟ ਨੇ ਕਿਹਾ ਕਿ ਧਮਕੀਆਂ ਵੀ ਮਿਲਦੀਆਂ ਪਈਆਂ। ਹਾਂ, ਉਹ ਅਜੇ ਧਮਕੀਆਂ, ਉਹ ਇਹ ਵੀ ਉਸੇ ਤਰ੍ਹਾਂ ਦਾ ਹੋ ਗਿਆ ਕਿ ਉਹਨਾਂ ਨੂੰ ਇੱਕ ਜਿਹੜੇ ਸੀਨੀਅਰ ਨੇਤਾ ਨੇ, ਪਾਰਟੀ ਦੇ ਹੈੱਡ ਨੇ, ਉਹਨਾਂ ਦੇ ਵਿਚਾਰਾਂ ਨੂੰ, ਉਹਨਾਂ ਦੇ ਬਿਆਨ ਨੂੰ ਬੜਾ ਤਰੋੜ ਕੇ ਤੇ ਮਰੋੜ ਕੇ ਪੇਸ਼ ਕੀਤਾ ਗਿਆ, ਜਿਹੜੇ ਫੈਕਟ ਨੇ ਉਹਨਾਂ ਤੱਕ ਨਹੀਂ ਕੀਤਾ, ਤਾਂ ਕਿ ਉਹ ਫਿਰ ਇਹਦੇ 'ਤੇ ਇੱਕ ਜਿਹੜੀ ਧਾਰਾ ਲੱਗੀ ਆ। ਪੁਲਿਸ ਜਿਹੜੀ ਹੈਗੀ ਹੈ, ਪੁਲਿਸ ਨੇ ਉਹਨਾਂ ਨੂੰ ਕਾਬੂ ਵੀ ਕੀਤਾ ਹੈਗਾ, ਹਿਰਾਸਤ ਵਿੱਚ ਵੀ ਹੈਗੇ ਆ। ਹੁਣ ਦੇਖੋ ਜੁਡੀਸ਼ਰੀ ਅੱਗੇ ਕੀ ਕਰਦੀ ਹੈ, ਜੁਡੀਸ਼ਰੀ ਦਾ ਜਿਹੜਾ ਡਿਸੀਜਨ ਕੀ ਹੁੰਦਾ, ਇਹਨਾਂ ਦੇ ਬਿਆਨ ਦਰਜ ਹੋ ਗਏ ਆ ਇਸ ਵੇਲੇ ਨਾਲ। ਹੁਣ ਨਿਆਂਪਾਲਿਕਾ ਨੇ ਜੋ ਕੁਝ ਕਰਨਾ ਉਹਦੇ ਬਿਆਨ 'ਤੇ, ਔਰ ਜੋ ਉਹਦੀ ਵੀਡੀਓ ਆ ਜਾਂ ਜਿਸ ਤਰ੍ਹਾਂ ਉਹਨੇ ਪੇਸ਼ਕਾਰੀ ਕੀਤੀ ਆ, ਲੋਕਾਂ ਤੱਕ ਕੀ ਮੈਸੇਜ ਗਿਆ, ਇਹ ਘੱਟੋ ਘੱਟ ਇਹ ਦੇਖਣਾ ਕਿ ਲੋਕਾਂ ਦਾ ਰਿਐਕਸ਼ਨ ਇਹ 'ਤੇ ਕੀ ਹੁੰਦਾ। ਇਹ ਕਈ ਵਾਰੀ ਇਹ ਵੀ ਹੁੰਦਾ ਕਿ ਜਿਹੜੇ ਐਂਕਰ ਜਾਂ ਜਿਹੜੇ ਚੈਨਲ ਆ, ਕਈ ਵਾਰੀ ਉਹ ਵੀ ਕਰ ਦਿੰਦੇ ਵੀ ਐਂਕਰ ਉਹ ਗੱਲ ਕਰ ਰਿਹਾ ਜਿਹੜੀ ਪਾਰਟੀ ਰੂਲਿੰਗ ਆ ਉਹਦੇ ਫੇਵਰ 'ਚ ਬੋਲੀ ਜਾਣਗੇ, ਦੂਸਰੀ ਜਿਹੜੀ ਆ ਅਗੇਂਸਟ ਆ ਉਹਦੇ ਉਲਟ ਬੋਲੀ ਜਾਣਗੇ। ਇਹਨਾਂ ਨੂੰ ਬੈਲੈਂਸ ਤਰੀਕੇ ਨਾਲ ਕਰਨਾ ਚਾਹੀਦਾ, ਤਾਂ ਕਿ ਹੁਣ ਰੂਲਿੰਗ ਪਾਰਟੀ ਨੇ ਬੜੇ ਤਰੀਕੇ ਨਾਲ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਆਇਦ ਹੋਣਾ ਚਾਹੀਦਾ ਹੈ ਤੇ ਆ ਧਾਰਾ ਲੱਗਣੀ ਚਾਹੀਦੀ ਹੈ, ਤਾਂ ਕਿ ਲੋਕ ਇਹਨਾਂ ਨੂੰ ਥੋੜ੍ਹਾ ਜਿਹਾ ਅੱਗੇ ਸਬਕ ਮਿਲ ਜਾਵੇ। ਔਰ ਹੁਣ ਦੇਖੋ ਜੁਡੀਸ਼ਰੀ ਕੀ ਕਰਦੀ ਹੈ, ਅੱਗੇ ਤੋਂ ਕੀ ਰਿਜ਼ਲਟ ਦੇ। ਬਿਲਕੁਲ ਜੀ। ਬਲਕਾਰ ਜੀ, ਆਪਣੇ ਕੋਲ ਅਗਲੀ ਖਬਰ ਇਹ ਹੈ ਕਿ ਵੀਕੇ ਜੰਜੂਆ ਪੰਜਾਬ ਦੇ ਮੁੱਖ ਸਕੱਤਰ ਬਣੇ ਨੇ ਤੇ ਗੌਰਵ ਯਾਦਵ ਬਣੇ ਨੇ ਨਵੇਂ ਡੀਜੀਪੀ, ਕਿਉਂਕਿ ਪੁਰਾਣੇ ਵਾਲੇ 1 ਮਹੀਨੇ ਦੀ 2 ਮਹੀਨੇ ਦੀ ਛੁੱਟੀ ਤੇ ਚਲੇ ਗਏ ਨੇ ਜਾਂ ਭੇਜ ਦਿੱਤਾ ਭਾਵਰਾ ਸਾਹਿਬ, ਜੋ ਵੀ ਹੈ। ਇਹ ਤਾਂ ਅੰਦਰ ਦੀਆਂ ਗੱਲਾਂ ਨੇ, ਸਾਨੂੰ ਨਹੀਂ ਪਤਾ। ਸਾਡੇ ਭਾਣੇ ਤੇ ਉਹ ਛੁੱਟੀ ਤੇ ਨੇ, ਛੁੱਟੀ ਚਲੇ ਗਏ, ਔਨ ਲੀਵ ਨੇ, ਬਿਲਕੁਲ ਔਨ ਲੀਵ ਨੇ। ਤੇ ਗੌਰਵ ਯਾਦਵ ਉਹਨਾਂ ਦੀ ਥਾਂ ਦੇ ਉੱਤੇ ਆ ਕੇ ਚਾਰਜ ਲੈ ਚੁੱਕੇ ਨੇ, ਹੁਣ ਉਹ ਆਪਣਾ ਕੰਮ ਕਰਦੇ ਪਏ ਨੇ। ਤੇ ਨਾਲ ਮੁੱਖ ਸਕੱਤਰ ਵੀ ਨਵੇਂ ਜਿਹੜੇ ਆ ਗਏ ਨੇ, ਵੀਕੇ ਜੰਜੂਆ ਸਾਹਿਬ, ਹੁਣ ਉਹਨਾਂ ਨੇ ਵੀ ਆਪਣੀ ਰਿਸਪੌਂਸਿਬਿਲਿਟੀ ਸੰਭਾਲ ਲਈ ਹੈ।
ਸੋ ਇਹ ਦੋਵੇਂ ਨਵੀਆਂ ਅਪਾਇੰਟਮੈਂਟਸ ਨੇ, ਨਵੇਂ ਆਫੀਸਰਸ ਆਏ ਨੇ। ਇਹਦੇ ਬਾਰੇ ਕੁਝ ਖਾਸ ਖੋਜ ਖਬਰ ਜੋ ਸਾਡੇ ਦਰਸ਼ਕਾਂ ਨਾਲ ਤੁਸੀਂ ਸਾਂਝਾ ਕਰਨਾ ਚਾਹੋ। ਇਹ ਹੈ ਕਿ ਜਦੋਂ ਇੱਕ ਜਿਹੜਾ ਪੁਲਿਸ ਦੇ ਡੀਜੀਪੀ ਨੇ, ਇਹਨਾਂ ਦਾ ਤਾਂ ਰਿਹਾ ਸ਼ੁਰੂ ਤੋਂ ਜਿੰਨੀ ਸਰਕਾਰਾਂ ਆਉਂਦੀਆਂ ਰਹੀਆਂ ਉਹਨਾਂ ਨੇ ਆਪਣੇ ਆਪਣੇ ਬਦਲੇ ਆ। ਜਦੋਂ ਵੀ ਕੋਈ ਪਹਿਲਾ ਬੈਠਾ ਹੈਗਾ ਉਹਦੇ ਲਈ ਦੂਜਾ, ਜਦੋਂ ਮੁੱਖ ਮੰਤਰੀ ਆ ਗਿਆ ਉਹਨਾਂ ਆਪਣਾ ਲੈਣਾ, ਕਿਉਂਕਿ ਇਹਦੇ 'ਚ ਇੰਪਲੀਮੈਂਟੇਸ਼ਨ ਬਹੁਤ ਹੁੰਦੀਆਂ ਔਰ ਕਾਨੂੰਨ ਵਿਵਸਥਾ ਦੀ ਵੀ ਕਾਰਜਕਾਰੀ ਸਾਰੀ ਇਹਨਾਂ ਦੇ ਹੱਥ ਹੁੰਦੀ ਹੈ। ਔਰ ਇਹ ਖਾਸ ਤੌਰ 'ਤੇ ਬਦਲਦੇ ਆ, ਉਹ ਪਹਿਲੇ ਨਹੀਂ ਰਹਿਣ ਦਿੰਦੇ ਉਹਨਾਂ ਨੂੰ। ਹੁਣ ਦੇਖੋ ਭਾਵਰਾ ਜੀ ਨੂੰ ਹੁਣ ਇਹਨਾਂ ਨੇ ਛੁੱਟੀ ਭੇਜ ਦਿੱਤਾ ਤੇ ਉਹ ਦੂਸਰੇ ਇੱਥੇ ਯਾਦਵ ਸਾਹਿਬ ਆ ਗਏ ਨੇ, ਰਾਹੁਲ ਯਾਦਵ ਜੀ ਬਹਿ ਗਏ ਨੇ ਆਪਣੀ ਕੁਰਸੀ ਤੇ ਆ ਕੇ। ਗੱਲ ਇਹ ਸੀ ਨਾ ਕਿ ਉਧਰੋਂ ਸੈਂਟਰ ਵੱਲੋਂ ਪ੍ਰੈਸ਼ਰ, ਇੱਧਰੋਂ ਸਟੇਟ ਗਵਰਨਮੈਂਟ ਦਾ ਪ੍ਰੈਸ਼ਰ, ਉਹਨਾਂ ਦਾ ਭਾਵਰਾ ਸਾਹਿਬ ਵਿੱਚ ਫਸ ਗਏ। ਹਾਂ, ਇੱਕ ਕਾਬਿਲ ਬੰਦਾ ਕਰੇ ਤੇ ਕੀ ਕਰੇ, ਹਰ ਪੋਸਟ ਆ, ਵੱਡੀ ਪੋਸਟ ਆ, ਕਾਬਿਲ ਬੰਦਾ ਹੈ ਤਾਂ ਹੀ ਤਾਂ ਇੱਥੇ ਤੱਕ ਪਹੁੰਚਿਆ ਹੈ। ਲੇਕਿਨ ਕੀ ਹੁੰਦਾ ਕਿ ਫਿਰ ਤੁਸੀਂ ਇੱਕ ਕਾਬਿਲ ਬੰਦੇ ਦਾ ਜੋ ਤਜਰਬਾ ਹੈ ਉਹਨੂੰ ਕਿੱਥੋਂ ਤੱਕ ਤੁਸੀਂ ਫਾਇਦੇ ਵਾਸਤੇ ਵਰਤ ਸਕਦੇ ਹੋ ਆਪਣੇ ਪੰਜਾਬ ਦੇ ਲਈ, ਪੰਜਾਬ ਦੇ ਲੋਕਾਂ ਲਈ, ਇੱਕ ਵੱਖਰੀ ਗੱਲ ਹੁੰਦੀ ਹੈ। ਪਰ ਜੇ ਬੰਦੇ ਨੂੰ ਤੁਸੀਂ ਪੀਸੋ, ਉਧਰੋਂ ਸੈਂਟਰ ਦਾ ਪ੍ਰੈਸ਼ਰ ਹੋਵੇ, ਇੱਧਰੋਂ ਸਟੇਟ ਦਾ ਪ੍ਰੈਸ਼ਰ ਹੋਵੇ ਔਰ ਬੰਦੇ ਨੂੰ ਕੰਮ ਹੀ ਨਾ ਕਰਨ ਦਿੱਤਾ ਜਾਵੇ, ਜਾਂ ਬੰਦਾ ਪ੍ਰੈਸ਼ਰ ਫੀਲ ਕਰੇ ਯਾਰ ਮੈਂ ਤੇ ਚੱਲਿਆ ਹੁਣ ਮੈਂ ਵਿੱਚੋਂ ਨਿਕਲਣ ਲੱਗਾ, ਉਹ ਗੱਲ ਕੁਝ ਹੋਰ ਕਿਸੇ ਹੋਰ ਪਾਸੇ ਤੁਰ ਜਾਂਦੀ ਹੈ। ਸੋ ਸਾਡੀ ਇਸ ਸਿਸਟਮ ਨੂੰ ਇਹ ਬੜੀ ਖਰਾਬੀ ਹੈ ਕਿ ਜੋ ਪ੍ਰੈਸ਼ਰਾਈਜ਼ ਕਰ ਦਿੱਤਾ ਜਾਂਦਾ ਨਾ ਕਿ ਇੱਕ ਬੰਦਾ ਠੀਕ ਹੈ ਕਾਨੂੰਨਨ ਤੌਰ ਤੇ ਆਪਣਾ ਕੰਮ ਕਰਦਾ ਪਿਆ, ਦੈਟਸ ਓਕੇ, ਪਰ ਇੱਕ ਬੰਦਾ ਮੇਰੀ ਪਰਸਨਲ ਕੰਮ ਕਰਦਾ ਪਿਆ ਕਿ ਨਹੀਂ ਕਰਦਾ ਪਿਆ, ਮੈਨੂੰ ਪਰਸਨਲੀ ਸੂਟ ਕਰਦਾ ਕਿ ਨਹੀਂ ਕਰਦਾ, ਇਹ ਬੜੀ ਖਰਾਬੀ ਹੈ ਸਿਸਟਮ ਦੇ ਵਿੱਚ। ਸੋ ਇੱਕ ਗਰੁੱਪ ਐਸਾ ਬਣਿਆ ਹੋਇਆ ਜਿਹਨੂੰ ਇਹ ਪਤਾ ਕਿ ਕਿਹੜਾ ਆਫੀਸਰ ਕਿਹੜੀ ਪਾਰਟੀ ਦਾ, ਕਿੱਦਾਂ ਕਿਵੇਂ ਲੌਬਿੰਗ ਕਰਨੀ ਆ ਤੇ ਇਹ ਸਾਰੇ ਸਿਸਟਮ ਨੂੰ ਘੁਮਾਉਣਾ ਕਿਵੇਂ ਆ, ਤੇ ਪੋਲੀਟੀਕਲ ਜਿਹੜੇ ਬੰਦੇ ਬੈਠੇ ਨੇ ਇਹਨਾਂ ਨੂੰ ਕਿਵੇਂ ਨਚਾਉਣਾ ਹੈ ਆਪਣੇ ਮੁਤਾਬਿਕ। ਇਹ ਇੱਕ ਲੌਬੀ ਹੈ ਜਿਹੜੀ ਇਹ ਗੇਮ ਖੇਡਦੀ ਰਹਿੰਦੀ ਹੈ ਔਰ ਇਸ ਲੌਬੀ ਦੇ ਕਾਰਨ ਬਹੁਤ ਕੁਝ ਅਜਿਹੇ ਸਿੱਟੇ ਸਾਹਮਣੇ ਆਉਂਦੇ ਨੇ ਜੋ ਫੇਵਰੇਬਲ ਨਹੀਂ ਹੁੰਦੇ ਕਈ ਵਾਰ ਸਟੇਟ ਗਵਰਨਮੈਂਟ ਦੇ ਔਰ ਜਾਂ ਸਟੇਟ ਦੇ ਲੋਕਾਂ ਦੇ। ਸੋ ਅਸੀਂ ਦੂਜੀ ਗੱਲ ਦੇਖਾਂਗੇ ਕਿ ਵੀਕੇ ਜੰਜੂਆ ਸਾਹਿਬ ਜੋ ਪੰਜਾਬ ਦੇ ਮੁੱਖ ਸਕੱਤਰ ਆਏ ਨੇ, ਉਮੀਦ ਕਰਦੇ ਹਾਂ ਕਿ ਉਹਨਾਂ ਦੇ ਉੱਤੇ ਕੋਈ ਪ੍ਰੈਸ਼ਰਸ ਨਹੀਂ ਹੋਣਗੇ। ਖੈਰ ਇਹ ਸਾਰੀਆਂ ਪੋਲੀਟੀਕਲ ਅਪਾਇੰਟਮੈਂਟਸ ਨੇ, ਪੋਲੀਟਿਕਸ ਨੂੰ ਸਾਹਮਣੇ ਰੱਖ ਕੇ ਹੀ ਇਹ ਅਪਾਇੰਟਮੈਂਟਸ ਦਿੱਤੀਆਂ ਜਾਂਦੀਆਂ ਨੇ ਕਿ ਕਿਹੜਾ ਬੰਦਾ ਸਾਨੂੰ ਸੂਟ ਕਰ ਸਕਦਾ, ਕਿਹੜਾ ਬੰਦਾ ਸਾਡੇ ਵਾਸਤੇ ਕੰਮ ਕਰ ਸਕਦਾ, ਸਾਨੂੰ ਫਿੱਟ ਬਹਿ ਸਕਦਾ ਪਰਸਨਲ ਤੌਰ ਤੇ ਵੀ। ਸੋ ਇਹ ਸਭ ਚੀਜ਼ਾਂ ਤਾਂ ਕੰਸੀਡਰ ਹੁੰਦੀਆਂ ਹੀ ਨੇ। ਪਰ ਇਹ ਜਦੋਂ ਕੋਈ, ਮੈਂ ਅੱਗੇ ਦੱਸਿਆ ਕਿ ਜਦੋਂ ਕੋਈ ਪਾਰਟੀ ਆਪਣਾ ਬਿਲਕੁਲ ਸਹੀ ਗੱਲ ਹੈ, ਜਦੋਂ ਪਾਰਟੀ ਜਾ ਕੇ ਸਰਕਾਰ ਬਣਾਉਂਦੀ ਆ, ਜਿਸ ਤਰ੍ਹਾਂ ਹੁਣ ਦੇਖੋ ਮੰਤਰੀਆਂ ਨੂੰ ਮਹਿਕਮੇ ਵੰਡੇ ਗਏ, ਸਾਰਾ ਕੁਝ ਹੈਗਾ। ਇਹ ਜਿਹੜੇ IPS ਆ ਜਾਂ IS ਲੌਬੀ ਆ ਜਾਂ ਇਹਨਾਂ 'ਚ ਹੈਗੇ ਆ, ਜਿਹੜੇ ਪਿਛਲੀ ਲਾਈਨ 'ਚ ਬੈਠੇ ਹੁੰਦੇ ਆ ਉਹ ਪਹਿਲੀ ਪਾਰਟੀ ਦੇ ਬੰਦੇ ਹੁੰਦੇ ਆ, ਉਹ ਪਿਛਲੀ ਲਾਈਨ 'ਚ ਹੈਗੇ ਆ। ਉਹ ਜਦੋਂ ਦੂਜੀ ਪਾਰਟੀ ਆ ਗਈ ਫੇਵਰੇਬਲ, ਉਹਨਾਂ ਨੂੰ ਚੁੱਕ ਕੇ ਅੱਗੇ ਲਿਆਉਣਾ। ਇਹ ਹਮੇਸ਼ਾ ਹੁੰਦਾ। ਡਾਇਰੈਕਟਰ ਜਨਰਲ ਪੁਲਿਸ ਦੀ ਜਿਹੜੀ ਆ ਪੋਸਟ ਬਹੁਤ ਹਾਇਰ ਪੋਸਟ ਹੁੰਦੀ ਆ ਔਰ ਇਹ ਹਮੇਸ਼ਾ ਬਦਲਦੇ, ਕਈ ਬਦਲੇ ਜਾਂਦੇ ਆ, ਕਈਆਂ ਨੂੰ ਛੁੱਟੀ ਭੇਜਿਆ ਜਾਂਦਾ, ਕਈ ਕੁਝ ਹੁੰਦਾ ਇਹਦੇ ਤੇ। ਇੱਕ ਜਿਹੜਾ ਇਹ ਹੈਗੀ ਆ ਵੀ ਕਿ ਜੰਜੂਆ ਜੀ ਆਏ ਨੇ, ਇਹ ਵੀ ਪੋਸਟ ਬਹੁਤ ਵੱਡੀ ਆ ਔਰ ਇਹਦੇ ਵਿੱਚ ਵੀ IS ਆਫੀਸਰ ਨੇ। ਇਹ 1992 ਦੇ ਬੈਚ ਦੇ ਆਫੀਸਰ ਆ ਔਰ ਇਹਨਾਂ ਨੇ ਬਹੁਤ ਜਗ੍ਹਾ ਤੇ ਕੰਮ ਕੀਤਾ, ਹਾਇਰ ਪੋਸਟ 'ਤੇ ਕੰਮ ਕੀਤਾ। ਔਰ ਪਾਲਿਸੀ ਮੇਕਰ ਖਾਸ ਤੌਰ 'ਤੇ ਹੀ ਹੁੰਦੇ ਆ। ਜੇ ਕਹਿ ਲਿਆ ਜਾਵੇ ਕਿ ਅੱਜ ਮੰਤਰੀ ਨੇ ਜਾਂ ਮਹਿਕਮੇ ਵੰਡੇ ਗਏ, ਪੋਰਟਫੋਲੀਓ ਵੰਡੇ ਗਏ, ਆਲਮੋਸਟ ਜੋ ਕੁਝ ਬਣਦਾ, ਜੋ ਰੋਡ ਮੈਪ ਬਣਨਾ, ਜੋ ਪਾਲਿਸੀ ਬਣਨੀ ਹੈ, ਸਾਰਾ ਕੁਝ ਇਹਨਾਂ ਦੀਆਂ ਫਾਈਲਾਂ 'ਤੇ ਜਾਣਾ। ਕਿਉਂਕਿ ਇਹਨਾਂ ਨੇ ਬੜੀ ਸਟੱਡੀ ਅੱਛੀ ਕੀਤੀ ਹੁੰਦੀ ਹੈ, ਇਹਨਾਂ ਨੂੰ ਪਤਾ ਹੁੰਦਾ ਪਾਲਿਸੀ ਮੇਕਰ ਤਕਰੀਬਨ ਪ੍ਰੈਕਟੀਕਲ ਇਹ ਹੁੰਦੇ, ਡੀਪ ਪਤਾ ਹੈ, ਸਾਰਾ ਪਤਾ ਹੁੰਦਾ। ਕਿਉਂਕਿ ਇਹਨਾਂ ਨੇ ਤੇ 60 ਸਾਲ ਨੌਕਰੀ ਕਰਨੀ ਹੈ। ਇਹ ਸਰਕਾਰ ਆਈ ਹੈ 5 ਸਾਲ ਤੋਂ ਬਾਅਦ ਤਾਂ ਗਈ, 5 ਸਾਲ ਤੱਕ ਤਾਂ ਇਹਨਾਂ ਦਾ ਜੇ ਰੋਡ ਮੈਪ ਬਣਨਾ ਜਾਂ ਲੋਕਾਂ ਤੱਕ ਗੱਲ ਤੱਕ ਪਹੁੰਚਣੀ, ਇਹਨਾਂ ਨੂੰ ਤਾਂ ਇੰਨਾ ਟਾਈਮ ਲੱਗ ਜਾਂਦਾ। ਉਹ ਫਲ ਪੱਕਦੇ ਜਦੋਂ ਟਾਈਮ ਲੱਗਦਾ ਨਾ, ਇਹ 60 ਸਾਲ ਤੱਕ ਸੀਟ ਤੇ ਬੈਠੇ। ਮੇਰਾ ਖਿਆਲ ਹੈ ਇਹਨਾਂ ਨੇ ਕਈ ਸਰਕਾਰਾਂ ਆਪਣੇ ਹੱਥਾਂ ਵਿੱਚੋਂ ਦੀ ਲੰਘਾਈਆਂ ਹੁੰਦੀਆਂ, ਕਈ ਮੁੱਖ ਮੰਤਰੀ ਆਏ ਹੁੰਦੇ ਆ ਔਰ ਕਈ ਕੁਝ ਸੋਚਿਆ ਹੁੰਦਾ ਔਰ ਇਹ ਇਹਨਾਂ ਦੇ ਟਿਪਸ ਤੇ ਗਿਣਿਆ ਹੁੰਦਾ ਕਿ ਇਹਨਾਂ ਨੇ ਕਿਹੜੇ ਮਹਿਕਮੇ ਨੂੰ ਕਿੱਥੇ ਤੱਕ ਲੈ ਕੇ ਜਾਣਾ। ਔਰ ਇਹਨਾਂ ਨੇ ਸਲਾਹ ਤਾਂ ਇਹ ਦਿੰਦੇ ਆ, ਜਿਹੜੀ ਮੁੱਖ ਮੰਤਰੀ ਤੱਕ ਸਲਾਹ ਜਾਂਦੀ ਹੈ, ਜਿਹੜੇ ਮਹਿਕਮੇ ਦੇ ਹੈੱਡ ਨੇ ਉਹਨਾਂ ਤੱਕ ਸਲਾਹ ਜਾਂਦੀ ਹੈ, ਸਾਰਾ ਕੁਝ ਉਹਦੀ ਫਾਈਲ ਵਰਕ ਇਹਨਾਂ ਕੋਲ ਹੁੰਦਾ ਸਾਰਾ। ਮੇਰਾ ਖਿਆਲ ਇਹ ਹੈ ਕਿ ਜਿਹੜੀ ਇਹ ਬਿਊਰੋਕ੍ਰੇਸੀ ਬੈਠੀ ਹੋਈ ਹੈ ਨਾ, ਐਕਚੁਅਲ ਗਵਰਨਮੈਂਟ ਨੂੰ ਰਨ ਕਰਨ ਦਾ ਕੰਮ ਇਹਨਾਂ ਦਾ ਹੀ ਹੁੰਦਾ, ਇਹਨਾਂ ਦੇ ਹੁੰਦਾ, ਇਹ ਚਲਾਉਂਦੇ ਆ, ਇਹੀ ਸਭ ਕੁਝ ਕਰਦੇ ਨੇ। ਭਾਸ਼ਣ ਉਹਨਾਂ ਕੋਲ ਹੁੰਦੇ ਆ, ਤਾਂ ਨਾਅਰੇਬਾਜ਼ੀ ਉਹਨਾਂ ਕੋਲ ਹੁੰਦੀ ਆ, ਲੋਕਾਂ ਨੂੰ ਭਰਮਾਉਣਾ ਉਹਨਾਂ ਨੇ ਹੁੰਦਾ ਹੈ ਨਾ, ਟੋਕਰੀਆਂ ਉਹਨਾਂ ਫਲਾਂ ਦੀਆਂ ਭਰਨੀਆਂ ਹੁੰਦੀਆਂ ਔਰ ਕਰਨ ਵਾਲੇ ਜਿਹੜੇ ਹੈਗੇ ਪਿੱਛੇ ਜੋ ਸਹੀ ਤਰੀਕੇ ਨਾਲ ਸੋਚਦੇ ਤੇ ਕਰਦੇ ਆ, ਪੜ੍ਹੇ ਲਿਖੇ ਬੰਦੇ ਨੇ ਜਿਨ੍ਹਾਂ ਨੂੰ ਪਤਾ ਹੈਗਾ ਪਾਲਿਸੀ ਦਾ ਕਰਨ ਵਾਲੇ, ਇਹ ਪਤਾ ਸਾਰੀ ਜਨਤਾ ਨੂੰ ਪਤਾ ਹੁੰਦਾ। ਪਰ ਕਈ ਵਾਰ ਕੀ ਹੁੰਦਾ ਕਿ ਇਹਨਾਂ ਦੇ ਜਿਹੜੇ ਚੰਗੇ ਕੰਮ ਨੇ ਨਾ, ਜਿਹੜੀ ਪਿੱਛੇ ਬੈਠੀ ਟੀਮ ਹੈਗੀ ਆ, ਉਹਦਾ ਕ੍ਰੈਡਿਟ ਜਿਹੜਾ ਉਹ ਲੀਡਰਸ ਲੋਕ ਲੈ ਜਾਂਦੇ ਨੇ, ਕਿਉਂਕਿ ਉਹਨਾਂ ਨੇ ਅਗਲੀਆਂ ਇਲੈਕਸ਼ਨਸ ਵਾਸਤੇ ਉਸ ਚੀਜ਼ ਨੂੰ ਕੈਸ਼ ਕਰਨਾ। ਤੇ ਜੇ ਕੋਈ ਗਲਤੀ ਹੋ ਜਵੇ ਇਸ ਟੀਮ ਕੋਲੋਂ ਤਾਂ ਫਿਰ ਆਪਣੇ ਉੱਤੇ ਨਹੀਂ ਲੈਣਗੇ ਗੱਲ, ਫਿਰ ਇਹਨਾਂ ਉੱਤੇ ਰਹੇਗੀ ਵੀ ਇਹਨਾਂ ਨੇ ਗਲਤੀ ਕੀਤੀ। ਤੇ ਜੇ ਇਹਨਾਂ ਨੇ ਚੰਗਾ ਕੰਮ ਕੀਤਾ ਉਹ ਅਸੀਂ ਕਰਵਾਇਆ, ਉਹ ਅਸੀਂ ਕੀਤਾ। ਮੈਂ ਤੁਹਾਨੂੰ ਦੱਸਿਆ ਨਾ, ਇਹ ਐਗਜ਼ਾਮਪਲ ਹੈਗੀ ਆ ਬਿਹਾਰ ਦੀ। ਲਾਲੂ ਪ੍ਰਸਾਦ ਯਾਦਵ ਉੱਥੇ ਰਹੇ ਆ, ਰਾਬੜੀ ਦੇਵੀ ਜੀ ਉੱਥੇ ਰਹੇ ਆ,
ਮੁੱਖ ਮੰਤਰੀ ਔਰ ਬਿਹਾਰ ਦੇ, ਔਰ ਉਹ 'ਚ ਚਾਰਾ ਘੁਟਾਲਾ ਔਰ ਕਈ ਘੁਟਾਲੇ ਆਏ ਆ, ਕਈ ਘਪਲੇ ਹੋਏ ਆ, ਸਾਰਾ ਕੁਝ ਹੋਇਆ। ਪਰ ਇਹਨਾਂ ਤੱਕ ਤਲਵਾਰ ਪਹੁੰਚਦਿਆਂ ਕਿੰਨੀ ਦੇਰ ਲੱਗ ਗਈ ਆ। ਉਹਦੇ 'ਤੇ ਇੱਕ ਮਿਸਟਰ ਮਿਸ਼ਰਾ ਵੀ ਸੀਗੇ ਔਰ ਨਾਲ ਹੋਰ ਸੀਗੇ ਲੋਕ ਜਿਹੜੇ ਹੈੱਡ ਆਫ ਦੀ ਡਿਪਾਰਟਮੈਂਟ ਸੀਗੇ, ਉਹ ਸਾਰੇ ਸਸਪੈਂਡ, ਟਰਮੀਨੇਟ, ਉਹ ਵਿਚਾਰੇ ਉਦੋਂ ਗਏ। ਮਾਰਿਆ ਕੌਣ ਜਾਂਦਾ? ਬਿਊਰੋਕ੍ਰੇਸੀ ਦਾ ਹੈੱਡ, ਔਰ ਉਹਨਾਂ 'ਤੇ ਐਕਸ਼ਨ ਜਲਦੀ ਹੁੰਦਾ। ਵੱਜਦਾ ਕੌਣ ਆ? ਨੇਤਾ, ਸਿਆਸਤ ਜੱਫਾ ਨਹੀਂ ਪਾਉਂਦੀ, ਪਰ ਜਿਹੜਾ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਹੱਥ ਨਹੀਂ ਪਾਊਗਾ, ਮੰਤਰੀ ਨੂੰ ਮੰਤਰੀ ਨਹੀਂ ਹੱਥ ਪਾਊਗਾ, ਕਿਉਂਕਿ ਇਸ ਵੇਲੇ ਸਰਕਾਰ ਨੇ ਇਹਨਾਂ ਨੇ ਥੋੜ੍ਹਾ ਬਹੁਤ ਕੰਮ ਕੀਤਾ। ਇਹਨਾਂ ਨੇ ਆਪਣਾ ਮੰਤਰੀ ਵੀ ਨਹੀਂ ਬਖਸ਼ਿਆ ਅਤੇ ਦੂਸਰੇ ਮੰਤਰੀਆਂ 'ਤੇ ਵੀ ਇਹਨਾਂ ਨੇ ਸਾਰੇ ਕਪੜੇ ਫੜੇ ਗਏ। ਔਰ ਇਸੇ ਤਰ੍ਹਾਂ ਚੰਗੀ ਗੱਲ ਹੈਗੀ, ਲੋਕਾਂ ਤੱਕ ਗੱਲ ਪਹੁੰਚੀ, ਲੋਕ ਇਸ ਗੱਲ 'ਤੇ ਖੁਸ਼ ਹੋਏ, ਬਿਲਕੁਲ ਖੁਸ਼ ਹੋਏ ਨੇ। ਔਰ ਮਿਸ਼ਰਾ ਜੀ ਦੀ ਤੁਸੀਂ ਗੱਲ ਕੀਤੀ, ਉਹਨਾਂ ਬਾਰੇ ਕਿਹਾ ਜਾਂਦਾ ਸੀ ਦ ਮੋਸਟ ਟਾਈਟ ਲਿਪਡ ਪਰਸਨ, ਕਿ ਮੂੰਹ ਨਹੀਂ ਖੋਲਦੇ, ਨਹੀਂ ਘੱਟ ਬੋਲਦੇ ਸੀ, ਬਹੁਤ ਘੱਟ ਬੋਲਦੇ ਸੀ। ਖੈਰ ਘੱਟ ਬੋਲਣ ਵਾਲਾ ਬੰਦਾ ਵੀ ਜਿਹੜਾ ਨਾ ਇੰਟਰੋਵਰਟ ਹੁੰਦਾ, ਸਾਈਕੋਲੋਜੀ ਕਹਿੰਦੀ ਹੈ ਨਾ, ਐਕਸਟਰੋਵਰਟ ਜਿਹੜਾ ਬੋਲਦਾ ਉਹ ਢੋਲ ਦੇ ਅੰਦਰ ਪੋਲ ਵਾਲੀ ਗੱਲ ਹੁੰਦੀ ਹੈ, ਜਿਹੜਾ ਬੋਲਦਾ ਤੇ ਅੰਦਰ ਕੁਝ ਨਹੀਂ ਹੁੰਦਾ, ਉਹ ਰੌਲਾ ਪਾ ਕੇ ਡਾਂਗੋ ਡਾਂਗੀ ਹੋ ਜਾਊਗਾ, ਪਰ ਕੋਈ ਮਾੜੀ ਗੱਲ ਨਹੀਂ ਕਰੂਗਾ। ਚੁੱਪ ਕੀਤਾ ਬੰਦਾ ਦਾ ਪੈਨ ਜਦੋਂ ਚੱਲ ਗਿਆ, ਉਹਦੇ 'ਤੇ ਉਹਨੇ ਬੜਾ ਕੁਝ ਕਰ ਦੇਣਾ। ਉਹਦੇ ਆਰਡਰ ਜਿਹੜੇ ਆ ਪੈਂਤਰਾ ਕਿੱਧਰ ਚੱਲਦਾ ਹਾਂ ਰੋਕਣੇ ਔਖੇ ਹੋ ਜਾਣਗੇ। ਜਿਹੜਾ ਚੁੱਪ ਕੀਤਾ ਉਹਦੇ ਅੰਦਰ ਪਲਾਨਿੰਗ ਚੱਲਦੀ ਹੈ, ਉਹਨੇ ਕੀ ਕਰਨਾ, ਕੀ ਸਕੀਮਾਂ ਘੜਨੀਆਂ, ਕੀ ਜਿਹੜਾ ਬੋਲਦਾ ਉਹਨੇ ਬੋਲਤਾ, ਉਹਨੇ ਲੜਾਈ ਕਰ ਲਈ, ਗਲ ਪੈ ਗਿਆ, ਸਾਰਾ ਕੁਝ ਕਰਤਾ। ਇਹ ਸਾਈਕੋਲੋਜੀ ਕਹਿੰਦੀ ਹੈ, ਮੈਂ ਨਹੀਂ ਕਹਿੰਦਾ ਤੇ ਨਾ ਲੋਕ ਕਹਿੰਦੇ ਆ। ਇਹ ਸਾਈਕੋਲੋਜੀ ਦੇ ਜਿਹੜੇ ਮਾਹਿਰ ਨੇ, ਸਾਈਕੋਲੋਜਿਸਟ ਜੋ ਫਰਾਇਡ ਵਰਗੇ ਰਹੇ ਨੇ, ਉਹ ਬੜੇ ਅੱਛੇ ਵਧੀਆ ਸਾਈਕੋਲੋਜਿਸਟ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਚੁੱਪ ਕੀਤਾ ਬੰਦਾ ਥੋੜ੍ਹਾ ਜਿਹਾ ਵਿਘਨ ਵੀ ਪਾ ਸਕਦਾ ਕਿਸੇ ਵੇਲੇ। ਇਹ ਨਹੀਂ ਹੁੰਦਾ ਵੀ ਸਾਰੇ ਚੁੱਪ ਕੀਤੇ ਲੜਾਕੂ ਹੁੰਦੇ ਆ, ਚੰਗੇ ਵੀ ਹੁੰਦੇ ਆ, ਪਰ ਬੇਸਿਕਲੀ ਸਾਈਕੋਲੋਜਿਸਟ ਜਿਹੜੇ ਨੇ ਨਾ, ਉਹ ਦੂਜੇ ਨੂੰ ਆਬਜ਼ਰਵ ਕਰਦੇ ਨੇ। ਉਹਨਾਂ ਉੱਤੇ ਇੱਕ ਬੜਾ ਪਿਆਰੀ ਕਿਸੇ ਨੇ ਮਜ਼ਾਕ ਵਾਲੀ ਗੱਲ ਕੀਤੀ ਸੀ ਕਿ ਜਦੋਂ ਇੱਕ ਕਮਰੇ ਦੇ ਵਿੱਚ 8-10 ਜਣੇ ਬੈਠੇ ਹੋਣ ਤੇ ਉਹਨਾਂ ਦੇ ਵਿੱਚ ਇੱਕ ਮਨੋਵਿਗਿਆਨਿਕ ਵੀ ਬੈਠਾ ਹੋਵੇ, ਸਾਈਕੋਲੋਜਿਸਟ ਵੀ ਬੈਠਾ ਹੋਵੇ, ਤੇ ਉਸ ਕਮਰੇ ਦੇ ਵਿੱਚ ਇੱਕ ਖੂਬਸੂਰਤ ਲੇਡੀ ਜਦੋਂ ਐਂਟਰ ਕਰਦੀ ਹੈ, ਉਹ ਸਾਈਕੋਲੋਜਿਸਟ ਉਸ ਲੇਡੀ ਨੂੰ ਵੇਖਣ ਦੀ ਬਜਾਏ ਉਹ ਬਾਕੀ ਲੋਕਾਂ ਨੂੰ ਵੇਖ ਰਿਹਾ ਹੁੰਦਾ ਕਿ ਉਹ ਸਾਰਿਆਂ ਦੀ ਆਬਜ਼ਰਵੇਸ਼ਨ ਕੀ ਹੈ, ਸਾਰਿਆਂ ਦੀਆਂ ਰਿਐਕਸ਼ਨਸ ਕੀ ਨੇ, ਉਹਨਾਂ ਨੂੰ ਨੋਟ ਕਰਦਾ ਹੁੰਦਾ। ਖੈਰ ਆਪਾਂ ਅੱਗੇ ਵਧਦੇ ਹਾਂ ਕਿ ਜ਼ਿਆਦਾ ਬੋਲਣਾ ਤੇ ਫਿਰ ਕਿਤੇ ਗੱਲ ਕਰਾਂਗੇ, ਘੱਟ ਬੋਲਣਾ, ਉਹਦੇ ਉੱਤੇ ਆਉਨੇ ਆਪਾਂ ਕਿ ਬਹੁਤ ਜ਼ਿਆਦਾ ਬੋਲੇ ਸਾਡੇ ਬੁਲਾਰੇ। ਜਦੋਂ ਕਿਸਾਨ ਯੂਨੀਅਨ ਅੱਗੇ ਆਈ ਹੋਈ ਸੀ, ਜਦੋਂ ਚੱਲਦਾ ਪਿਆ ਸੀਗਾ ਕਿਸਾਨ ਅੰਦੋਲਨ, ਬਹੁਤ ਗੱਲਾਂ ਹੁੰਦੀਆਂ ਸੀ, ਗਵਰਨਮੈਂਟ ਚੁੱਪ ਰਹਿੰਦੀ ਸੀ, ਉਹੀ ਚੁੱਪ ਬੋਲਣ ਵਾਲੇ। ਔਰ ਇਸ ਵਕਤ ਬੈਲੈਂਸ ਨੇ, ਕਿਉਂਕਿ ਕਿਸਾਨ ਬੁਲਾਰੇ ਵੀ ਹਜੇ ਇੰਨਾ ਨਹੀਂ ਬੋਲ ਰਹੇ ਜਿੰਨਾ ਉਦੋਂ ਬੋਲਦੇ ਸੀ, ਤੇ ਗਵਰਨਮੈਂਟ ਵੀ ਚੁੱਪ ਹੈ। ਪਰ ਇੱਕ ਮੀਟਿੰਗ ਹੋਣੀ ਸੀ ਇਹਨਾਂ ਦੀ, ਜੋ ਤਜਵੀਜ਼ ਕੁਝ ਦੇਣੀਆਂ ਸੀ, ਇਹਨਾਂ ਨੇ ਰਾਏ ਦੇਣੀ ਸੀ ਨਵੀਂ ਗਵਰਨਮੈਂਟ ਨੂੰ, ਟਾਈਮ ਲਿਆ ਸੀ ਕਿ ਕਿਸਾਨੀ ਦੇ ਮੁੱਦੇ, ਐਗਰੀਕਲਚਰ ਦੇ ਮੁੱਦੇ, ਪਰ ਉਹ ਮੀਟਿੰਗ ਨਹੀਂ ਹੋ ਸਕੀ ਮਾਨ ਸਾਹਿਬ ਨਾਲ। ਉਹ ਵਿੱਚ ਇੱਕ ਮਾਮਲਾ ਲਟਕਦਾ ਪਿਆ, ਹਜੇ ਪਤਾ ਨਹੀਂ ਗੱਦੀ ਕਿੱਧਰ ਨੂੰ ਜਾਣੀ ਹੈ। ਇੱਧਰੋਂ ਕੁਝ ਨਵੀਆਂ ਗੱਲਾਂ ਵੀ ਮਿਲਦੀਆਂ ਪਈਆਂ ਕਿ ਸ਼ਾਇਦ ਫਿਰ ਤੋਂ ਇੱਕ ਨਵਾਂ ਅੰਦੋਲਨ 31 ਜੁਲਾਈ ਤੋਂ ਸ਼ੁਰੂ ਕਰਨ ਦੀ ਗੱਲਬਾਤ ਵੀ ਚੱਲਦੀ ਪਈ ਹੈ ਕਿਸਾਨਾਂ ਦੀ, ਪਰ ਇਹ ਗੱਲ ਹਜੇ ਕਿੱਧਰ ਨੂੰ ਜਾ ਰਹੀ ਹੈ ਪਤਾ ਨਹੀਂ। ਪੰਜਾਬ ਗਵਰਨਮੈਂਟ ਦੇ ਨਾਲ ਤੇ ਕਿਸਾਨ ਯੂਨੀਅਨਸ ਦੇ ਜਿਹੜੇ ਮੋਹਤਬਰ ਨੇ, ਉਹਨਾਂ ਦਾ ਆਪਸ ਦੇ ਵਿੱਚ ਕਿੱਦਾਂ ਕੈਮਿਸਟਰੀ ਬੈਠਣੀ ਹੈ, ਕੀ ਕੁਝ ਹੋਣਾ, ਇਹ ਹਜੇ ਸਮੇਂ ਨੇ ਦੱਸਣਾ। ਪਰ ਇਹਦੇ ਬਾਰੇ ਕੋਈ ਲੇਟੈਸਟ ਚੀਜ਼ ਤੁਸੀਂ ਜੋ ਨਵੀਂ ਡਿਵੈਲਪਮੈਂਟ ਹੋਵੇ? ਇਹ ਗੱਲ ਹੈਗੀ ਹੈ ਕਿ ਸਾਰੀਆਂ ਜਿਹੜੀ ਜਥੇਬੰਦੀਆਂ ਨੇ ਦੀ ਇੱਕ ਡੇਟ ਪ੍ਰਪੋਜ਼ ਹੋ ਗਈ ਸੀ, ਡੇਟ ਫਿਕਸ ਹੋ ਗਈ ਸੀ, ਉਹਨਾਂ ਨੂੰ ਮਿਲ ਗਿਆ ਸੀ ਟਾਈਮ, ਔਰ ਇਹ ਵਿਚਾਰੇ ਇਕੱਠੇ ਹੋ ਕੇ ਚਲੇ ਗਏ ਉੱਥੇ, ਜਿਹਦੇ ਵਿੱਚ ਪੰਜਾਬ ਦੀਆਂ ਜਥੇਬੰਦੀਆਂ ਵੀ ਹੈਗੀਆਂ, ਨੈਸ਼ਨਲ ਲੈਵਲ ਦੀਆਂ ਲੋਕ, ਬਾਕੀ ਬਾਹਰੋਂ ਵੀ ਆਈਆਂ ਸੀ, ਔਰ ਇਹਨਾਂ ਨੇ ਚੰਡੀਗੜ੍ਹ ਦੇ ਉੱਥੇ ਕਰਨੀ ਸੀ ਜਿੱਥੇ ਇਹਨਾਂ ਨੇ ਕੋਈ ਫਿਕਸ ਕੀਤਾ ਸੀ ਟਾਈਮ ਔਰ ਲੋਕੇਸ਼ਨ। ਔਰ ਜਦੋਂ ਇਹ ਵਿਚਾਰੇ ਉੱਥੇ ਪਹੁੰਚਿਆ ਤਾਂ ਮੁੱਖ ਮੰਤਰੀ ਸਾਹਿਬ ਕਿਸ ਗਏ ਉੱਥੇ ਹੈ ਹੀ ਨਹੀਂ, ਉਹਨਾਂ ਨੂੰ ਪਤਾ ਨਹੀਂ ਲੱਗਾ ਕਿੱਥੇ ਗਏ। ਪਰ ਇਹਨਾਂ ਨੇ ਇਹ ਕਿਹਾ ਕਿ ਜੇ ਨਹੀਂ ਸੀ ਅੱਜ ਦਾ ਡੇਟ ਜੇ ਅੱਗੇ ਕਰਨੀ ਸੀ ਸਾਨੂੰ ਪਹਿਲਾਂ ਅਗਾਊ ਦੱਸ ਦਿੰਦੇ, ਕਿਉਂਕਿ ਇਹਨਾਂ ਦਾ ਇੱਕ ਲੋਕ ਸੰਪਰਕ ਵਿਭਾਗ ਆ ਨਵਾਂ ਜਿਹੜਾ ਹੈਗਾ, ਜਿਹੜੀ ਪਬਲਿਕ ਇਨਫੋਰਮੇਸ਼ਨ ਡਿਪਾਰਟਮੈਂਟ ਆ, ਉਹਦੇ ਨਾਲ ਪਤਾ ਕਰ ਦਿੰਦੇ ਜਾਂ ਕਿਸੇ ਨਿਊਜ਼ ਦੇ ਦਿੰਦੇ ਤਾਂ ਉਹਨਾਂ ਨੂੰ ਸਮਝ ਆ ਜਾਂਦੀ ਵੀ ਹੁਣ ਪ੍ਰੋਬਲਮ ਨਹੀਂ ਹੈਗੀ, ਨਹੀਂ ਜਾਣਾ ਚਾਹੀਦਾ ਇਹਨਾਂ ਨੂੰ। ਔਰ ਇਹਨਾਂ ਨੇ ਫਿਰ ਅੱਗੇ ਤੱਕ 31 ਜੁਲਾਈ ਨੂੰ ਭਾਰਤ ਬੰਦ ਦਾ ਵੀ ਸੱਦਾ ਦਿੱਤਾ ਹੈਗਾ। ਜੇ ਇਹਨਾਂ ਨੂੰ ਇੱਥੇ ਨਾ ਇਹਨਾਂ ਨੇ ਗੱਲ ਸੁਣੀ ਤਾਂ ਫਿਰ ਅਗਲੇ ਪਾਸੇ ਦੂਜੀ ਫਿਰ ਲੋਕ ਪਬਲਿਕ ਵਿਚਾਰੀ ਡਿਸਟਰਬ ਹੋਊਗੀ, ਲੋਕਾਂ ਨੇ ਸਾਰੀਆਂ ਸੜਕਾਂ ਜਾਮ ਕਰ ਦੇਣੀ, ਚੱਕਾ ਜਾਮ ਦਾ ਇਹਨਾਂ ਨੇ ਸੱਦਾ ਦਿੱਤਾ। ਪਰ ਇਹਨਾਂ ਦੇ ਵਿੱਚ ਜਿਹੜੀਆਂ ਇਹਨਾਂ ਦੀ ਡਿਮਾਂਡ ਸੀਗੀਆਂ ਉਹ ਗੱਲਾਂ ਸੀ ਜਿਹੜੀਆਂ ਉੱਥੇ ਨਹੀਂ ਪੂਰੀਆਂ ਹੋਈਆਂ। ਸੈਂਟਰ ਨੇ, ਕੇਂਦਰ ਨੇ ਉਹ ਜਿਹੜੀਆਂ ਨੇ ਐਕਸੈਪਟ ਕੀਤੀਆਂ, ਉਹਨਾਂ ਦੇ ਬਾਰੇ ਇਹਨਾਂ ਨੇ ਚਰਚਾ ਕਰਨੀ ਸੀ, ਜਿਸ 'ਚ MSP ਦਾ ਰਗੜਾ ਹੈਗਾ ਸੀ, ਉਹ ਅਜੇ ਤੱਕ ਉਸੇ ਤਰ੍ਹਾਂ ਹੀ ਪੈਂਡਿੰਗ ਪਿਆ ਸੀਗਾ। ਉਹਦੇ ਵਿੱਚ ਸੈਂਟਰ ਨੇ ਕਮੇਟੀ ਬਣਾਈ ਸੀ, ਪਿਊਸ਼ ਗੋਇਲ ਸੀ ਉਹਦੇ 'ਚ, ਬਾਕੀ ਜਿਹੜੇ ਮੰਤਰੀ ਸੀਗੇ ਯਾਦਵ ਸੀਗੇ, ਨਰਿੰਦਰ ਯਾਦਵ, ਤੋਮਰਜੀਤ ਸਿੰਘ, ਔਰ ਉਹਦੇ 'ਚ ਬਾਕੀ ਹੋਰ ਮੰਤਰੀ ਸੀ। ਉਹਨਾਂ ਨੇ ਇਹ ਸੋਚਿਆ ਸੀਗਾ ਕਿ ਕਮੇਟੀ ਸੈਂਟਰ ਨੇ ਤਾਂ ਬਣਾਤੀ ਆ, ਅਤੇ ਇਹਦੇ 'ਚ ਇਹਨਾਂ ਨੇ ਨੁਮਾਇੰਦਾ ਲੈਣਾ ਸੀ ਪੰਜਾਬ ਸਰਕਾਰ ਦੇ ਰਾਹੀਂ ਇਹਨਾਂ ਕੋਲ ਕਿਸਾਨਾਂ ਦਾ। ਪਰ ਉਹ ਅਜੇ ਤੱਕ ਉਹ ਉੱਥੇ ਤੱਕ ਨਹੀਂ ਪਹੁੰਚਿਆ, ਕੋਈ ਨੁਮਾਇੰਦਾ ਨਹੀਂ ਇਹਨਾਂ ਕੋਲ ਜਸਟੀਫਾਈ ਹੋਇਆ, ਕਿਉਂਕਿ ਇਹਨਾਂ ਦੀ ਆਪਸੀ ਵਿੱਚ ਕਸ਼ਮਕਸ਼ ਹੋ ਗਈ। ਦੂਜੀ ਗੱਲ ਰਹੀ ਇਹਨਾਂ 'ਚ ਵੀ ਥੋੜ੍ਹੀ ਜਿਹੀ ਦਫਾੜ ਇਹ ਪੈ ਗਈ ਕਿਸਾਨ ਯੂਨੀਅਨ ਦੇ ਵਿੱਚ ਕਿ ਜਿਹੜੇ ਇਹਨਾਂ ਨੂੰ ਰੋਕਦਿਆਂ ਇਹਨਾਂ ਨੇ
ਇਲੈਕਸ਼ਨ ਲੜੀ ਇਹ ਪ੍ਰੋਬਲਮ ਹੋਈ ਆ। ਪਬਲਿਕ ਇਹਨਾਂ ਤੋਂ ਪਿੱਛੇ ਚਲੇ ਗਈ, ਜਿਹੜਾ ਪਿਆਰ ਦਿੰਦੇ ਸੀ, ਮੁਹੱਬਤ ਦਿੰਦੇ ਸੀਗੇ, ਉਹ ਟੁੱਟ ਗਿਆ। ਲੋਕਾਂ ਨੇ ਕਲੈਕਸ਼ਨ ਦਿੱਤੀ ਸੀ, ਪੈਸਾ ਦਿੱਤਾ ਸੀਗੀ, ਸਟਰੈਂਥ ਦਿੱਤੀ ਸੀਗੀ, ਔਰ ਇਹਨਾਂ ਨੂੰ ਸਾਰਾ ਫੇਵਰ ਕੀਤਾ ਸੀਗਾ। ਲੋਕਾਂ ਦਾ ਮਨ ਇਹਦੇ ਨਾਲ ਖੱਟਾ ਹੋ ਗਿਆ। ਉਹਨਾਂ ਨੇ ਕਿਹਾ ਕਿ ਇਹ ਤਾਂ ਫਿਰ ਨੇਤਾ ਬਣਨਾ ਚਾਹੁੰਦੇ ਆ, ਇਹ ਆਪ ਸਾਰਾ ਕੁਝ ਆਪਣੇ ਹੱਥ 'ਚ ਲੈਣਾ ਚਾਹੁੰਦੇ ਆ, ਕੁਰਸੀ ਦੀ ਲਾਲਚ ਇਹਨਾਂ ਨੂੰ ਵੀ ਹੈਗੀ ਆ। ਇਹ ਗੱਲਾਂ ਜਿਹੜੀਆਂ ਉਹ ਲੋਕਾਂ ਨੂੰ ਨਹੀਂ ਪਚੀਆਂ, ਔਰ ਲੋਕਾਂ ਨੇ ਇਹਦੇ ਵਿਰੋਧਤਾ ਕੀਤੀ। ਫਿਰ ਇਹਨਾਂ ਨੇ ਹੁਣ ਦੁਬਾਰਾ ਟਾਈਮ ਮੰਗਿਆ, ਟਾਈਮ ਇਹਨਾਂ ਨੂੰ ਨਹੀਂ ਮਿਲਿਆ। ਹੋ ਸਕਦਾ ਕਿ ਅੰਦਰੋਂ ਉਹ ਵੀ ਨਾ ਚਾਹੁੰਦੇ ਹੁਣ, ਮੁੱਖ ਮੰਤਰੀ ਸਾਹਿਬ ਨਹੀਂ ਚਾਹੁੰਦੇ ਹੁਣ, ਜਿਹੜਾ ਉਹਨਾਂ ਨੇ ਨਹੀਂ ਕਹਿਣੀ ਤਾਂ ਅਗਾਊਂ ਉਹਨਾਂ ਨੇ ਦੇ ਦੇਣਾ ਸੀ, ਇਹਨਾਂ ਨੂੰ ਕੋਈ ਨਾ ਕੋਈ ਸੂਚਨਾ ਦੇ ਦੇਣੀ ਸੀ। ਅਚਾਨਕ ਉੱਥੇ ਨਾ ਮਿਲਣਾ, ਇਹ ਵੀ ਇਹਨਾਂ ਲਈ ਇੱਕ ਨਾਰਾਜ਼ਗੀ ਦੀ ਗੱਲ ਹੈ, ਅਤੇ ਪਬਲਿਕ ਫਿਰ ਗੁੱਸੇ 'ਚ ਆਊਗੀ ਕਿ ਮੁੱਖ ਮੰਤਰੀ ਨੂੰ ਇਹ ਤਾਂ ਕਹਿ ਦੇਣਾ ਚਾਹੀਦਾ ਸੀ ਨਾ ਕਿ ਨਹੀਂ ਅਸੀਂ ਮਿਲ ਰਹੇ। ਇੱਕ ਬੰਦਾ ਤਾਂ ਗਿਆ ਹੀ ਨਹੀਂ, ਕਿੰਨੇ ਲੋਕ ਗਏ ਆ। ਕੱਲ੍ਹ ਨੂੰ ਚੌਥ ਨੂੰ ਜੇ ਫਿਰ ਘਰਾਓ ਕਰਦੇ ਆ, ਕਿ ਘਰਾਓ ਕੀਤਾ ਇਹਨਾਂ ਨੇ ਚੰਡੀਗੜ੍ਹ ਦਾ। ਲੋਕਾਂ ਦੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਕਿੰਨੀ ਡਿਸਟਰਬ ਹੋਈ, ਕਿੰਨੇ ਰੁਕਾਵਟ ਆਈ। ਹੁਣ ਫਿਰ ਕਿਤੇ ਹੋ ਗਿਆ ਤਾਂ ਫਿਰ ਲੋਕਾਂ ਕਹਿਣਾ ਕਿਸਾਨ ਮਾੜੇ। ਗੱਲ ਇਹ ਹੈ ਨਾ ਕਿ ਪਹਿਲਾਂ ਗੱਲ ਹੋਰ ਸੀ, ਪਹਿਲਾਂ ਵਿਦੇਸ਼ਾਂ ਵਿੱਚੋਂ ਵੀ ਸਪੋਰਟ ਮਿਲੀ। ਬਿਲਕੁਲ ਠੀਕ ਹੈ ਨਾ। ਔਰ ਸਭ ਨੇ ਕਿਹਾ ਕਿ ਵਿਦੇਸ਼ਾਂ ਦੀ ਪਾਰਲੀਮੈਂਟ ਦੇ ਵਿੱਚ ਵੀ ਗੱਲ ਹੋਈ ਕਿ ਇੱਕ ਹਿਸਟਰੀ ਕ੍ਰੀਏਟ ਹੋ ਗਈ ਹੈ, ਔਰ ਇਹਦੇ ਉੱਤੇ ਕੇਸ ਸਟੱਡੀ ਹੋ ਰਹੀ ਹੈ ਵਰਲਡ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਕਿ ਕਿਸਾਨ ਅੰਦੋਲਨ ਕੀ ਸੀ। ਉਹ ਇੱਕ ਵਿਸ਼ਾ ਬਣ ਗਿਆ। ਪਰ ਜੋ ਇਲੈਕਸ਼ਨਸ ਲੜ ਕੇ ਗਲਤੀ ਕੀਤੀ, ਉਸ ਤੋਂ ਬਾਅਦ ਉਹ ਗ੍ਰੇਸ ਨਹੀਂ ਰਹਿ ਗਈ, ਹੁਣ ਉਹ ਗੱਲਬਾਤ ਨਹੀਂ ਰਹਿ ਗਈ, ਕਿਉਂਕਿ ਲੋਕ ਹੁਣ ਉਸ ਨਜ਼ਰ ਨਾਲ ਨਹੀਂ ਦੇਖਦੇ। ਲੋਕ ਵੀ ਇਹਨਾਂ ਨੂੰ ਮੌਕਾ ਪ੍ਰਸਤੀ ਸਮਝਦੇ ਨੇ। ਠੀਕ ਹੈ, ਲੋਕਾਂ ਦੀ ਆਪਣੀ ਰਾਏ ਬਣ ਗਈ, ਜੋ ਪਰਸੈਪਸ਼ਨ ਜੋ ਬਣ ਗਈ, ਉਸ ਨੂੰ ਤੋੜਨਾ ਔਰ ਫਿਰ ਨਵੇਂ ਸਿਰੇ ਤੋਂ ਉਹ ਚੀਜ਼ ਵਿੱਢਣੀ, ਇਹ ਥੋੜੀ ਮੁਸ਼ਕਿਲ ਹੋ ਜਾਂਦੀ ਹੈ। ਚਲੋ ਭਾਵੇਂ ਮੰਗਾਂ ਜੈਨੂਨ ਆ, ਜੇ ਜੈਨੂਨ ਆ ਜਾਂ ਕੁਛ ਇਹਨਾਂ ਨਾਲ ਬਾਕੀ ਵੀ ਜੋੜੀਆਂ ਹੋਣਗੀਆਂ, ਪਰ ਇਹਨਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਹੀ ਮੰਗਾਂ ਜਿਹੜੀਆਂ ਸਾਨੂੰ ਪਹਿਲੀਆਂ 3 ਕਾਨੂੰਨ ਜਿਹੜੇ ਇਹਨਾਂ ਨੇ ਕਹੇ ਸੀ ਉਹ ਤਾਂ ਕੈਂਸਲ ਹੋ ਗਏ। ਜਿਹੜੇ ਬਲੈਕ ਲਾ ਕਹਿੰਦੇ ਸੀ, ਜਿਨ੍ਹਾਂ ਨੂੰ ਕਾਲੇ ਕਾਨੂੰਨ ਕਹਿੰਦੇ ਸੀ, ਉਹ ਤਾਂ ਖਤਮ ਕਰ ਦੇ। ਜਿਹੜੀਆਂ ਬਾਕੀ ਗੱਲਾਂ ਸੀਗੀਆਂ ਜਿਹੜੀਆਂ ਇਹਨਾਂ ਨੇ ਕਿਹਾ ਸੀ, ਉਹ ਇੱਕਦਮ ਕੇਂਦਰ ਨੇ ਜਾਂ ਮੋਦੀ ਜੀ ਨੇ ਨਹੀਂ ਮੰਨੀਆਂ। ਉਹਨਾਂ ਨੇ ਕਿਹਾ ਵੀ ਅਸੀਂ ਕਮੇਟੀ ਬਣਾ ਰਹੇ ਹਾਂ। ਕਮੇਟੀ ਬਣਾਉਣ ਦਾ ਮਤਲਬ ਹੁੰਦਾ ਫਿਰ ਠੰਡੇ ਬੱਸੇ 'ਚ ਪਾਤੀਆਂ। ਹੁਣ ਇਹਨਾਂ ਨੇ ਸਲਾਹ ਲੈਣੀ ਸੀ ਮੁੱਖ ਮੰਤਰੀ ਦੀ, ਮਾਨ ਦੀ, ਕਿ ਤੁਸੀਂ ਦੱਸੋ ਹੁਣ ਅੱਗੇ ਕੀ ਐਕਸ਼ਨ ਲਈਏ, ਔਰ ਅਸੀਂ ਦਿੱਲੀ ਜਾਈਏ ਜਾਂ ਕਿੱਥੇ ਜਾਈਏ ਜਾਂ ਕੀ ਕਰਨਾ ਹੈਗਾ। ਉਹ ਮਾਨ ਸਾਹਿਬ ਤਾਂ ਆਪ ਹੀ ਨਹੀਂ ਮਿਲੇ ਉਹਨਾਂ ਨੇ, ਤੇ ਇਹਨਾਂ ਵਿਚਾਰਿਆਂ ਨੂੰ ਨਾ ਮੂੰਹ ਨਾ ਮੱਥਾ ਕਿਉਂ ਗਲਦਾ ਰਿਹਾ। ਇਹ ਵਿਚਾਰੇ ਫਿਰ ਮੁੜ ਕੇ ਉਸੇ ਤਰ੍ਹਾਂ ਬਦਰੰਗ ਲਿਫਾਫਿਆਂ ਨੂੰ ਵਾਪਸ ਘਰਾਂ 'ਚ ਆ ਗਏ ਆ। ਇਹਨਾਂ ਨਾਲ ਵੀ ਤਾਂ ਹੋਇਆ, ਕਿੰਨੀਆਂ ਗੱਡੀਆਂ ਚੱਲੀਆਂ, ਕਿੰਨਾ ਟਾਈਮ ਗਿਆ, ਕਿੰਨੀ ਸੜਕਾਂ ਦੀ ਆਵਾਜਾਈ ਰੁਕੀ, ਕੀ ਕੁਛ ਹੋਇਆ। ਔਰ ਚੰਡੀਗੜ੍ਹ ਉਸ ਦਿਨ ਕੱਲ੍ਹ ਦੀ ਗੱਲ ਹੀ ਹੈਗੀ ਆ, ਉਹ ਤਾਂ ਚੰਦੇ ਹੀ ਕੰਮ ਹੋ ਜਾਂਦੇ ਲੋਕਾਂ ਦੇ। ਜਦੋਂ ਇਹਨਾਂ ਦੇ ਟਰੈਕਟਰ ਗਏ ਹੋਣਗੇ, ਇਹਨਾਂ ਦੇ ਟਰਾਲੀਆਂ ਗਈਆਂ ਹੋਣਗੀਆਂ ਭਰੀਆਂ ਦੀਆਂ ਕਿਸਾਨਾਂ ਦੀਆਂ, ਹੁਣ ਇਹ ਹਵਾਈ ਜਹਾਜ਼ 'ਤੇ ਗਏ ਨਹੀਂ ਵਿਚਾਰੇ, ਬਾਈ ਰੋਡ ਹੀ ਗਏ। ਤੇ ਉਹੀ ਹੈ ਨਾ ਕਿ ਹੁਣ ਇਹ ਕਿੱਥੇ ਸਟੈਂਡ ਕਰਦੇ ਨੇ, ਇਹ ਸਮਾਂ ਦੱਸੇਗਾ। ਕਿਤੇ ਅੱਗੋਂ ਪੰਜਾਬ ਗਵਰਨਮੈਂਟ ਦਾ ਕੀ ਰੁਖ ਬਣੇਗਾ ਇਹਨਾਂ ਦੇ ਨਾਲ, ਔਰ ਕਿੰਨੇ ਕੁ ਮਸਲੇ ਹੱਲ ਹੋਣਗੇ, ਕਿਉਂਕਿ ਸੈਂਟਰ ਨਾਲ ਵੀ ਸਿੱਧੀ ਗੱਲਬਾਤ ਹੈ। ਦੋਵੇਂ ਥਾਵਾਂ ਦੇ ਉੱਤੋਂ ਕੀ ਰਿਸਪੌਂਸ ਮਿਲਦਾ ਹੈ, ਕਿਸਾਨੀ ਕਿੰਨੀ ਅੱਗੇ ਆਉਂਦੀ ਆ, ਕਿਸਾਨ ਕਿੰਨੇ ਅੱਗੇ ਆਉਂਦੇ ਨੇ, ਇਹ ਤਾਂ ਹੁਣ ਸਮਾਂ ਦੱਸੇਗਾ। ਕਿਉਂਕਿ ਅਸੀਂ ਇਹੀ ਦੇਖਦੇ ਕਿ ਗਵਰਨਮੈਂਟ ਹੁਣ ਮੂਵ ਕਰ ਰਹੀ ਆ, ਪਰ ਕਿਸ ਦਿਸ਼ਾ ਵੱਲ ਮੂਵ ਕਰੇਗੀ, ਕਿੱਦਾਂ ਡਿਲੀਵਰ ਕਰੇਗੀ ਕਿਸਾਨੀ ਵਾਸਤੇ ਪੰਜਾਬ ਦੇ ਵਿੱਚ, ਇਸ ਸਮੇਂ ਤੇ ਆਉਣ ਦੇ ਉੱਤੇ ਪਤਾ ਲੱਗਣਾ। ਔਰ ਇੱਕ ਵਧੀਆ ਨਿਊਜ਼ ਇਹ ਆ ਰਹੀ ਹੈ ਕਿ ਪੰਜਾਬ ਸਿੱਖਿਆ ਬੋਰਡ ਦਾ ਜਿਹੜਾ 10ਵੀਂ ਦਾ ਨਤੀਜਾ ਆਇਆ, ਕੁੜੀਆਂ ਨੇ ਬੜੀਆਂ ਮੱਲਾਂ ਮਾਰੀਆਂ, ਬੜੇ ਮਾਰ ਕੇ ਮਾਰੇ ਨੇ, ਕਮਾਲ ਕਰਕੇ ਰੱਖ ਦਿੱਤਾ। ਔਰ ਇੱਧਰ ਜਿਹੜੀ ਅਗਨੀ ਪਥ ਯੋਜਨਾ ਵੀ ਹੈ ਅਗਨੀ ਵੀਰਾਂ ਵਾਸਤੇ, ਇਹਦੇ ਵਿੱਚ ਵੀ ਜਿਹੜੀ ਰਜਿਸਟ੍ਰੇਸ਼ਨ ਹੋ ਰਹੀ ਆ, ਮਤਲਬ ਲੱਖ ਦੇ ਕਰੀਬ ਪਹੁੰਚਣ ਵਾਲੇ ਨੇ, ਔਰ ਉਹਦੇ ਵਿੱਚ ਵੀ ਜ਼ਿਆਦਾਤਰ ਜਿਹੜੀਆਂ ਐਪਲੀਕੇਸ਼ਨਸ ਨੇ ਕੁੜੀਆਂ ਵੱਲੋਂ ਆ ਰਹੀਆਂ। ਸੋ ਇਹ ਵੀ ਇੱਕ ਵਧੀਆ ਗੱਲ ਹੈ। ਖੈਰ ਅਗਨੀ ਪਥ ਨੂੰ ਡਿਸਕਸ ਕਰਨਾ ਜਾਂ ਉਹਦੇ ਅਗੇਂਸਟ ਜਾਂ ਉਹਦੀ ਫੇਵਰ 'ਚ ਗੱਲਾਂ, ਉਹ ਇੱਕ ਵੱਖਰੀਆਂ ਗੱਲਾਂ ਨੇ, ਪਰ ਨੌਜਵਾਨਾਂ ਦਾ ਉਤਸ਼ਾਹ ਜਿਹੜਾ ਦੇਖਦੇ ਆ, ਖਾਸ ਕਰਕੇ ਕੁੜੀਆਂ ਦਾ ਅੱਗੇ ਵਧਣ ਦਾ ਉਤਸ਼ਾਹ, ਉਹ ਬੜਾ ਕਾਬਲੇ ਤਾਰੀਫ ਹੈ। ਤੁਸੀਂ ਬੀਇੰਗ ਸੀਨੀਅਰ ਕੀ ਮਹਿਸੂਸ ਕਰਦੇ, ਕਿਉਂਕਿ ਤੁਸੀਂ ਦੋਨੋਂ ਹੀ ਸਮਾਂ ਦੇਖੇ ਨੇ, ਤੁਸੀਂ ਉਹ ਸਮਾਂ ਵੀ ਦੇਖਿਆ ਜਦੋਂ ਕੁੜੀਆਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਸੀ, ਉਹਨਾਂ ਦੀ ਪੜ੍ਹਾਈ ਲਿਖਾਈ ਉੱਤੇ ਤਵੱਜੋ ਨਹੀਂ ਦਿੱਤੀ ਜਾਂਦੀ ਸੀ, ਵੀ ਇਹਨੇ ਕੀ ਕਰਨਾ, ਮੁੰਡਿਆਂ ਦੇ ਉੱਤੇ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਸੀ। ਪਰ ਅੱਜ ਦਾ ਸਮਾਂ ਤੁਸੀਂ ਚੇਂਜ ਦੇਖ ਰਹੇ ਹੋ, ਤੁਹਾਡੇ ਕੀ ਵਿਚਾਰ ਬਣਦੇ ਨੇ ਇੱਕ ਗੈਪ ਨੂੰ ਦੇਖਦੇ ਹੋਏ ਬੀਇੰਗ ਸੀਨੀਅਰ? ਖੰਨਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪੰਜਾਬੀਆਂ ਨੂੰ ਬਹੁਤ ਵੱਡੀ ਦਿਲੋਂ ਵਧਾਈ ਦਿੰਦਾ ਕਿ ਇਹ ਸਾਡੀਆਂ ਜਿੰਨੀਆਂ ਕੁੜੀਆਂ ਨੇ, ਜਿਨ੍ਹਾਂ ਨੂੰ ਪਹਿਲੋਂ ਇੱਕ ਜ਼ਮਾਨਾ ਸੀਗਾ ਨਾ, ਪਿੰਡ ਤੋਂ ਦੂਜੇ ਸਕੂਲ 'ਚ ਨਹੀਂ ਸੀ ਪੜ੍ਹਨ ਦਿੱਤਾ ਜਾਂਦਾ, ਘੱਟ ਜਾਂਦੇ ਸੀ। ਪਿੰਡ ਦੇ ਪ੍ਰਾਇਮਰੀ ਸਕੂਲ ਤੱਕ ਜਾਂ 8ਵੀਂ ਤੱਕ ਜਿਹੜਾ ਸਕੂਲ ਹੈ, ਉੱਥੇ ਵਿਚਾਰੀਆਂ ਪੜ੍ਹ ਕੇ ਆਪਣੀ ਪੜ੍ਹਾਈ ਪੂਰੀ ਕਰ ਲੈਂਦੀਆਂ ਸੀ, ਉਸ ਜ਼ਮਾਨੇ ਦੀ ਗੱਲ। ਪਰ ਹੁਣ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਰਿਜ਼ਲਟ ਆਇਆ 10ਵੀਂ ਦਾ, ਉਹਦੇ 'ਚ ਇਹਨਾਂ ਨੇ ਬਹੁਤ ਵੱਡੇ ਮਾਰਕੇ ਮਾਰੇ ਕੁੜੀਆਂ ਨੇ, ਜਿਹਦੇ 'ਚ ਫਿਰੋਜ਼ਪੁਰ ਦੀ ਨੈਂਸੀ ਕੁੜੀ ਆ, ਜਿਹਨੇ 650 ਨੰਬਰਾਂ ਤੋਂ ਟੋਟਲ ਨੰਬਰ ਸੀਗਾ, ਉੱਥੋਂ 645 ਨੰਬਰ ਲਏ, 4-5 ਨੰਬਰਾਂ ਦੀ ਘਾਟ ਆ, ਔਰ 99 ਪੁਆਇੰਟ ਕੁਛ ਸਮਥਿੰਗ ਜਿਹੜਾ 100% ਤਕਰੀਬਨ ਇਹਨਾਂ ਨੇ 100% ਹੀ ਜਿਹੜਾ ਕੀਤਾ, ਜਿਹੜਾ ਇਹਨਾਂ ਨੇ ਆਪਣਾ ਰਿਜ਼ਲਟ ਲਿਆ। ਔਰ ਇਹਦੇ ਨਾਲ ਹੀ ਸੰਗਰੂਰ ਤੋਂ 2 ਕੁੜੀਆਂ, ਦਿਲਪ੍ਰੀਤ ਆ, ਇੱਕ ਕੁੜੀ ਦੂਜੀ ਨਾਲ ਆ, ਉਹ ਪਹਿਲੇ ਤੇ ਦੂਜੇ ਨੰਬਰ ਤੇ ਆਈਆਂ। ਔਰ ਬਾਕੀ ਪੰਜਾਬ ਦੇ ਜਲੰਧਰ 'ਚੋਂ ਜਿਹੜੀਆਂ ਨੇ ਕੁਝ 7 ਸੀਟਾਂ ਜਿਹੜੀਆਂ ਅਪਰ ਸੀਟਾਂ ਜਲੰਧਰ ਦੇ ਲਈਆਂ ਬੱਚਿਆਂ ਨੇ। ਔਰ ਇਹਦੇ 'ਚ ਇਹ ਘੱਟੋ ਘੱਟ ਵੀ 98 ਤੋਂ ਅਬਵ ਜਿਹੜਾ ਪਰਸੈਂਟੇਜ ਗਈ ਬੱਚਿਆਂ ਦੀ ਆਲ ਓਵਰ ਪੰਜਾਬ 'ਚ।
ਔਰ ਮੈਕਸਿਮਮ ਜਿਹੜੀਆਂ ਕੁੜੀਆਂ ਅੱਗੇ ਰਹੀਆਂ, ਕੁੜੀਆਂ ਦਾ ਜਿਹੜਾ ਰਿਜ਼ਲਟ ਸੀ ਬਹੁਤ ਅੱਛਾ ਆ ਔਰ ਉਹਨਾਂ ਨੇ 100% ਹੀ ਤਕਰੀਬਨ ਲੈ ਲਿਆ ਕੁੜੀਆਂ ਨੇ, ਬਿਲਕੁਲ ਇੱਥੋਂ ਤੱਕ ਆ। ਔਰ ਇਹਦੇ ਵਿੱਚ ਇਹ ਹੈਗਾ ਸਕੂਲ ਵੀ ਜਿਹੜੇ ਪਿੰਡਾਂ ਦੇ ਸਕੂਲਾਂ 'ਚ, ਇਹ ਨਹੀਂ ਗਾ ਕੋਈ ਅਰਬਨਾਈਜ਼ ਜਿਹੜੇ ਸਕੂਲ ਉਹਨਾਂ 'ਚ ਹੈਗੇ ਆ, ਪਿੰਡਾਂ ਦੇ ਜਿਹੜੇ ਰਿਮੋਟ ਏਰੀਏ ਦੇ ਸਕੂਲਾਂ 'ਚ ਪੜ੍ਹ ਕੇ ਕੁੜੀਆਂ ਨੇ ਮਿਹਨਤ ਕਰਕੇ ਕਿੱਥੋਂ ਤੱਕ ਗਏ ਆ। ਉਹ ਜ਼ਮਾਨਾ ਸੀ ਜਦੋਂ ਦੀਵੇ ਨਾਲ ਪੜ੍ਹਾਈ ਕੀਤੀ ਜਾਂਦੀ ਸੀ। ਹੁਣ ਵੀ ਪੰਜਾਬ ਦੇ ਪਿੰਡ ਤਾਂ ਚਲੋ ਅੱਗੇ ਆ ਗਏ ਆ, ਪਰ ਬਿਜਲੀ ਦੇ ਕੱਟ ਕਿੰਨੇ ਲੱਗਦੇ ਰਹੇ, ਕਿੰਨਾ ਕੁਛ ਹੁੰਦਾ ਰਿਹਾ, ਫਿਰ ਵੀ ਉਹਨਾਂ ਨੇ ਇਨ ਐਡੀਸ਼ਨ ਕੋਈ ਨਾ ਕੋਈ ਚਾਨਣ ਕਰਕੇ ਘਰ 'ਚ ਰਾਤ ਦਿਨ ਪੜ੍ਹਾਈ ਕੀਤੀ ਹੈ। ਔਰ ਇੱਕ ਕੁੜੀ ਹੈ ਜਿਹੜਾ ਕਾਰਪੈਂਟਰ ਹੈ, ਉਹਦੀ ਕੁੜੀ ਹੈ ਜਿਹੜੀ ਕੁੜੀ ਪਹਿਲੇ ਨੰਬਰ 'ਤੇ ਆਈ ਪੰਜਾਬ 'ਚ। ਔਰ ਇਹ ਕਿੰਨੀ ਵੱਡੀ ਗੱਲ ਹੈ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਦੀ ਕੁਆਲਿਟੀ ਔਰ ਕਿਸ ਤਰ੍ਹਾਂ ਦੀ ਜਿਹੜੀ ਆ ਉਹਨਾਂ ਨੂੰ ਸਹੂਲਤਾਂ ਦਿੱਤੀਆਂ, ਕਿੰਨਾ ਕੁ ਉਹਨਾਂ 'ਤੇ ਵਿਚਾਰਿਆਂ ਨੇ ਟਾਈਮ ਦਿੱਤਾ। ਔਰ ਜੇ ਬੱਚੇ ਨੂੰ, ਕੁੜੀਆਂ ਨੂੰ ਪੜ੍ਹਾਉਣਾ ਥੋੜ੍ਹਾ ਜਿਹਾ ਔਖਾ ਇਸ ਕਰਕੇ ਹੁੰਦਾ ਕਿ ਬੱਚੇ ਰਾਤ ਬਰਾਤੇ ਨਹੀਂ ਜਾ ਸਕਦੇ ਬਾਹਰ ਟਿਊਸ਼ਨ ਪੜ੍ਹਨ, ਜਾਂ ਕੁੜੀਆਂ ਬਾਹਰ ਇਕੱਲੀਆਂ ਨਹੀਂ ਨਿਕਲ ਸਕਦੀਆਂ, ਕਈ ਜਗ੍ਹਾ 'ਤੇ ਔਖਾ ਵੀ ਹੈਗਾ, ਖਾਸ ਕਰਕੇ ਪਿੰਡਾਂ ਦੀਆਂ ਗਲੀਆਂ 'ਚ। ਔਰ ਇਹ ਕੁੜੀ ਨੂੰ ਪੜ੍ਹਾਉਣਾ ਬਹੁਤ ਇੱਕ ਪੁੰਨ ਵੀ ਹੈਗਾ। ਕੋਈ ਜ਼ਮਾਨੇ 'ਚ ਜਿਹੜੇ ਲੋਕ, ਜਿਹੜੇ ਐਜੂਕੇਸ਼ਨਿਸਟ, ਇਹ ਕਹਿੰਦੇ ਸੀਗੇ ਕਿ ਕੁੜੀ ਨੂੰ ਪੜ੍ਹਾਉਣ ਨਾਲ 3 ਘਰ ਪੜ੍ਹ ਜਾਂਦੇ ਆ। ਇਸ ਤਰ੍ਹਾਂ ਦਾ ਹੈਗਾ ਕਿ ਇੱਕ ਘਰ 'ਚ ਜਿੱਥੇ ਜੰਮੀ ਹੈ, ਜਿੱਥੇ ਪੜ੍ਹੀ ਆ, ਉਹ ਘਰ ਦੇ ਬੱਚੇ ਉਹਦੇ ਵੱਲ ਵੇਖ ਕੇ ਰੀਸੋ ਵੀ ਅੱਗੇ ਪੜ੍ਹਨਗੇ, ਉਹ ਨਿੱਕੇ ਭੈਣ ਭਰਾਵਾਂ ਨੂੰ ਪੜ੍ਹਾਊਗੀ। ਜਦੋਂ ਵਿਆਹੀ ਗਈ ਫਿਰ ਆਪਣੇ ਬੱਚਿਆਂ ਨੂੰ ਪੜ੍ਹਾਊਗੀ, ਘਰਦਿਆਂ ਨੂੰ, ਹੈ ਨਾ, ਸਾਰੇ ਬੱਚਿਆਂ ਨੂੰ, ਸਾਰਾ ਪਰਿਵਾਰ ਵੀ ਪੜ੍ਹੇਗਾ, ਪਰਿਵਾਰ ਦੇ ਪੜ੍ਹਨਗੇ। ਫਿਰ ਸਕੂਲੇ ਜਾਊਗੀ, ਟੀਚਰ ਬਣ ਕੇ ਉੱਥੇ ਪੜ੍ਹਾਊਗੀ ਉਸ ਕਮਰੇ 'ਚ, ਉਸ ਬੱਚਿਆਂ ਨੂੰ ਉੱਥੇ ਐਜੂਕੇਸ਼ਨ ਦਿਓ। ਜਿਹੜਾ ਬੰਦਾ ਵਾ ਇਹ ਤਾਂ ਜਾ ਕੇ ਘਰਦਿਆਂ ਤੋਂ ਬਾਅਦ ਸਕੂਲ 'ਚ ਇਕੱਲੇ ਬੱਚਿਆਂ ਨੂੰ ਪੜ੍ਹਾਊਗਾ। ਕੁੜੀ ਜਿਹੜੀ ਆਂਦੇ ਬੜੀ ਵਿਦਿਆ ਦਾ ਚਾਨਣ ਵੰਡਦੀ ਹੈ। ਇਹ ਬਿਲਕੁਲ ਇੱਕ ਐਸਾ ਉਜਾਲਾ ਵਾ ਚਾਨਣ ਦਾ ਜਿਹੜਾ ਬੱਚਿਆਂ ਤੱਕ ਬਹੁਤ ਦੂਰ ਤੱਕ ਨਹੀਂ, ਦੂਰ ਜਿਹੜੀਆਂ ਗਲੀ ਗੁਆਂਢ ਤੱਕ ਵੀ ਪਹੁੰਚ ਜਾਂਦਾ। ਕੁੜੀ ਨੂੰ ਪੜ੍ਹਾਉਣਾ ਬਹੁਤ ਵੱਡਾ ਪੁੰਨ ਆ ਔਰ ਕਿਸੇ ਤੋਂ ਵੀ ਘੱਟ ਨਹੀਂ ਹੈਗੀਆਂ। ਪੁਰਾਣੇ ਸਮੇਂ ਦੇ ਵਿੱਚ ਗਲਤ ਸੋਚ ਸੀ ਜਿਸ ਕਰਕੇ ਕੁੜੀਆਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਸੀ, ਪਰ ਹੁਣ ਅਸੀਂ ਇਹ ਦੇਖਦੇ ਹਾਂ ਕਿ ਮੁੰਡਿਆਂ ਤੋਂ ਅੱਗੇ ਵੱਧਦੀਆਂ ਪਈਆਂ ਨੇ ਔਰ ਬੜੀਆਂ ਹੋਣਹਾਰ, ਬੜੀਆਂ ਟੈਲੈਂਟ ਨੇ। ਔਰ ਜਿਨ੍ਹਾਂ ਦੇ ਘਰ ਬੇਟੀਆਂ ਨੇ ਉਹਨਾਂ ਨੂੰ ਹਮੇਸ਼ਾ ਪ੍ਰਾਊਡ ਰਹਿੰਦਾ ਹੈ ਆਪਣੀਆਂ ਇਹਨਾਂ ਬੇਟੀਆਂ ਦੇ ਉੱਤੇ। ਮਾਂ ਪਿਓ ਨੂੰ ਵੀ ਅੱਛਾ ਸੰਭਾਲਦੀਆਂ, ਬੜੀ ਅੱਛੀ ਕੇਅਰ ਕਰਦੀਆਂ ਕੁੜੀਆਂ। ਬਿਲਕੁਲ ਸਹੀ ਗੱਲ ਨਾ। ਮੁੰਡੇ ਇੱਥੋਂ ਤੱਕ ਹੁੰਦੇ ਆ, ਮੁੰਡੇ ਤਾਂ ਹੁੰਦੇ ਆ ਵੀ ਬਾਪੂ ਦਾ ਬਟੂਆ ਵੇਖਣਗੇ, ਮੋਟਰਸਾਈਕਲ ਤੇ ਕਿੱਕ ਮਾਰਨੀ ਆ, ਤੇਲ ਪਾਉਣਗੇ, ਹੈ ਨਾ, ਤੇ ਕਿਹੜੇ ਰਿਜ਼ੋਰਟ 'ਚ ਜਾਣਾ, ਰੈਸਟੋਰੈਂਟ 'ਚ ਕਿੱਥੇ ਜਾਣਾ, ਉੱਧਰ ਦਾ ਧਿਆਨ ਹੋਊਗਾ। ਇਹਨਾਂ ਨਾਲ ਤਾਂ ਜਾਂ ਜ਼ਮੀਨ ਵਾਲੇ ਪਾਸੇ ਕਿੰਨੀ ਕੁ ਜ਼ਮੀਨ ਹੈਗੀ ਆ, ਚਿੱਟਾ ਸੂਟ ਕਦੋਂ ਪਾਉਣਾ, ਬੂਟ ਕਿੱਥੇ ਪਏ ਆ, ਇਹਨਾਂ ਦਾ ਇਹ ਧਿਆਨ ਹੁੰਦਾ। ਉਹ ਕੁੜੀਆਂ ਜਿਹੜੀਆਂ ਮਾਂ ਪਿਓ ਦੀ ਰਸੋਈ ਦਾ ਕੰਮ ਵੀ ਕਰਦੀਆਂ, ਘਰ ਦਾ ਵੀ ਕੰਮ ਕਰਦੀਆਂ, ਮਾਂ ਪਿਓ ਨੂੰ ਦੇਖਦੀਆਂ ਵੀ ਆ, ਬਿਮਾਰ ਨੂੰ ਵੀ ਵੇਖਦੀਆਂ, ਵਿਆਹ ਤੋਂ ਬਾਅਦ ਵੀ ਆਪਣੇ ਮਾਂ ਪਿਓ ਦਾ ਖਿਆਲ ਰੱਖਦੀਆਂ। ਪੇਕਿਆਂ ਤੋਂ ਕਹਿੰਦੀ ਵੀ ਠੰਡੀ ਹਵਾ ਆਵੇ ਤੇ ਸਾਡੇ ਬਿਲਕੁਲ ਜੀ, ਸਹੀ ਗੱਲ ਹੈ, ਸੁਖੀ ਵਸਣ, ਤਾਂ ਉਹਨਾਂ ਦੀਆਂ ਅਰਦਾਸਾਂ ਕਰਦੀਆਂ। ਖਾਸ ਤੌਰ ਤੇ ਕੁੜੀਆਂ ਪੰਜਾਬ ਦੀਆਂ ਨਹੀਂ, ਬਾਕੀ ਕੁੜੀਆਂ ਵੀ ਸਾਰੀਆਂ ਕਰਦੀਆਂ, ਪਰ ਅਸੀਂ ਪੰਜਾਬ ਦੀਆਂ ਕੁੜੀਆਂ ਨੂੰ ਵੇਖਦੇ ਹਾਂ, ਬਹੁਤ ਅੱਛੀਆਂ ਕੁੜੀਆਂ ਨੇ। ਬੇਸ਼ੱਕ ਮਾਂ ਦੇ ਰੂਪ ਦੇ ਵਿੱਚ, ਭੈਣਾਂ ਦੇ ਰੂਪ ਦੇ ਵਿੱਚ, ਬੇਟੀਆਂ ਦੇ ਰੂਪ ਦੇ ਵਿੱਚ, ਔਰ ਜੀਵਨ ਸਾਥੀ ਦੇ ਰੂਪ ਦੇ ਵਿੱਚ ਬੜੀਆਂ ਨੇਕ ਔਰ ਆਪਣੇ ਘਰ ਨੂੰ ਸੰਭਾਲਣ ਵਾਲੀਆਂ। ਤੁਸੀਂ ਬਟੂਏ ਦੀ ਗੱਲ ਕੀਤੀ ਹੈ ਨਾ, ਬਾਪੂ ਦਾ ਬਟੂਆ ਦੇਖਦੇ ਨੇ, ਇੱਥੇ ਈਡੀ ਵੀ ਬਟੂਏ ਦੇਖਦੀ ਪਈ ਹੈ। ਈਡੀ ਵੀ ਬਟੂਏ ਦੇਖਦੀ ਪਈ ਹੈ ਤੇ ਕੰਪਨੀਆਂ ਦੇ ਉੱਤੇ ਛਾਪੇ ਪੈਂਦੇ ਪਏ ਨੇ। 44 ਦੇ ਕਰੀਬ ਕੰਪਨੀਆਂ ਦੇ ਉੱਤੇ ਛਾਪੇ ਪੈ ਗਏ ਨੇ। ਹੁਣ ਕੰਪਨੀਆਂ ਦੇ ਬਟੂਏ ਦੇਖਦੀ ਪਈ ਹੈ ਐਨਫੋਰਸਮੈਂਟ ਡਾਇਰੈਕਟੋਰੇਟ। ਸੋ ਇਹਦੇ ਬਾਰੇ ਵੀ ਨਵੀਆਂ ਡਿਵੈਲਪਮੈਂਟਸ ਮਿਲਦੀਆਂ ਨੇ ਕਿ ਉਹਨਾਂ ਦੇ ਸਾਰੇ ਕਿੰਨੇ ਖਜ਼ਾਨੇ ਨੇ, ਕਿੰਨੀਆਂ ਪ੍ਰਾਪਰਟੀਆਂ ਨੇ, ਜਿਹੜੀਆਂ ਬਾਹਰ ਦੀਆਂ ਵੀਵੋ ਤੱਕ ਦੇ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੀਆਂ ਕਿੰਨੀਆਂ ਪ੍ਰਾਪਰਟੀਆਂ ਨੇ ਔਰ ਉਹਨਾਂ ਦੀ ਇਨਵੈਸਟਮੈਂਟ ਕਿੰਨੀ ਹੈ, ਪੂਰੀ ਕੈਪੀਟਲ ਕਿੰਨੀ ਆ, ਉਹਦੇ ਬਾਰੇ ਵੀ ਹੁਣ ਛਾਪੇ ਸ਼ੁਰੂ ਹੋ ਗਏ ਨੇ। ਮਤਲਬ ਜਿਹੜੀ ਵਿਦੇਸ਼ੀ ਧਰਤੀ ਤੋਂ ਆ ਕੇ ਭਾਰਤ ਦੀ ਧਰਤੀ ਦੇ ਉੱਤੇ, ਪੰਜਾਬ ਦੀ ਧਰਤੀ ਦੇ ਉੱਤੇ ਮਲਟੀਨੈਸ਼ਨਲ ਕੰਪਨੀਆਂ ਕਰਦੀਆਂ ਪਈਆਂ ਨੇ ਬਿਜ਼ਨਸ, ਉਹਨਾਂ ਦੇ ਉੱਤੇ ਵੀ ਈਡੀ ਦਾ ਸ਼ਿਕੰਜਾ ਹੁਣ ਕੱਸਦਾ ਪਿਆ। ਈਡੀ ਨੇ ਥੋੜ੍ਹਾ ਜਿਹਾ ਹੁਣ ਆਪਣਾ ਜਿਹੜਾ ਦਾਇਰਾ ਜਾਂ ਜਿਹੜਾ ਇਹਨਾਂ ਲਾਈਨ ਆ ਥੋੜ੍ਹੀ ਤੋੜੀ ਇਸ ਗੱਲੋਂ। ਪਹਿਲਾਂ ਤਾਂ ਰਾਜਨੇਤਾ ਜਾਂ ਪੋਲੀਟੀਕਲ ਲੀਡਰ ਜਿਹੜੇ ਉਹ ਸੀਗੇ ਫੜੇ ਜਾ ਰਹੇ, ਉਹਨਾਂ 'ਤੇ ਇਨਕੁਆਇਰੀ ਵੀ ਹੁੰਦੀ ਸੀ, ਹੈ ਨਾ, ਜਿਸ ਤਰ੍ਹਾਂ ਰਾਹੁਲ ਗਾਂਧੀ ਜੀ ਬੜੀ ਦੇਰ ਇਹਨਾਂ ਦੇ ਇਨਕੁਆਇਰੀ 'ਚ ਰਹੇ ਔਰ ਉੱਥੇ ਪ੍ਰਦਰਸ਼ਨ ਹੋਈਆਂ, ਬੜਾ ਕੁਛ ਹੋਇਆ ਔਰ ਸ਼ਾਇਦ ਉਹ 'ਚੋਂ ਇਹਨਾਂ ਨੂੰ ਕੁਛ ਮਿਲਿਆ ਜਾਂ ਨਹੀਂ ਮਿਲਿਆ, ਜੇ ਇਨਕੁਆਇਰੀ ਤੋਂ ਬਾਅਦ ਪਤਾ ਲੱਗੂਗਾ। ਪਰ ਹੁਣ ਜਿਹੜੀ ਇਹਨਾਂ ਨੇ ਕੀਤੀ, ਵੀਵੋ ਜਿਹੜੀ ਕੰਪਨੀ ਬਹੁਤ ਵੱਡੀ ਆ ਔਰ ਵਰਲਡ ਵਾਈਡ ਕੰਪਨੀ ਆ, ਔਰ ਇਹਦੇ 'ਚ ਵੀਵੋ ਦੇ ਜਿਹੜੇ ਮੋਬਾਈਲ ਆ, ਸੈੱਲਫੋਨ ਵਗੈਰਾ ਵੀ ਬਹੁਤ ਬਣਦੇ ਆ ਰਹੇ ਆ ਔਰ ਵਿਕਦੇ ਵੀ ਹੈਗੇ ਆ। ਉਹ ਚਾਈਨਾ ਨਾਲ ਵੀ ਰਿਲੇਟਡ ਹੈ, ਅਮਰੀਕਾ ਨਾਲ ਵੀ ਹੈ, ਬੜੀ ਦੂਰ ਤੱਕ ਇਹਦੇ ਬਣੇ ਨੇ। ਮਨੀ ਲਾਂਡਰਿੰਗ ਦਾ ਇਹਦੇ 'ਤੇ ਆਰੋਪ ਸੀਗਾ ਔਰ ਉਹਦੇ ਆਰੋਪ ਦੇ ਵਿੱਚ ਇਹਨਾਂ ਨੇ 44 ਟਿਕਾਣਿਆਂ 'ਤੇ ਛਾਪੇ ਮਾਰਿਆ, ਰੇਡ ਕੀਤੇ ਆ। ਉਹ 'ਚੋਂ ਬਹੁਤ ਬੰਦੇ ਹਿਰਾਸਤ ਵਿੱਚੋਂ ਲਏ ਆ ਔਰ ਉਹਨਾਂ ਕੋਲ ਪੁੱਛ-ਦੱਸ ਚੱਲ ਰਹੀ ਆ, ਉਹਨਾਂ ਦੀ ਇਨਕੁਆਇਰੀ ਚੱਲ ਰਹੀ ਆ। ਉਹਨਾਂ ਕੋਲ ਪੈਸਾ ਵੀ ਬਰਾਮਦ ਹੋਇਆ ਔਰ ਉਹ ਸਾਰਾ ਪੈਸਾ ਜਿਹੜਾ ਹੁਣ ਉਹਨਾਂ ਦੇ ਆਪਣੇ ਅਖਤਿਆਰ ਦੇ ਅੰਦਰ ਆ ਔਰ ਉਹਨਾਂ ਨੂੰ ਸਾਰੀ ਗਿਣਤੀ ਹੋ ਗਈ ਕਿ ਕਿੱਧਰ ਅਟੈਚਮੈਂਟ ਸੀ ਇਹਨਾਂ ਦੀ ਔਰ ਕਿਹੜੀ ਕੰਪਨੀਆਂ ਨਾਲ ਹੋਰ ਇਹਨਾਂ ਦਾ ਰਾਬਤਾ ਸੀਗਾ। ਔਰ ਪੈਸਾ ਇੱਥੋਂ ਇੰਡੀਆ ਤੋਂ
ਬਾਹਰਲੇ ਦੇਸ਼ਾਂ 'ਚ ਕਿਸ ਤਰ੍ਹਾਂ ਜਾਂਦਾ ਸੀ, ਬਾਹਰਲੇ ਸੂਬਿਆਂ 'ਚ ਇਹਨਾਂ ਦੇ ਕਿਸ ਤਰ੍ਹਾਂ ਜਾਂਦਾ ਸੀਗਾ। ਕਈ ਤਰ੍ਹਾਂ ਦੀਆਂ ਇਹਨਾਂ ਨੇ ਹੋਰ ਏਜੰਸੀਆਂ ਅੱਗੇ ਬਣਾਈਆਂ ਸੀਗੀਆਂ, ਉਹਨਾਂ ਦੀ ਸਿਸਟਰ ਕੰਸਰਨਸ ਬਣਾਈਆਂ ਹੋਈਆਂ ਸੀ। ਅੱਗੇ ਬ੍ਰਾਂਚਾਂ ਉਹਨਾਂ ਦੀਆਂ ਜਿਹੜੀਆਂ ਸੀਗੀਆਂ ਐਸੋਸੀਏਟ ਬ੍ਰਾਂਚ, ਉਹ ਵੀ ਇਹਨਾਂ ਨੇ ਫੜ ਲਈਆਂ। ਹੁਣ ਇਹਨਾਂ ਦਾ ਉਧਰ ਇਸ ਵੇਲੇ ਪੂਰਾ ਸਕੰਜਾ ਕੱਸਿਆ, ਔਰ ਉਸ ਸਕੰਜੇ 'ਚ ਬੜੇ ਵੱਡੇ ਜਿਹੜੇ ਹੈਗੇ ਕਾਰਪੋਰੇਟ ਘਰਾਣੇ ਉਹ ਵੀ ਅੰਦਰ ਆ ਰਹੇ ਆ, ਰਾਜਨੇਤਾ ਵੀ ਆਉਣਗੇ ਜਦੋਂ ਤੱਕ ਇਹਨਾਂ ਨੇ ਹੁਣ ਕਿਉਂਕਿ ਜਦੋਂ ਤੱਕ ਪੋਲੀਟੀਕਲ ਕੱਟਸ ਨਾ ਹੋਣ ਇਹ ਕੰਪਨੀਆਂ ਇਦਾਂ ਦੇ ਕੰਮ ਕਰ ਹੀ ਨਹੀਂ ਸਕਦੀਆਂ। ਪੋਲੀਟੀਕਲ ਸ਼ੈ ਜ਼ਰੂਰੀ ਹੈ ਇਹਨਾਂ 'ਚ। ਪੋਲੀਟੀਕਲ ਪ੍ਰੈਸ਼ਰ ਤਾਂ ਜਿਹੜਾ ਉਹ ਹੁੰਦਾ ਹੀ ਆ, ਜਦੋਂ ਪਾਉਣਾ ਹੀ ਆ, ਪਰ ਇਹਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਹਮਾਇਤ ਆ ਜਾਂ ਉਹਨਾਂ ਦੀ ਇਮਦਾਦ ਆ ਪੱਕੇ ਤੌਰ 'ਤੇ ਹੁੰਦੀ ਹੈ, ਨਹੀਂ ਤੇ ਸਾਰਾ ਕੁਝ ਨਹੀਂ ਕਰਦੀਆਂ। ਔਰ ਇਹਦੇ ਤੱਕ ਅਪਰ ਜਿਹੜੀ ਗੌਰਮੈਂਟ ਉੱਥੋਂ ਤੱਕ ਹੀ ਹੁੰਦੀ ਹੈ, ਸਟੇਟ ਗੌਰਮੈਂਟ ਜਿਹੜੀ ਉਹਦੇ ਨਾਲ ਹੁੰਦੀ ਹੈ। ਸਹੀ ਗੱਲ ਹੈ, ਐਵੇਂ ਤਾਂ ਨਹੀਂ ਹੁੰਦਾ, ਕਿਉਂਕਿ ਕਈ ਵਾਰੀ ਜਗ੍ਹਾ ਦਿੰਦੇ ਆ, ਜਗ੍ਹਾ ਉੱਥੋਂ ਦਿੰਦੇ ਆ, ਔਰ ਉਹਨਾਂ ਨੂੰ ਮੈਸੇਜ ਜਾਂਦਾ ਕਿ ਤੁਸੀਂ ਸਾਡੇ ਕੋਲ ਇੱਥੇ ਆਓ, ਇੱਥੋਂ ਲਾਂਚ ਕਰੋ, ਇਹ ਰਿਚੈਸਟ ਸਟੇਟ ਆ, ਔਰ ਇੱਥੇ ਪੈਸਾ ਤੁਹਾਨੂੰ ਵੱਧ ਹੋ ਜਾਊਗਾ। ਇੱਕ ਚੀਜ਼ ਇਹ ਵੀ ਹੈ ਜੋ ਅੰਦਰ ਦੀ ਸਾਰੀ ਗਹਿਰਾਈ ਜਾਣਦੇ ਨੇ ਨਾ, ਜੋ ਇਹ ਭੇਦ ਜਾਣਦੇ ਨੇ ਇਸ ਬਿਜ਼ਨਸ ਦੇ, ਬਰੀਕੀਆਂ ਜਾਣਦੇ ਨੇ, ਉਹ ਕਹਿੰਦੇ ਨੇ ਕਿ ਜਿਹੜਾ ਮੋਬਾਈਲ ਹੈ ਨਾ ਉਹਦੀ ਕਾਸਟ ਆਫ ਪ੍ਰੋਡਕਸ਼ਨ ਇੰਨੀ ਹੁੰਦੀ ਨਹੀਂ ਆ, ਉਹ ਸਸਤੇ ਹੁੰਦੇ ਨੇ। ਪਰ ਜਿਹੜੇ ਪੋਲੀਟੀਕਲ ਕੱਟਸ ਵਿੱਚ ਆ ਜਾਂਦੇ ਨੇ ਨਾ, ਲਾਇਸੈਂਸ ਦੇਣਾ ਜੀ, ਪਰਮਿਸ਼ਨਸ ਦੇਣੀਆਂ ਜੀ, ਇਹ ਜਿਹੜੇ ਪੋਲੀਟੀਕਲ ਕੱਟਸ ਕਰਕੇ ਕੀਮਤ ਵੱਧ ਜਾਂਦੀ ਹੈ, ਕਿਉਂਕਿ ਇਹ ਪੈਸਾ ਉਹਨਾਂ ਪੋਲੀਟੀਕਲ ਕੱਟਸ ਦੇ ਵਿੱਚ ਜਾਂਦਾ ਹੈ ਕੰਪਨੀਆਂ ਵੱਲੋਂ, ਤਾਂ ਹੀ ਉਹ ਸਰਵਾਈਵ ਕਰਦੀਆਂ ਨੇ, ਤਾਂ ਹੀ ਉਹਨਾਂ ਦਾ ਬਿਜ਼ਨਸ ਚੱਲਦਾ ਹੈ। ਸੋ ਇਹ ਰਾਜਨੀਤੀ ਉਹਦੇ ਵਿੱਚ ਜ਼ਰੂਰ ਮਿਕਸ ਹੁੰਦੀ ਹੈ, ਕਾਰਪੋਰੇਟਸ ਤੇ ਹੁੰਦਾ ਹੀ ਹੈ, ਕਿਉਂਕਿ ਜਿੱਥੇ ਪੈਸੇ ਨੂੰ ਖਿੱਚਦਾ, ਹਰ ਚੀਜ਼ ਵਿੱਚ ਮਿਲੀ ਹੋਈ ਹੈ, ਇਨਵੋਲਵਮੈਂਟ ਹੁੰਦੀ ਹੈ। ਹੁਣ ਈਡੀ ਨੇ ਕੇਸ ਫੜਿਆ, ਠੀਕ ਹੈ, ਹੁਣ ਇਸ ਵਕਤ ਸੁਰਖੀਆਂ ਬਣੀਆਂ ਹੋਈਆਂ ਨੇ, ਇਹ ਹੁਣ ਅੱਗੇ ਜਾ ਕੇ ਕਿੱਥੇ ਪਹੁੰਚੂਗਾ, ਕਿਉਂਕਿ ਕਈ ਈਡੀ ਨੇ ਕੇਸ ਫੜੇ ਔਰ ਬਹੁਤ ਘੱਟ ਨੇ ਜਿਹੜੇ ਸਿਰੇ ਚੜੇ ਹੋਣ, ਵਿੱਚ ਹੀ ਕਿਤੇ ਰੁੜ ਖੁੱਲ ਜਾਂਦੇ ਨੇ, ਉਹ ਵਿੱਚ ਹੀ ਪਤਾ ਨਹੀਂ ਕੀ ਹੋ ਜਾਂਦਾ ਕੀ ਨਹੀਂ ਹੋ ਜਾਂਦਾ, ਇਨਕੁਆਇਰੀਆਂ ਰੁਕ ਜਾਂਦੀਆਂ ਨੇ, ਉੱਤੋਂ ਪ੍ਰੈਸ਼ਰ ਆ ਜਾਂਦੇ ਹੋਣਗੇ, ਫੋਨ ਆ ਜਾਂਦੇ ਹੋਣਗੇ। ਅਸੀਂ ਜਾਣਦੇ ਹੀ ਹਾਂ ਜੋ ਸਾਡੇ ਦੇਸ਼ ਵਿੱਚ ਹੁੰਦਾ ਹੈ, ਸਾਨੂੰ ਸਭ ਨੂੰ ਪਤਾ ਕਿ ਉੱਤੋਂ ਪੋਲੀਟੀਕਲ ਪ੍ਰੈਸ਼ਰਸ ਹੋ ਜਾਂਦੇ ਨੇ, ਉਹ ਇਨਕੁਆਇਰੀਆਂ ਵਿੱਚ ਹੀ ਰਹਿ ਜਾਂਦੀਆਂ ਨੇ, ਉਹ ਕੋਈ ਰਿਜ਼ਲਟ ਨਹੀਂ ਪਤਾ ਹੁੰਦਾ, ਔਰ ਪਬਲਿਕ ਆਪਣੀ ਰੋਜ਼ੀ ਰੋਟੀ ਦੇ ਚੱਕਰਾਂ 'ਚ ਇੰਨੀ ਫਸੀ ਹੋਈ ਹੈ, ਉਹਦਾ ਕੋਈ ਧਿਆਨ ਵੀ ਨਹੀਂ ਹੁੰਦਾ। ਖੈਰ, ਇਸ ਵਕਤ ਇਹ ਨਿਊਜ਼ ਸੁਰਖੀਆਂ ਬਟੋਰਦੀ ਪਈ ਆ ਕਿ ਈਡੀ ਨੇ ਛਾਪਾ ਮਾਰਿਆ ਵੀਵੋ ਦੇ ਉੱਤੇ ਤੇ 44 ਟਿਕਾਣਿਆਂ ਦੇ ਉੱਤੇ। ਇਹ ਫਿਰ ਜਦੋਂ ਸਾਡੇ ਖਬਰਾਂ ਆਉਂਦੀਆਂ ਜਾਂ ਸਾਡੇ ਕੋਲ ਮੀਡੀਆ ਤੇ ਚੱਲਦੀਆਂ ਜਾਂ ਪ੍ਰਿੰਟ ਮੀਡੀਆ ਤੇ ਲਿਖਿਆ ਜਾਂਦਾ, ਉਦੋਂ ਤਾਂ ਹੈਡਲਾਈਨ ਹੁੰਦੀਆਂ, ਉਦੋਂ ਸੁਰਖੀਆਂ 'ਚ ਆਉਂਦੀਆਂ, ਉਹ ਲੋਕ ਪੜ੍ਹਦੇ ਵੀ ਬੜੇ ਮਜ਼ੇ ਨਾਲ, ਪਤਾ ਵੀ ਲੱਗਦਾ ਵੀ ਯਾਰ ਚੰਗਾ ਹੋ ਗਿਆ, ਇਹ ਕੈਪਚਰ ਹੋ ਗਿਆ, ਹੁਣ ਇਹਨਾਂ ਤੇ ਸਕੰਜਾ ਕੱਸਿਆ ਗਿਆ, ਕੀ ਹੁੰਦਾ। ਤੁਹਾਡੀ ਗੱਲ ਸਹੀ ਹੈ। ਉਹਦੋਂ ਬਾਅਦ ਅਗਲੇ ਦਿਨ ਤੱਕ ਕੁਝ ਨਹੀਂ ਪਤਾ ਲੱਗਦਾ। ਕਦੀ ਫਾਲੋ ਕੋਈ ਨਿਊਜ਼ ਵੇਖੀ ਹੈ? ਹੁਣ ਉੱਤੇ ਕੇਸ ਚੱਲ ਰਿਹਾ, ਆਹ ਧਾਰਾ ਲੱਗ ਗਈ ਆ, ਅਪਰੂਵ ਹੋ ਗਿਆ, ਆਹ ਜਿਹੜੇ ਗਵਾਹ ਆ ਗਏ ਆ, ਹੁਣ ਉਹਨਾਂ ਨੂੰ ਇਸ ਸਟੇਜ 'ਤੇ ਪਹੁੰਚ ਗਿਆ ਹੈ ਨਾ, ਆਹ ਜਿਊਰੀ ਡਿਸਕਸ ਕਰ ਰਹੀ ਆ, ਸੈਸ਼ਨ ਕੋਰਟ 'ਚ ਜਾਂ ਹਾਈ ਕੋਰਟ 'ਚ ਜਾਂ ਸੁਪਰੀਮ ਕੋਰਟ 'ਚ, ਨੋਬਡੀ ਨੋ ਕਿੱਥੇ ਗਿਆ। ਇਹ ਲੋਕਤੰਤਰ ਇੱਦਾਂ ਦਾ ਹੈਗਾ, ਇੱਕ ਵਾਰੀ ਛਾਲਾ ਆਊਗਾ, ਜਵਾਰ ਭਾਟਾ ਆਉਂਦਾ, ਆ ਬਾਹਰ ਆ ਗਿਆ ਜੀ ਕੇਸ, ਉਸ ਤੋਂ ਬਾਅਦ ਉਹੀ ਵਾਪਸ ਆ ਗਿਆ, ਉਹ ਫਿਰ ਪਾਣੀ 'ਚ ਮਿਲ ਗਿਆ, ਪਾਣੀ 'ਚ ਮਿਲਣ ਨਾਲ ਸਾਰਾ ਉਹ ਦੁੱਧ ਨਹੀਂ ਰਿੜਕਿਆ ਜਾਂਦਾ, ਪਾਣੀ ਰਿੜਕਿਆ ਜਾਂਦਾ। ਐਂਟਰਟੇਨਮੈਂਟ ਇੰਡਸਟਰੀ ਹੈ, ਨਿਊਜ਼ ਇੰਡਸਟਰੀ ਜਿਹੜੀ ਹੈ ਐਂਟਰਟੇਨਮੈਂਟ ਇੰਡਸਟਰੀ ਹੈ। ਜਦੋਂ ਤੱਕ ਇੱਕ ਨਿਊਜ਼ ਆਈਟਮ ਐਂਟਰਟੇਨ ਕਰਦੀ ਹੈ ਲੋਕਾਂ ਨੂੰ, ਔਰ TRP ਦਿੰਦੀ ਹੈ, ਔਰ ਬਿਜ਼ਨਸ ਦਿੰਦੀ ਹੈ, ਪੈਸਾ ਦਿੰਦੀ ਹੈ, ਉਦੋਂ ਤੱਕ ਉਸ ਨਿਊਜ਼ ਨੂੰ ਉਛਾਲਿਆ ਜਾਏਗਾ। ਜਦੋਂ ਉਸਨੇ ਐਂਟਰਟੇਨ ਕਰਨਾ ਬੰਦ ਕਰ ਦਿੱਤਾ ਤੇ ਅਸੀਂ ਕੀ ਲੈਣਾ ਦੇਣਾ ਉਸ ਨਿਊਜ਼ ਤੋਂ, ਜਿੱਧਰ ਮਰਜ਼ੀ ਜਾਵੇ। ਨੈਸ਼ਨਲ ਇੰਟਰਸਟ ਦੀ ਨਿਊਜ਼ ਤਾਂ ਕੋਈ ਵੀ ਨਹੀਂ ਹੁੰਦੀ, ਕੁਝ ਵੀ ਨਹੀਂ ਹੈ। ਜਿਹੜੀਆਂ ਹੁੰਦੀਆਂ ਗਲੀ ਮਹੱਲੇ ਦੀਆਂ ਹੁੰਦੀਆਂ, ਸੱਪ ਨਿਕਲਦੀਆਂ ਹੁੰਦੀਆਂ, ਹਾਥੀ ਨੇ ਮਾਰ ਦਿੱਤਾ ਬੰਦਾ, ਉਹਦੇ ਤੇ ਹੈਗਾ ਬੀਰੀ ਪੈ ਗਈ ਉਹਨੂੰ, ਉਹ ਹੈਗਾ। ਬੜੇ ਦਿਨ ਪਹਿਲਾਂ CNN ਵੱਲੋਂ ਜੋ ਅਮਰੀਕਾ ਦੀ ਨਿਊਜ਼ ਏਜੰਸੀ ਹੈ, ਉਹਨਾਂ ਵੱਲੋਂ ਇਹ ਗੱਲ ਆਈ ਸੀ ਕਿ ਅਸੀਂ ਹੁਣ ਬ੍ਰੇਕਿੰਗ ਨਿਊਜ਼ ਸ਼ਬਦ ਦਾ ਇਸਤੇਮਾਲ ਨਹੀਂ ਕਰਾਂਗੇ, ਕਿਉਂਕਿ ਡਿਵੈਲਪਮੈਂਟ ਹੁੰਦੀ ਹੈ, ਅਸੀਂ ਨਿਊਜ਼ ਡਿਵੈਲਪਮੈਂਟ ਬਾਰੇ ਗੱਲ ਕਰਾਂਗੇ। ਪਰ ਲੱਗਦਾ ਕਿ ਫਿਰ ਤੋਂ ਬ੍ਰੇਕਿੰਗ ਨਿਊਜ਼ ਵਾਲਾ ਆਉਣਾ ਪੈਣਾ, ਕਿਉਂਕਿ ਡਿਵੈਲਪਮੈਂਟ ਤੇ ਕਿਤੇ ਵਿਖਦੀ ਨਹੀਂ, ਔਰ ਡਿਵੈਲਪਮੈਂਟ ਕਿਤੇ ਵਿੱਚ ਹੀ ਗਵਾਚ ਜਾਂਦੀ ਹੈ। ਡਿਵੈਲਪ ਕਰਨ ਵਾਲੇ ਡਿਵੈਲਪ ਨਹੀਂ ਕਰਨ ਦਿੰਦੇ। ਖੈਰ ਛੋੜੋ ਇਸ ਗੱਲ ਨੂੰ, ਆਪਾਂ ਕਿਉਂ ਜ਼ਿਆਦਾ ਪਰਦੇ ਖੋਲ੍ਹਣੇ ਨੇ, ਜਿੰਨੀ ਗੱਲ ਹੋ ਗਈ ਉਨੀ ਠੀਕ ਹੈ। ਕੋਈ ਗੱਲ ਨਹੀਂ, ਲੋਕਾਂ ਨੂੰ ਪਤਾ, ਲੋਕ ਸਿਆਣੇ ਆ, ਸਮਝਦਾਰ ਆ। ਬਿਲਕੁਲ ਸਹੀ ਗੱਲ ਹੈ। ਸੋ ਐਂਟਰਟੇਨਮੈਂਟ ਇੰਡਸਟਰੀ ਹੈ, ਇਹ ਐਂਟਰਟੇਨਮੈਂਟ ਕਰਦੇ ਪਏ ਨੇ, ਲੋਕਾਂ ਦਾ ਟਾਈਮ ਪਾਸ ਹੁੰਦਾ ਵਧੀਆ। ਬਿਲਕੁਲ ਜੀ। ਤੇ ਹੁਣ ਪੰਜਾਬ ਦੇ ਜਿਹੜੇ ਹਾਲਾਤ ਨੇ, ਉਹਦੇ ਨਾਲ ਜਿਹੜੇ ਪੰਜਾਬ ਦੇ ਨਾਲ ਲੱਗਦੇ ਹੋਰ ਪ੍ਰਦੇਸ਼ ਨੇ, ਉਹਨਾਂ ਦੇ ਹਾਲਾਤਾਂ ਨਾਲ ਕੰਪੈਰੀਟਿਵ ਸਟੱਡੀ ਆਉਂਦੀ ਪਈ ਹੈ, ਔਰ ਸੈਂਟਰਲ ਬਿਊਰੋ ਵੱਲੋਂ ਇਸ ਸਟੱਡੀ ਆਉਂਦੀ ਪਈ ਹੈ ਕਿ ਬੇਰੁਜ਼ਗਾਰੀ ਸਾਡੇ ਨਾਲ ਲੱਗਦੇ ਸੂਬਿਆਂ 'ਚ ਜ਼ਿਆਦਾ ਹੈ, ਕ੍ਰਾਈਮ ਰੇਟ ਵੀ ਜ਼ਿਆਦਾ ਹੈ। ਪੰਜਾਬ ਫਿਰ ਵੀ ਖੁਸ਼ਹਾਲ ਹੈ, ਭਾਵੇਂ ਬਹੁਤ ਜ਼ਿਆਦਾ ਕਰਜ਼ਿਆਂ ਦੇ ਹੇਠਾਂ ਦੱਬਿਆ ਪਿਆ ਸਾਰਾ ਅਰਥਚਾਰਾ, ਬਟ ਇਟ ਇਜ਼ ਬੈਟਰ। ਹਾਂ, ਗੱਲ ਸਹੀ ਹੈ ਕਿ ਬੇਰੁਜ਼ਗਾਰੀ ਜਿਹੜੀ ਹੈ ਨਾ, ਬਾਕੀ ਜਿਹੜੇ ਗੁਆਂਢੀ ਪ੍ਰਦੇਸ਼ ਉਹਨਾਂ 'ਚ ਜ਼ਿਆਦਾ ਨਜ਼ਰ ਆ ਰਹੀ ਹੈ। ਜਿਸ ਤਰ੍ਹਾਂ ਹੁਣ ਜੰਮੂ ਕਸ਼ਮੀਰ ਜਿਹੜਾ ਹੈਗਾ, ਬਿਲਕੁਲ ਸਹੀ ਹੈ, ਉਹ ਪਹਿਲੇ ਨੰਬਰ ਤੇ ਆ, ਔਰ ਨਾਲ ਯੂਪੀ 'ਚ ਕਿੰਨੀ ਹੈ? ਯੂਪੀ 'ਚ ਤਾਂ ਬਹੁਤ ਹੈ। ਕ੍ਰਾਈਮ ਰੇਟ ਦੇਖੋ ਕਿੱਥੇ ਹੈ। ਹਾਂ, ਕ੍ਰਾਈਮ ਰੇਟ ਤਾਂ ਬਹੁਤ ਜ਼ਿਆਦਾ ਉਹਨਾਂ ਦਾ, ਉਹ ਵੀ ਆਪਾਂ ਡਿਸਕਸ ਕਰਦੇ ਹਾਂ। ਜਿੱਥੇ ਕ ਪੰਜਾਬ ਦੀ ਗੱਲ ਆਉਂਦੀ ਹੈ, ਪੰਜਾਬ 'ਚ ਬੇਰੁਜ਼ਗਾਰੀ ਇਸ ਕਰਕੇ ਘੱਟ ਹੈਗੀ ਕਿ ਮੁੰਡੇ ਸਾਡੇ ਜਵਾਨ ਬਾਹਰ ਚਲ ਜਾਂਦੇ ਆ, ਸਟੱਡੀ ਲਈ ਚਲ ਜਾਂਦੇ ਆ, ਫਿਰ ਉੱਥੇ ਪੱਕੇ ਹੋ ਜਾਂਦੇ ਆ, ਹੌਲੀ ਹੌਲੀ ਨਾ ਹੋਵੇ ਤਾਂ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਂਦਾ, ਕੰਮ ਤਾਂ ਕਰਦੇ। ਯੂਥ ਇਸ ਵੇਲੇ ਸਾਡਾ ਇਸ ਗੱਲੋਂ ਵਿਜੀਲੈਂਟ ਆ, ਜਾ ਕੇ ਕੰਮ ਕਰਦਾ, ਘਰ ਨਹੀਂ ਬਹਿ ਕੇ ਰੋਟੀ ਖਾਂਦਾ,
ਔਰ ਜੇ ਘਰ ਬੈਠੂਗਾ ਤਾਂ ਫਿਰ ਨਸ਼ਿਆਂ ਵਾਲੇ ਪਾਸੇ ਆ ਜਾਊਗਾ। ਜਿਸ ਤਰ੍ਹਾਂ ਨਸ਼ਿਆਂ ਦੀ ਦਲਦਲ 'ਚ ਸਾਡੇ ਕਈ ਮੁੰਡੇ ਵਿੱਚ ਆ ਗਏ ਆ, ਕਈ ਵਾਰੀ ਆਪਾਂ ਨੂੰ ਪਤਾ ਲੱਗਦਾ ਮਰ ਵੀ ਜਾਂਦੇ ਆ, ਔਰ ਉਹ ਆ ਗਿਆ। ਅੱਜ ਤੋਂ 30 ਸਾਲ ਪਹਿਲਾਂ ਚੱਲ ਜਾਓ, ਨਾ ਨਸ਼ਾ ਸੀ ਇੱਥੇ, ਨਾ ਬੇਰੁਜ਼ਗਾਰੀ ਸੀ ਇੱਥੇ, ਨਾ ਕੋਈ ਇੱਦਾਂ ਦੀ ਕੋਈ ਹੋਰ ਕੋਈ ਗੱਲਬਾਤ ਨਹੀਂ ਸੀਗੀ। ਨੌਜਵਾਨ ਮੁੰਡੇ ਸੀਗੇ, ਆਰਮੀ 'ਚ ਭਰਤੀ ਹੁੰਦੇ ਸੀ, ਪੁਲਿਸ 'ਚ ਜਾਂਦੇ ਸੀਗੇ, ਏਅਰਫੋਰਸ ਜਾਂਦੇ ਸੀ, ਸਾਰੀਆਂ ਫੋਰਸਸ ਵਿੱਚ ਨੌਕਰੀ ਕਰਦੇ ਸੀ ਔਰ ਤਕੜੇ ਮੁੰਡੇ ਸੀ। IPS IAS ਵੀ ਮੁੰਡੇ ਇੱਥੋਂ ਬਣਦੇ ਪਿੰਡਾਂ ਦੇ ਸਕੂਲਾਂ 'ਚ ਪੜ੍ਹ ਕੇ। ਪਰ ਬਾਹਰਲੇ ਸੂਬਿਆਂ 'ਚ ਅਜੇ ਵੀ ਅਨਡਿਵਾਈਡਡ ਪੰਜਾਬ ਵੀ ਜਿਹੜਾ ਸਾਡਾ, ਹਰਿਆਣੇ ਦੀ ਗੱਲ ਕਰਦੇ ਹਾਂ, ਹਰਿਆਣੇ 'ਚ ਵੀ ਇਹ ਪ੍ਰੋਬਲਮ ਹੈਗੀ ਹੈ, ਬੇਰੁਜ਼ਗਾਰੀ ਦੀ ਹੈਗੀ ਹੈ। ਪਰ ਮੋਸਟ ਪ੍ਰੋਬਬਲੀ ਸਾਡੀ ਐਗਰੀਕਲਚਰ ਜਿਹੜੀ ਹੈ ਇੱਥੇ ਬਚਾਅ ਕਰ ਰਹੀ ਹੈ, ਕਿਉਂਕਿ ਖੇਤੀਬਾੜੀ ਜਿਹੜੀ ਹੈਗੀ ਹੈ, ਲੇਬਰ ਬਾਹਰੋਂ ਆ ਰਹੀ ਸਾਡੇ ਕੋਲ, ਲੇਬਰ ਜਿਹੜੀ ਮਾਈਗ੍ਰੇਟਰੀ ਲੇਬਰ ਆ ਜਾਂਦੀ ਹੈ। ਮੁੰਡੇ ਸਾਡੇ ਇੱਥੇ ਨਹੀਂ ਭਾਵੇਂ ਹੈਗੇ, ਪਰ ਜ਼ਮੀਨ ਉਪਜਾਊ ਆ, ਸਾਰਾ ਕੁਝ ਹੈਗਾ। ਲੋਕਾਂ ਦਾ ਜਿਹੜਾ ਕੰਮ ਚੱਲਦਾ, ਰੋਜ਼ੀ ਰੋਟੀ ਚੱਲਦੀ ਰਹਿੰਦੀ ਆ, ਚੰਗਾ ਪਾਉਂਦੇ ਆ, ਚੰਗੀਆਂ ਪੁਸ਼ਾਕਾਂ ਪਾਉਂਦੇ ਆ, ਖਾਂਦੇ ਪੀਂਦੇ ਚੰਗਾ ਵਾ। ਪਰ ਬੇਰੁਜ਼ਗਾਰੀ ਦੀ ਜਿਹੜੀ ਸਮੱਸਿਆ ਹੈ ਇਸ ਵੇਲੇ ਪੰਜਾਬ 'ਚ ਨਹੀਂ, ਸਾਰੇ ਦੇਸ਼ 'ਚ ਹੀ ਹੈਗੀ ਆ, ਸਾਰੇ ਦੇਸ਼ ਪ੍ਰਵੇਲ ਕਰ ਗਈ ਹੈ। ਇਸ ਕਰਕੇ ਕਿ ਹੁਣ ਜਿਹੜੇ ਆਰਮੀ ਦਾ ਜਿਹੜੀ ਅਗਨੀਪਥ ਯੋਜਨਾ ਤੇ ਅਗਨੀਵੀਰ ਦੀ ਯੋਜਨਾ 'ਚ ਵੀ ਮੁੰਡਿਆਂ ਇੰਟਰਸਟ ਨਹੀਂ ਜ਼ਿਆਦਾ ਦਿਖਾਇਆ। ਅੱਗੇ ਮੁੰਡੇ ਇਹਦੇ 'ਚ ਆ ਜਾਂਦੇ ਸੀ, ਭਰਤੀ ਹੋ ਜਾਂਦੇ ਸੀਗੇ, ਆਰਮੀ 'ਚ ਭਰਤੀ ਹੋ ਕੇ ਰੈਜੀਮੈਂਟਾਂ 'ਚ ਚਲੇ ਜਾਂਦੇ ਸੀਗੇ। ਫਿਰ ਇਹ 15 ਸਾਲ 18 ਸਾਲ 22 ਸਾਲ 25 ਸਾਲ ਨੌਕਰੀ ਕਰਦੇ ਸੀਗੇ। ਹੁਣ ਆ 4 ਸਾਲ ਦਾ ਤਾਂ ਸੁਪਨਾ ਹੀ ਉਹਨਾਂ ਦਾ, ਤੇ ਅੱਜ ਗਏ ਤੇ ਕੱਲ੍ਹ ਆ ਗਏ। 4 ਸਾਲ ਦਾ ਤਾਂ ਇੰਨਾ ਕੀ ਹੁੰਦਾ, ਟ੍ਰੇਨਿੰਗ ਹੀ 1.5 ਸਾਲ ਦੀ ਤੇ ਟ੍ਰੇਨਿੰਗ ਹੋ ਜਾਣੀ ਹੈ, ਤੇ ਰਹਿ ਗਿਆ ਕੰਮ ਦੂਜਾ। ਜਿੰਨੀ ਰਿਕਰੂਟਮੈਂਟ ਤੋਂ ਬਾਅਦ ਜਿਹੜਾ ਬਾਕੀ ਬਚਿਆ ਉਹ ਆਵਾਜਾਈ ਚੱਲ ਜਾਂਦਾ। ਉਹ ਬੱਚਿਆਂ ਨੂੰ ਇਹ ਨਹੀਂ ਲੱਗਣਾ ਕਿ ਸਾਡੇ ਲਈ ਸੁਪਨਾ ਹੀ ਹੈਗਾ। ਇਹ ਇੱਕ ਬੇਰੁਜ਼ਗਾਰੀ ਦਾ ਬਹੁਤ ਵੱਡਾ ਫੈਕਟ, ਔਰ ਇਹਦੇ 'ਚ ਸਾਰੀਆਂ ਗੱਲਾਂ ਨਿਕਲ ਕੇ ਆਉਂਦੀਆਂ ਕਿ ਜਦੋਂ ਇਹ ਬੱਚੇ 'ਚ ਸਮਾ ਜਾਂਦੇ ਸੀ, ਕੰਮ ਕਰ ਲੈਂਦੇ ਸੀ। ਗੱਲ ਇਹ ਹੈ ਕਿ ਜਦੋਂ ਅਸੀਂ ਪੰਜਾਬ ਦਾ ਬਾਕੀ ਸੂਬਿਆਂ ਨਾਲ ਦੇਖਦੇ ਹਾਂ ਔਰ ਕੰਪੈਰੀਜ਼ਨ ਕਰਦੇ ਹਾਂ, ਜਦੋਂ ਇਹ ਰਿਪੋਰਟ ਆਉਂਦੀ ਹੈ ਕਿ ਉੱਥੇ ਕ੍ਰਾਈਮ ਰੇਟ ਜ਼ਿਆਦਾ ਹੈ, ਉੱਥੇ ਬੇਰੁਜ਼ਗਾਰੀ ਜ਼ਿਆਦਾ ਹੈ, ਸਾਡੇ ਪੰਜਾਬ 'ਚ ਘੱਟ ਹੈ ਬੇਰੁਜ਼ਗਾਰੀ ਵੀ ਤੇ ਕ੍ਰਾਈਮ ਰੇਟ ਵੀ, ਤਾਂ ਕਿਤੇ ਨਾ ਕਿਤੇ ਚਿੰਤਾ ਤਾਂ ਹੁੰਦੀ, ਕਿਉਂਕਿ ਨਾਲ ਲੱਗਦਾ ਸੂਬਾ ਹੈ ਤੇ ਉੱਥੋਂ ਕ੍ਰਾਈਮ, ਹੁਣ ਜਿੱਦਾਂ ਆਪਾਂ ਦੇਖਦੇ ਹਾਂ ਗੈਂਗਸਟਰਸ ਦਾ ਜ਼ੋਰ ਦੇਖਦੇ ਹਾਂ, ਤੇ ਪੰਜਾਬ ਦੇ ਉੱਤੇ ਵੀ ਤਾਂ ਉਹਦਾ ਉਨਾ ਹੀ ਇਫੈਕਟ ਹੈ ਨਾ। ਹੁਣ ਗੱਲ ਇਹ ਹੈ ਕਿ ਤੁਸੀਂ ਆਪਣੇ ਖੇਤ ਦੇ ਵਿੱਚ ਆਰਗੈਨਿਕ ਫਾਰਮਿੰਗ ਕਰਦੇ ਪਏ ਹੋ, ਪਰ ਨਾਲ ਦੀ ਵੱਟ ਵਾਲਾ ਜਿਹੜਾ ਕੈਮੀਕਲ ਪਾਉਂਦਾ ਪਿਆ ਉਹਦਾ ਅਸਰ ਤੇ ਆਊਗਾ ਹੀ ਆਊਗਾ। ਇਹ ਤਾਂ ਹੈ ਨਹੀਂ ਕਿ ਉਹਦਾ ਅਸਰ ਨਹੀਂ ਹੋਣਾ। ਇਹ ਕੀ ਕਰ ਰਿਹਾ, ਪਰ ਜਿੱਥੇ ਪਰ ਉਸੇ ਤਰ੍ਹਾਂ ਪੰਜਾਬ ਦੇ ਉੱਤੇ ਵੀ ਉਹਦਾ ਅਸਰ ਆਉਣਾ ਹੀ ਆਉਣਾ। ਪਰ ਕ੍ਰਾਈਮ ਰੇਟ ਦੀ ਜਿਹੜੀ ਗੱਲ ਹੈ, ਜੇ ਤੁਸੀਂ ਨੈਸ਼ਨਲ ਲੈਵਲ ਤੇ ਦੇਖੋਗੇ ਨਾ, ਜਿਹੜੇ ਨੈਸ਼ਨਲ ਕ੍ਰਾਈਮ ਬ੍ਰਾਂਚ ਹੈਗੀ ਆ, ਉਹਦਾ ਤੁਸੀਂ ਪੜ੍ਹੋਗੇ ਐਨਾਲਿਸਿਸ, ਉਹਦੇ 'ਚ ਪੰਜਾਬ ਦਾ ਤਾਂ ਰੇਸ਼ੋ ਹੀ ਬਹੁਤ ਥੋੜੀ ਹੈਗੀ ਕ੍ਰਾਈਮ ਦੀ। ਇੱਕ ਗੱਲ ਤੁਸੀਂ ਜਾਓਗੇ UP ਅਜੇ ਹੈਗਾ ਟੌਪ ਤੇ, ਇੰਦੌਰ ਉਦੋਂ ਅੱਗੇ ਹੈਗਾ, ਮੱਧ ਪ੍ਰਦੇਸ਼ 'ਚ ਆਉਂਦਾ ਇੰਦੌਰ, UP ਬਿਹਾਰ ਤੁਸੀਂ ਦੇਖ ਲਓ, ਉਹਦੇ 'ਚ ਉਹ ਜ਼ਿਲ੍ਹੇ 'ਚ ਇੰਨਾ ਕੁਛ ਹੋ ਰਿਹਾ, ਤੁਹਾਡੇ ਸਟੇਟ 'ਚ ਹੋ ਰਿਹਾ। ਉੱਥੇ ਰੇਸ਼ੋ ਪਤਾ ਕਿੰਨੀ ਹੈਗੀ ਹੈ? 1 ਲੱਖ ਦੇ ਪਿੱਛੇ ਜਿਹੜੇ ਆ ਜਿਹੜੇ 14 ਬੰਦੇ ਜਿਹੜੇ ਹੈਗੇ ਆ ਉਹ ਹੋ ਰਿਹਾ, ਜਿਹੜੇ ਗੋਲਾ ਬਰੂਦ ਨਾਲ ਮਰ ਰਹੇ ਆ, ਹੈ ਨਾ। ਪੰਜਾਬ 'ਚ ਉਹਦੇ 'ਚ ਹੈਗਾ 3 ਜਾਂ 4, ਹੈ ਨਾ। ਉਹਦੇ 'ਚ ਹੈਗਾ ਜ਼ਿਲ੍ਹੇ 'ਚ ਇੰਨੇ ਹੋ ਰਿਹਾ, ਕਰੋੜ ਦੇ ਪਿੱਛੇ ਕਿੰਨਾ ਬਣ ਜਾਊਗਾ, ਹੈ ਨਾ, ਜਿੰਨਾ ਜੇ ਕਰੋੜ ਦੇ ਲਾਓਗੇ ਦੇਖੋ। ਪਰ ਉਹ ਰੇਸ਼ੋ ਜੇ ਵੇਖੋ ਨਾ, ਪਰ ਇਹਦੇ 'ਚ ਪਤਾ ਕੀ ਹੁੰਦਾ, ਪੰਜਾਬ ਦੇ ਵਿੱਚ ਉਹਨਾਂ ਨੇ ਹੈਗਾ ਜਿੰਨਾ ਅਸੀਂ ਇਹਨੂੰ ਉੱਪਰ ਥੱਲੀ ਕਰਕੇ ਰੌਲਾ ਪਾ ਰਹੇ ਹਾਂ। ਗੱਲ ਇਹ ਹੈ ਨਾ, ਬੰਦੇ ਤਾਂ ਮਰਦੇ ਆ, ਜ਼ਮੀਨਾਂ ਤਾਂ ਮਰਦੇ ਆ। ਅਸੀਂ ਕ੍ਰਾਈਮ ਫ੍ਰੀ ਸੁਸਾਇਟੀ ਦਾ ਸੁਪਨਾ ਦੇਖਦੇ ਹਾਂ, ਕ੍ਰਾਈਮ ਫ੍ਰੀ ਸੁਸਾਇਟੀ ਦਾ ਵਾਅਦਾ ਵੀ ਕਰਦੀਆਂ ਨੇ ਪੋਲੀਟੀਕਲ ਪਾਰਟੀਆਂ। ਭਾਵੇਂ ਕ੍ਰਾਈਮ ਘੱਟ ਹੈ ਪਰ ਮੌਜੂਦ ਹੈ, ਘੱਟ ਤੋਂ ਵੱਧ ਵੀ ਹੋ ਸਕਦਾ, ਕਿਉਂਕਿ ਇਹ ਤਾਂ ਜਾਗ ਹੈ, ਜਾਗ ਲੱਗੀ ਹੋਈ ਹੈ, ਦਹੀਂ ਜੰਮਦਾ ਪਿਆ, ਔਰ ਜਾਗ ਵੱਧ ਗਈ, ਦਹੀਂ ਵੱਧ ਜੰਮਣਾ ਸ਼ੁਰੂ ਹੋ ਗਿਆ, ਤੇ ਫਿਰ ਕੌਣ ਰਿਸਪੌਂਸਿਬਲ ਹੈ? ਪਰ ਜਦੋਂ ਆਪਣੇ ਮਰਦੇ ਆ ਨਾ, 2 ਮਰੇ 4 ਮਰੇ, ਆਪਾਂ ਨੂੰ ਲੱਗਦਾ ਤਾਂ ਜ਼ਿਆਦਾ ਹੀ ਆ। ਜਿੱਦਾਂ ਜੋ ਵੀ ਕਿਤੇ ਪਾਸੇ ਗੋਲਾ ਬਰੂਦ ਚੱਲਿਆ, ਕੁਝ ਵੀ ਹੈਗਾ, ਉਹ ਸਟੇਟ ਵੀ ਵੱਡੇ ਆ। UP ਸਟੇਟ ਬਹੁਤ ਵੱਡਾ, ਮੱਧ ਪ੍ਰਦੇਸ਼ ਸਟੇਟ ਵੱਡਾ ਹੈਗਾ, ਸਾਡਾ ਤਾਂ ਕਿੰਨਾ ਕੁ 23 ਜ਼ਿਲ੍ਹੇ ਛੋਟਾ ਜਿਹਾ ਔਰ ਜਦੋਂ ਅਸੀਂ ਜਾਣਦੇ ਇੱਕ ਦੂਜੇ ਨੂੰ, ਆਪਸ 'ਚ ਮਰ ਰਹੇ ਆ, ਆਪਸ 'ਚ ਗੋਲੇ ਬਰੂਦ ਚੱਲ ਰਹੇ ਆ, ਗੋਲੀਆਂ ਸਰੇਆਮ ਚੱਲ ਰਹੀਆਂ। ਰੇਸ਼ੋ ਹੋਰ ਆ, ਰੇਸ਼ੋ ਜਿਹੜੀ ਉਹ ਨੈਸ਼ਨਲ ਲੈਵਲ ਤੇ ਰੇਸ਼ੋ ਹੈਗੀ, ਪਰ ਇੱਥੇ ਸਾਨੂੰ 2 ਬੰਦੇ ਮਰੇ ਵੀ ਬਹੁਤ ਬੁਰਾ ਲੱਗਦਾ। ਸਾਡੀਆਂ ਜੋ ਕੰਡੀਸ਼ਨਸ ਨੇ ਨਾ, ਪੰਜਾਬ ਦੀਆਂ ਸੋਸ਼ਲ ਕੰਡੀਸ਼ਨਸ ਵੱਖਰੀਆਂ ਨੇ। ਇੱਥੇ ਜ਼ਮੀਨ ਦੇ ਝਗੜਿਆਂ ਕਰਕੇ ਵੀ ਕਤਲ ਹੋ ਜਾਂਦੇ ਨੇ, ਔਰ ਦੂਜੀ ਗੱਲ ਰਹੀ ਬੇਰੁਜ਼ਗਾਰੀ। ਹੁਣ ਕਈ ਪ੍ਰਵਾਸੀ ਮਜ਼ਦੂਰ ਇੱਥੇ ਰਹਿ ਜਾਂਦੇ ਨੇ, ਸਾਡੇ ਪ੍ਰਵਾਸੀ ਬਿਹਾਰ ਤੋਂ ਆਉਂਦੇ ਨੇ, UP ਤੋਂ ਆਉਂਦੇ ਨੇ, ਜੋ ਪੰਜਾਬ ਦੇ ਅੰਦਰ ਆ ਕੇ ਖੇਤੀਬਾੜੀ ਦੇ ਖੇਤਰ ਦੇ ਵਿੱਚ, ਖਾਸ ਕਰਕੇ ਇਸ ਸੈਕਟਰ ਦੇ ਵਿੱਚ ਮਜ਼ਦੂਰੀਆਂ ਕਰਦੇ ਨੇ। ਅਸੀਂ ਦੇਖਦੇ ਹਾਂ, ਔਰ ਅਕਸਰ ਕਿਹਾ ਜਾਂਦਾ ਕਿ ਪੰਜਾਬ ਦੀ ਜਿਹੜੀ ਖੇਤੀਬਾੜੀ ਹੈ ਉਹ ਤਾਂ ਪ੍ਰਵਾਸੀ ਮਜ਼ਦੂਰਾਂ ਨੇ ਸਾਂਭੀ ਹੋਈ ਹੈ, ਸਾਡੇ ਬੱਚੇ ਦੇ ਬਾਹਰ ਨੇ। ਇਹ ਵੀ ਗੱਲਾਂ ਹੁੰਦੀਆਂ ਨੇ। ਹੁਣ ਜਿਹੜੇ ਬਾਹਰ ਦੀ ਸਟੇਟਸ ਤੋਂ ਆ ਕੇ ਲੋਕ ਇੱਥੇ ਜੌਬ ਕਰਦੇ ਪਏ ਨੇ, ਇੱਥੇ ਕੰਮ ਰੋਜ਼ਗਾਰ ਲੱਭ ਕੇ ਇੱਥੇ ਆਪਣੀ ਰੋਜ਼ੀ ਰੋਟੀ ਚਲਾਉਂਦੇ ਪਏ ਨੇ, ਪਰਿਵਾਰਾਂ ਦੇ ਪਰਿਵਾਰ ਪੰਜਾਬ ਦੇ ਵਿੱਚ ਸ਼ਿਫਟ ਹੋ ਗਏ ਨੇ, UP ਤੋਂ, ਬਿਹਾਰ ਤੋਂ, ਹੋਰ ਵੀ ਜ਼ਿਲ੍ਹਿਆਂ ਤੋਂ। ਅਸੀਂ ਉਹ ਵੀ ਦੇਖਦੇ ਪਏ ਹਾਂ। ਇਸ ਕਰਕੇ ਜਿਹੜੇ ਪੰਜਾਬ ਦੇ ਲੋਕਲਸ ਨੇ, ਉਹਨਾਂ ਨੂੰ ਕਈ ਵਾਰ ਕੰਮ ਨਹੀਂ ਮਿਲਦਾ, ਕਿਉਂਕਿ ਬਾਹਰ ਦੇ ਲੋਕ ਜ਼ਿਆਦਾ ਕੰਮ ਲੈ ਰਹੇ ਨੇ। ਔਰ ਦੂਜੀ ਗੱਲ, ਜਦੋਂ ਸਾਡੇ ਬੱਚੇ ਬਾਹਰ ਚਲੇ ਗਏ, ਸਾਨੂੰ ਕੰਮ ਕਰਨ ਦੀ ਉਨੀ ਆਦਤ ਨਹੀਂ ਰਹਿ ਗਈ,
ਕਿਉਂਕਿ ਅਸੀਂ ਮਜ਼ਦੂਰ ਰੱਖ ਲਏ ਕੰਮ ਕਰਨ ਵਾਲੇ। ਅੱਜ 4 ਮਜ਼ਦੂਰ ਛੁੱਟੀ ਤੇ ਚਲੇ ਜਾਣ, ਸਾਨੂੰ ਵਕਤ ਪੈ ਜਾਂਦਾ ਕਿ ਸਾਡੇ ਖੇਤਾਂ ਦੀ, ਸਾਡੇ ਡੰਗਰਾਂ ਦੀ ਸਾਂਭ ਸੰਭਾਲ ਕੌਣ ਕਰੂ। ਜਿਹੜੇ ਸੈਂਟਰ ਨੇ ਦਿੱਤੀਆਂ ਸਕੀਮਾਂ ਜਿਹੜੀਆਂ ਪਿੰਡਾਂ 'ਚ ਵੀ ਲਾਗੂ ਹੋਈਆਂ, ਪੰਚਾਇਤਾਂ ਨੂੰ ਹੋ ਗਈਆਂ, ਮਨਰੇਗਾ ਜਿਹੜੀ ਸਕੀਮ ਹੈਗੀ ਹੈ 100 ਦਿਨ ਦਾ ਇਹਨਾਂ ਨੇ ਦੇਣਾ ਸੀਗਾ, ਉਹਨਾਂ ਨੂੰ ਕੰਮ ਦੇ ਰਹੇ ਸੀਗੇ ਉਹਨਾਂ ਨੂੰ, ਔਰ ਉਹਦੇ 'ਤੇ ਥੋੜ੍ਹਾ ਬਹੁਤ ਉਹਦੇ ਨਾਲ ਹੋਇਆ, ਲੋਕਾਂ ਤੱਕ ਇਹ ਰੁਜ਼ਗਾਰ 'ਤੇ ਪਹੁੰਚਿਆ, ਪਰ ਉਹ ਗੱਲ ਨਹੀਂ ਬਣੀ ਜੋ ਕੁਝ ਚਾਹੁੰਦੇ ਸੀਗੇ। ਉਹਦੇ 'ਚ ਵਿਚਾਰੀਆਂ ਜ਼ਨਾਨੀਆਂ ਵੀ ਕੰਮ ਕਰਦੀਆਂ, ਬਜ਼ੁਰਗ ਵੀ ਕੰਮ ਕਰਦੇ, ਸਾਰੇ ਕਰਦੇ ਆ। ਇਹ ਮਨਰੇਗਾ ਨਾਲ ਇਹਨਾਂ ਨੇ ਸੋਚਿਆ ਸੀ ਕਿ ਅਸੀਂ ਥੋੜ੍ਹਾ ਜਿਹਾ ਬੇਰੁਜ਼ਗਾਰੀ 'ਤੇ ਕਾਬੂ ਪਾਵਾਂਗੇ, ਪਰ ਕਈ ਸਕੀਮਾਂ ਹਾਲਾਂਕਿ ਉੱਦਾਂ ਰਹਿ ਜਾਂਦੀਆਂ। ਸੈਂਟਰ ਤੋਂ ਅਪਲਾਈ ਕੀਤੀ ਗਈ ਹੈ, ਪੈਸਾ ਸੈਂਟਰ ਦੇ ਰਿਹਾ, ਪੰਚਾਇਤਾਂ ਤੋਂ ਕਰਵਾ ਰਹੀਆਂ, ਪੰਚਾਇਤਾਂ ਹੀ ਪੈਸਾ ਦੇ ਕੇ ਕੰਮ ਕਰਵਾਉਂਦੀਆਂ ਪਿੰਡਾਂ ਦੇ ਲੋਕਾਂ ਨੂੰ। ਔਰ ਉਹਦੇ ਨਾਲ ਪਤਾ ਇੱਕ ਗੱਲ ਹੋਰ ਵੀ ਹੋ ਗਈ, ਜਦੋਂ ਮਨਰੇਗਾ ਇੱਥੇ ਆਇਆ, ਸਕੀਮ ਲਾਗੂ ਹੋ ਗਈ, ਉਹ ਤੁਹਾਨੂੰ ਉਹਨਾਂ ਜਿਹੜੇ ਇੱਥੇ ਮਾਈਗ੍ਰੇਟਰੀ ਲੇਬਰ ਜਿਹੜੀ ਤੁਸੀਂ ਕਿਹਾ ਹੋਣੇ, ਜਿਹੜੇ ਬਾਹਰੋਂ ਆਏ ਸੂਬਿਆਂ ਤੋਂ, ਉਹਨਾਂ ਦੇ ਪਿੰਡਾਂ 'ਚ ਵੀ ਚੱਲ ਰਹੀ ਹੈ। ਉਹ ਫਿਰ ਸ਼ਿਫਟ ਕਰ ਗਏ ਉੱਧਰੋਂ ਨਿਕਲ ਕੇ ਉੱਥੇ ਚਲੇ ਗਏ, ਲੋਕਲ ਰਹਿ ਗਏ। ਲੋਕਲਾਂ ਨੂੰ ਜਿਹੜੇ ਲੋਕਲ ਆ ਜਿਨ੍ਹਾਂ ਨੂੰ ਕੰਮ ਨਹੀਂ ਸੀ ਮਿਲਿਆ, ਉਹਨਾਂ ਦੇ ਹਿੱਸੇ ਕੰਮ ਆ ਗਿਆ। ਮਿਕਸ ਹੈ ਉਹ। ਹਾਂ, ਕਿਉਂਕਿ ਇੱਕ ਫਿਕਸ ਪੈਸਾ ਉਹਨਾਂ ਦੇ ਜਿਹੜੇ ਅਕਾਊਂਟ 'ਚ ਜਾਂਦਾ ਸੀਗਾ, ਜਿਹੜੀ ਸੈਂਟਰ ਗੌਰਮੈਂਟ ਦਿੰਦੀ ਸੀ, ਉਸ ਹਿਸਾਬ ਨਾਲ ਮਨਰੇਗਾ ਚੱਲਦਾ ਰਿਹਾ। ਪਰ ਉਹਦੇ ਨਾਲ ਵੀ ਉਹ ਗੱਲ ਰਹੀ, ਉਹ ਤਾਂ ਵਿਚਾਰੇ ਅਨਪੜ੍ਹ ਲੋਕ ਹੈਗੇ, ਜਿਹੜੇ ਡਾਊਨ ਟਰੋਡਰ ਲੋਕ ਹਨ, ਮਨਰੇਗਾ ਉਹ ਕਰ ਰਹੇ, ਜਿਹੜੇ ਪੜ੍ਹੇ ਲਿਖੇ ਆ, ਡਿਗਰੀ ਜਾਬਤਾ ਨੇ, ਜਿਹਨਾਂ ਕੋਲ ਪੜ੍ਹਾਈ ਨਹੀਂ ਸਾਰਾ ਕੁਝ ਹੈਗਾ, ਉਹ ਵਿਚਾਰੇ ਉੱਦਾਂ ਹੀ ਰਹਿ ਗਏ। ਉਹ ਤਾਂ ਵਿਚਾਰੇ ਚਿੱਟੇ ਕੱਪੜੇ ਪਾ ਕੇ ਤੇ ਮੋਟਰਸਾਈਕਲਾਂ 'ਤੇ ਉੱਦਾਂ ਹੀ ਝੂਟੇ ਲੈਂਦੇ ਰਹਿ ਗਏ, ਉੱਦਾਂ ਹੀ ਮਾਂ ਕੋਲ ਪੈਸੇ ਲੈ ਲਏ, ਪਿਓ ਕੋਲ ਲੈ ਲਏ। ਬੇਰੁਜ਼ਗਾਰੀ ਦਾ ਨਾਂ ਇਹ ਹੈਗਾ, ਜਦੋਂ ਮਾਂ ਪਿਓ ਨੂੰ ਗਲ 'ਚ ਗੂੜ ਦੇ ਕੇ ਪੈਸੇ ਲੈਣੇ, ਹੈ ਨਾ। ਮੁੰਡਿਆਂ ਨੂੰ ਪਤਾ ਕਿ ਯਾਰ ਫਲਾਣਾ ਗਰੁੱਪ ਜਾ ਰਿਹਾ, ਪੈਟਰੋਲ ਪਾ ਲਈਏ, ਫਲਾਣੀ ਜਗ੍ਹਾ ਜਾ ਰਹੇ, ਹੈ ਨਾ, ਪੈਟਰੋਲ ਦਾ ਫਿਰ ਜਾਣਾ ਉਹਨਾਂ ਨੇ ਲੈ ਕੇ। ਕੁਝ ਡੀਜ਼ਲ 'ਤੇ ਗੱਡੀਆਂ ਵੀ ਹੈਗੀਆਂ, ਗੱਡੀਆਂ ਵੀ ਲੈ ਜਾਣੀਆਂ ਉਹਨਾਂ ਨੇ, ਗਰੁੱਪ ਜਾਂਦੇ ਆ। ਉਹ ਪੈਸਾ ਕਿੱਧਰੋਂ ਆਊਗਾ? ਬੇਰੁਜ਼ਗਾਰਾਂ ਨੂੰ ਪੈਸਾ ਨਹੀਂ ਆਉਣਾ। ਬਿਲਕੁਲ ਸਹੀ ਗੱਲ ਹੈ। ਸਨੈਚਿੰਗ ਹੁੰਦੀ ਆ, ਕ੍ਰਾਈਮ ਰੇਟ ਤਾਂ ਵੀ ਵੱਧਦਾ। ਕ੍ਰਾਈਮ ਰੇਟ ਵੱਧਦਾ ਜੀ। ਤੇ ਹੁਣ ਆਪਾਂ ਅੱਗੇ ਵੱਧਦੇ ਹਾਂ, ਟ੍ਰੇਡ ਵਾਰ। ਹੁਣ ਮੇਰਾ ਖਿਆਲ ਤਾਂ ਟਾਈਮ ਕਾਫੀ ਹੋ ਗਿਆ, ਪਰ ਇੱਕ ਟੱਚ ਕਰਕੇ ਚੱਲੀਏ। ਜਿਹੜਾ ਟ੍ਰੇਡ ਵਾਰ ਚਾਈਨਾ ਜਿੱਤਦਾ ਪਿਆ ਵਰਲਡ ਲੈਵਲ ਦੇ ਉੱਤੇ, ਔਰ ਅਮਰੀਕਾ ਨੂੰ ਖਾਸ ਤੌਰ ਤੇ ਧੱਕਾ ਲੱਗਦਾ ਪਿਆ, ਕਿਉਂਕਿ ਹਰ ਥਾਂ ਦੇ ਉੱਤੇ ਚਾਈਨੀਜ਼ ਗੁੱਡਸ ਜਿਹੜੀ ਵੀ ਮਾਰਕੀਟ ਹੈ, ਚਾਈਨਾ ਵਾਲੇ ਕੈਪਚਰ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ, ਕਿਉਂਕਿ ਉਹਨਾਂ ਨੂੰ ਕਾਸਟ ਆਫ ਪ੍ਰੋਡਕਸ਼ਨ ਘੱਟ ਪੈਂਦਾ, ਸਾਰੀ ਲੇਬਰ ਇੰਟੈਂਸਿਵ ਉਹਨਾਂ ਦੀ ਟੈਕਨੀਕ ਹੈ, ਔਰ ਮਜ਼ਦੂਰੀ ਸਸਤੀ ਹੁੰਦੀ ਹੈ, ਔਰ ਇਸ ਕਰਕੇ ਉਹਨਾਂ ਦੀ ਚੀਜ਼ਾਂ ਦੀ ਕੋਸਟ ਵੀ ਘੱਟ ਪੈਂਦੀ ਉਹਨਾਂ ਨੂੰ, ਔਰ ਉਹ ਘੱਟ ਮੁਨਾਫੇ ਦੇ ਉੱਤੇ ਵੇਚ ਵੀ ਸਕਦੇ ਨੇ, ਤੇ ਮਾਰਕੀਟ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕਰਦੇ ਨੇ, ਤੇ ਅਮਰੀਕਾ ਨੂੰ ਇਸ ਦਾ ਖਾਮਿਆਜ਼ਾ ਵੀ ਭੁਗਤਣਾ ਪੈ ਰਿਹਾ। ਇਹ ਇਸ ਤਰ੍ਹਾਂ ਹੈਗਾ ਕਿ ਅਮਰੀਕਾ ਤਾਂ ਮੰਡੀ ਚਾਹੁੰਦਾ ਹੀ ਹੈਗਾ, ਕਿਉਂਕਿ ਬੜਾ ਸੁਪਰ ਕੰਟਰੀ, ਉਹਦੇ ਕੋਲ ਬੜਾ ਕੁਛ ਹੈਗਾ, ਵੈਪਨ ਵੀ ਆ, ਔਰ ਲੜਾਈ ਵੀ ਚਾਹੁੰਦਾ। ਲੜਾਈ ਜਿੱਥੇ ਵੀ ਹੋਵੇ ਤੇ ਵੈਪਨ ਉਹਦੇ ਵਰਤੇ ਜਾਂਦੇ ਆ। ਦੂਜੀ ਗੱਲ ਰਹੀ ਚਾਈਨਾ ਦੀ, ਚਾਈਨਾ ਦਾ ਹੈਗਾ ਵਰਲਡ ਮਾਰਕੀਟ 'ਚ ਇਹਦਾ ਬੜਾ ਸਟੇਬਿਲਿਟੀ ਇਹਦੇ ਕੋਲ, ਇਹਨੇ ਜਿੱਥੇ ਵੀ ਕੰਮ ਕੀਤਾ ਪੂਰਾ ਕੀਤਾ, ਇਲੈਕਟ੍ਰੋਨਿਕਸ ਦਾ ਖਾਸ ਕਰਕੇ। ਜਾਪਾਨ ਤਾਂ ਇੱਥੋਂ ਦੂਜੇ ਨੰਬਰ 'ਤੇ ਰਿਹਾ, ਜਾਪਾਨ ਤੋਂ ਪਹਿਲਾਂ ਸੀਗਾ, ਜਾਪਾਨ ਦਾ ਕੰਮ ਵੀ ਚੱਲਦਾ ਰਿਹਾ। ਪਰ ਰਹੀ ਗੱਲ ਹੁਣ ਇਸ ਵੇਲੇ ਜਿਹੜੀ ਸੈਟਬੈਕ ਲੱਗੀ ਅਮਰੀਕਾ ਨੂੰ, ਵਰਲਡ ਮਾਰਕੀਟ ਦਾ ਜਿਹੜਾ ਬਿਜ਼ਨਸ ਆ, ਟ੍ਰੇਡ ਵਾਰ ਬਣ ਗਈ ਹੈ, ਉਹਦੇ 'ਚ ਚਾਈਨਾ ਇਸ ਵੇਲੇ ਮੋਹਰੀ ਆ। ਚਾਈਨਾ ਦਾ ਇਹ ਕੰਮ ਰਿਹਾ ਕਿ ਚਾਈਨਾ ਦੇਖੋ ਯੂਰਪ ਦੀਆਂ ਕੰਪਨੀਆਂ ਨੂੰ ਵੀ ਨਾਲ ਲੈ ਕੇ 297 ਜਹਾਜ਼ ਹੁਣ ਇਹਨਾਂ ਨੇ ਖਰੀਦਿਆ ਜੀ। ਜਗਿਆਰ ਜਿਹੜੇ ਮਾਰੂ ਜਹਾਜ਼ ਆ, ਉਹ ਸਾਰੇ ਇਹਨਾਂ ਨੇ ਆਪ ਖਰੀਦ ਕੇ ਯੂਰਪ ਨੇ ਤੇ ਚਾਈਨਾ ਨੇ ਵੇਚੇ ਆ, ਚਾਈਨਾ ਦੇ ਰਾਹੀਂ। ਔਰ ਇਹ ਜਿਹੜਾ ਬਿਜ਼ਨਸ ਆ ਉਹ ਇਹ ਕਰਨਾ ਸੀ ਅਮਰੀਕਾ ਨੇ, ਕਰ ਰਿਹਾ ਯੂਰਪ। ਔਰ ਰਸ਼ੀਆ ਯੂਕਰੇਨ ਦੀ ਲੜਾਈ ਜਿਹੜੀ ਇਹਦੇ ਰਾਹੀਂ ਵੀ ਜਿਹੜਾ ਤੇਲ ਆਉਂਦਾ ਸੀ ਜਾਂ ਜਾਂਦਾ ਸੀਗਾ, ਉਹਦੇ 'ਤੇ ਵੀ ਸੈਟਬੈਕ ਲੱਗੀ ਆ। ਉਹਦੇ ਨਾਲ ਵੀ ਜਿਹੜੀਆਂ ਗੱਡੀਆਂ ਦਾ ਆਉਣ ਜਾਣ ਸੀ, ਵੇਚਣੀਆਂ ਸੀ ਇਹਨਾਂ ਨੇ ਅਮਰੀਕਾ ਦੀਆਂ, ਉਹ ਵੀ ਗਈਆਂ। ਔਰ ਉਦੋਂ ਬਾਅਦ ਮੋਬਾਈਲ ਦਾ ਜਿਹੜਾ ਸੀ ਚੱਲਦਾ ਕੰਮ, ਉਹ ਵੀ ਬਿਜ਼ਨਸ ਸੀ ਸਾਰਾ ਇਹਨਾਂ ਦਾ, ਅਮਰੀਕਾ ਕੋਲ ਸੀਗਾ, ਚਾਈਨਾ ਕੋਲ ਸੀਗਾ। ਚਾਈਨਾ ਇਸ ਵੇਲੇ ਮੋਹਰੀ ਬਣ ਗਿਆ, ਚਾਈਨਾ ਇਸ ਵੇਲੇ ਫਸਟ ਸਟੈਂਡ ਕਰਦਾ। ਯੂਕਰੇਨ ਤੇ ਰਸ਼ੀਆ ਦੀ ਵਾਰ ਇਹਨੂੰ ਰਾਸ ਆ ਰਹੀ ਹੈ, ਔਰ ਇਹ ਮਾਰਕੀਟ ਨੂੰ ਕੈਪਚਰ ਕਰਦਾ ਪਿਆ, ਕਿਉਂਕਿ ਇਹਦੇ ਕੋਲ ਟੈਕਨੀਕਸ ਬਹੁਤ ਨੇ। ਕਿਉਂਕਿ ਸਭ ਤੋਂ ਵੱਡਾ ਇਹਦਾ ਜਿਹੜਾ ਪਲੱਸ ਪੁਆਇੰਟ ਹੈ ਨਾ, ਜੋ ਇਹਦਾ USP ਹੈ, ਉਹ ਇਹ ਆ ਕਿ ਇਹਦੀ ਜਿਹੜੀ ਚੀਜ਼ਾਂ ਨੇ ਉਹ ਘੱਟ ਕਾਸਟ ਤੇ ਪ੍ਰੋਡਿਊਸ ਹੋ ਜਾਂਦੀਆਂ ਨੇ, ਇਸ ਕਰਕੇ ਇਹ ਘੱਟ ਮਾਰਜਨ ਦੇ ਉੱਤੇ ਵੀ ਵਰਲਡ ਮਾਰਕੀਟ ਕਸਟਮਰ ਭੱਜ ਕੇ ਜਾਊਗਾ, ਕਹਿੰਦਾ ਸਾਈਕਲ ਕੈਪਚਰ ਕਰ ਸਕਦਾ। ਆ ਲੁਧਿਆਣੇ ਦਾ ਬਣਿਆ ਹੀਰੋ ਸਾਈਕਲ ਹੈ, ਇਹ ਤਾਂ ਯਾਰ ਬੜਾ ਮਹਿੰਗਾ, ਆਹ ਦੇਖ ਲਓ, ਇਹ ਚਾਈਨਾ ਦਾ ਹੈਗਾ। ਕਿਉਂ ਨਹੀਂ ਲੈਣਗੇ ਬੱਚਿਆਂ ਨੇ? ਯਾਰ ਮਹੀਨਾ 2 ਮਹੀਨੇ ਚਲਾਉਣਾ, ਆਹ ਲਓ, ਠੀਕ ਹੈ ਨਾ। ਟੋਇਜ਼, ਇਹਨਾਂ ਦੇ ਇਲੈਕਟ੍ਰੋਨਿਕਸ ਦੇ ਟੋਇਜ਼ ਇੰਨੇ ਵਧੀਆ ਗਿਆ, ਬੱਚਿਆਂ ਨੇ ਕਿੰਨੀ ਦੇਰ ਚਲਾਉਣੇ? ਜਦੋਂ ਬੱਚੇ ਵੱਡੇ ਹੋ ਜਾਂਦੇ, ਖਿਡੌਣੇ ਤਾਂ ਐਵੇਂ ਰੁਲਦੇ ਫਿਰਦੇ। ਇਹ ਚੀਜ਼ਾਂ ਇਹਨਾਂ ਦੇ ਦਿਮਾਗ 'ਚ ਹੈਗਾ। ਕਾਟੇਜ ਇੰਡਸਟਰੀ ਦਾ ਪਿੰਡ ਬਣ ਰਹੇ ਇਹਨਾਂ ਦੇ ਘਰ। ਪੁਆਇੰਟ ਨੂੰ ਟੱਚ ਕਰਕੇ ਆਪਾਂ ਪ੍ਰੋਗਰਾਮ ਨੂੰ ਵਾਈਂਡ ਅਪ ਕਰੀਏ। ਕਿੰਨੇ ਸ਼ਾਤਿਰ ਦਿਮਾਗ ਨੇ ਚਾਈਨਾ ਦੇ ਜਿਹੜੇ ਬਿਜ਼ਨਸਮੈਨ ਨੇ, ਕਿ ਇਹ ਇੱਕ ਕਮਿਊਨਿਸਟ ਕੰਟਰੀ ਹੈ ਜਿਹੜਾ ਰੱਬ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ, ਪਰ ਜਿੱਥੇ ਰੱਬ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਲੋਕ ਨੇ, ਜਿਵੇਂ ਭਾਰਤ ਵਿੱਚ ਤੁਸੀਂ ਦੇਖੋ ਦੀਵਾਲੀ ਦੇ ਉੱਤੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਬਣਾ ਦਿੰਦੇ ਨੇ ਚਾਈਨਾ ਵਾਲੇ, ਔਰ ਇੱਥੇ ਵਿਕਰੀ ਕਰਦੇ ਨੇ, ਹਾਲਾਂਕਿ ਖੁਦ ਧਾਰਮਿਕ ਨਹੀਂ ਹੈਗੇ। ਸਾਰੀਆਂ ਪਤੰਗਾਂ ਉਹਨਾਂ ਦੇ ਧਾਗਿਆਂ ਨਾਲ ਉੜਦੀਆਂ, ਸਾਰੀਆਂ ਪਤੰਗਾਂ ਦੇ ਉਹ ਬਣਾਉਂਦੇ ਹੈਗੇ ਆ, ਸਾਰੀਆਂ ਜਿਹੜੀਆਂ ਬੱਤੀਆਂ ਲੜੀਆਂ ਦੇਖੋ ਜਿਹੜੀਆਂ ਬਿਜਲੀ ਦੀਆਂ, ਉਹਨਾਂ ਦੀਆਂ ਨੇ ਬਿਜਲੀ ਦੀਆਂ, ਸਾਡੇ ਹਰ ਥਾਂ ਦੇ ਉੱਤੇ ਐਂਟਰ ਕਰਦੇ ਪਏ ਨੇ, ਔਰ ਇਹਨਾਂ ਦਾ ਮੋਟਿਵ ਹੈ ਬਿਜ਼ਨਸ।
ਸੋ ਬਿਜ਼ਨਸ ਨੂੰ ਕਾਫੀ ਹੱਦ ਤੱਕ, ਇਹ ਟ੍ਰੇਡ ਵਾਰ ਨੂੰ ਕਾਫੀ ਹੱਦ ਤੱਕ ਕਾਮਯਾਬ ਕਰਨ ਦੇ ਬਿਜ਼ਨਸ ਦਾ ਵਿੱਚ ਦਿਮਾਗ ਇਹਨਾਂ ਦਾ ਇਹ ਕੋਈ ਇਹਦਾ ਹੁੰਦਾ ਮੌਕਾ ਮਿਲਦਾ ਪਿਆ ਉਹਨੂੰ ਹੱਥੋਂ ਨਹੀਂ ਜਾਣ ਦਿੰਦੇ ਪਏ। ਖੈਰ ਆਪਾਂ ਵੀ ਵਕਤ ਨੂੰ ਹੱਥੋਂ ਨਾ ਜਾਣ ਦਈਏ, ਜ਼ਰੂਰ ਫਿਰ ਚਲੇ ਜਾਏ। ਹੁਣ ਵਕਤ ਸਮਰੱਥ ਹੁੰਦਾ ਤਾਂ ਸਮਰੱਥ ਹੁੰਦਾ ਹੈ, ਤੇ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ। ਹੋਰ ਵੀ ਜੋ ਕੁਝ ਤੁਸੀਂ ਚਾਹੁੰਦੇ ਹੋ ਸਾਡੇ ਇਸ ਪ੍ਰੋਗਰਾਮ ਦੇ ਵਿੱਚ, ਉਹ ਵੀ ਸਾਨੂੰ ਤੁਸੀਂ ਜ਼ਰੂਰ ਲਿਖ ਕੇ ਭੇਜੋ। ਚਲਿਏ ਜੀ ਫਿਰ। ਹਾਂਜੀ ਲਓ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।